संत जनो प्यारा मैं मिलया। जी गुरु नानक पद पंकज बंदन पद पंकज बंदन सिमरो अंगद दुख कंदन हमर दास गुर हृदय जे हृदय श्री गुरु रामदास गुण गुर अर्जन विघ्नन के नासक विघ्नन के नासक हर गोविंद शुभ सुमत प्रकाशक श्री हर राय नमोकार जोरी नमोकार जोरी श्री हर कृष्ण मनाए तेग बहादुर परम कृपाला जी परम कृपाला श्री गुरु गोबिंद सिंह बैसाला तरोतरा पर पुन पुन सीसा जी बंदा बार बार जगदीसा एक अंकार सतगुरु तेह प्रसाद सच होए। वाहिगुरु जी की फतेह है विघ्न विनाशन सोए। जिसमें अमृत ज्ञान है मानक भगत बैराग गुरु ग्रंथ साहिब उधद बंदों कर अनुराग गुरु ग्रंथ साहिब उधद बंदों कर अनुराग। सतनाम श्री वाहिगुरु साहिब जीओ। दोहरा सिंहासन संतोख पर सत शत अबराम सतनाम झंडा चुलत राजत सतगुर राम। वाहिगुरु जी का खालसा वाहिगुरु जी की फतेह। जुग हो जुग अटल चबर छतर तख्त के मालिक सतगुरु धन श्री गुरु ग्रंथ साहिब जी महाराज सतगुरां दी पावन पवित्र हजूरी अंदर जुड़ बैठे गुरु रूप गुरु खालसा साध संगत जीओ। सोढी सुल्तान पातशाह धन धन रामदास गुर जन सरिया तना सवारिया पूरी होई करामात आप सिरजणहार तारिया। बैठा सोढी पातशाह रामदास सतगुरु कहावै पूरन ताल खटाया अमृत सर विच जोत जगावै। सतगुरु श्री गुरु रामदास सच्चे पातशाह जी महाराज दे पावन पवित्र प्रकाश पुरब दीआं खुशियां अंदर सतगुरु गुरु ग्रंथ साहिब जी महाराज दे पावन पवित्र दरबारां विच आप जी हाजरियां भर रहे हो। अमृत वेले दे दीवानां विच भी आप जी ने गुरु रामदास महाराज सच्चे पातशाह जी की उस्तति सरवण की है। लाहौर दे विच चूना मंडी जिस अंदर एक छोटा जिहा घर है
ਭਾਈ ਹਰਦਾਸ ਜੀ ਜਿਹਦੇ ਵਿੱਚ ਰਹਿੰਦੇ ਨੇ। 1500 ਦੇ ਵਿੱਚ ਭਾਈ ਠੱਕਰਦਾਸ, ਉਹਨਾਂ ਦੇ ਘਰ ਵਿੱਚ ਭਾਈ ਹਰਦਾਸ ਜੀ ਦਾ ਜਨਮ ਹੋਇਆ। ਭਾਈ ਹਰਦਾਸ ਜੀ ਜਿਹੜੇ ਸਨ ਉਹ ਨਾਮ ਕਰਕੇ ਹਰਦਾਸ ਨਹੀਂ ਸਨ, ਕਰਮ ਕਰਕੇ ਵੀ ਸਨ। ਜੈਸਾ ਉਹਨਾਂ ਦਾ ਨਾਮ ਸੀ ਤੈਸੇ ਉਹਨਾਂ ਦੇ ਕਰਮ ਵੀ ਸਨ। ਭਗਤੀ ਕਰਨੀ, ਬੰਦਗੀ ਕਰਨੀ, ਨਾਮ ਜਪਣਾ, ਫੋਕਟ ਦੇ ਕਰਮ ਕਾਂਡਾਂ ਤੋਂ ਦੂਰ ਸਨ। ਉਹਨਾਂ ਦੇ ਘਰ ਦੇ ਵਿੱਚ ਤੇ ਮਾਤਾ ਦਇਆ ਕੌਰ ਦੀ ਕੁੱਖ ਤੋਂ ਸੋਢੀ ਸੁਲਤਾਨ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਲਾਹੌਰ ਦੀ ਚੂਨਾ ਮੰਡੀ, ਚੂਨਾ ਮੰਡੀ ਕਿਹਨੂੰ ਕਹਿੰਦੇ ਨੇ? ਜਿੱਥੇ ਹੀਰੇ ਤਰਾਸ਼ੇ ਜਾਂਦੇ ਨੇ। ਜੌਹਰੀ ਦੀ ਦੁਕਾਨ ਤਾਂ ਬੜੀ ਵੱਡੀ ਹੁੰਦੀ ਹੈ, ਪਰ ਦੁਕਾਨ ਦੇ ਵਿੱਚ ਪਿਆ ਹੋਇਆ ਜਿਹੜਾ ਹੀਰਾ ਆਕਾਰ ਕਰਕੇ ਬੜਾ ਛੋਟਾ ਹੁੰਦਾ। ਦੁਕਾਨ ਵੱਡੀ ਹੈ, ਹੀਰੇ ਦਾ ਆਕਾਰ ਛੋਟਾ ਹੈ, ਪਰ ਜਿੰਨਾ ਆਕਾਰ ਛੋਟਾ ਉਨੀ ਕੀਮਤ ਵੀ ਵੱਡੀ ਹੈ। ਤਾਂ ਉਸ ਚੂਨਾ ਮੰਡੀ ਦੇ ਇਲਾਕੇ ਵਿੱਚ ਇੱਕ ਹੀਰਾ ਪ੍ਰਗਟ ਹੋਇਆ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਰੂਪ ਵਿੱਚ। ਭਾਵੇਂ ਘਰ ਛੋਟਾ, ਹੀਰੇ ਦਾ ਆਕਾਰ ਵੀ ਬੜਾ ਛੋਟਾ, ਪਰ ਉਹਦੀ ਵਡਿਆਈ ਬੜੀ ਵੱਡੀ ਹੈ। ਜਿਹਨੂੰ ਭਾਈ ਸੱਤਾ ਤੇ ਬਲਵੰਡਾ ਕਹਿੰਦੇ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਹੇ ਗੁਰੂ ਰਾਮਦਾਸ ਮਹਾਰਾਜ, ਤੁਸੀਂ ਧੰਨ ਹੋ, ਤੁਸੀਂ ਧੰਨ ਹੋ। ਮੈਂ ਤੁਹਾਨੂੰ ਮਨ ਕਰਕੇ ਵੀ ਧੰਨ ਕਹਿਣਾ, ਤਨ ਕਰਕੇ ਵੀ ਧੰਨ ਕਹਿਣਾ, ਮੈਂ ਤੁਹਾਨੂੰ ਬਚਨ ਕਰਕੇ ਵੀ ਧੰਨ ਕਹਿਣਾ ਆ। ਜਿਸ ਅਕਾਲ ਪੁਰਖ ਨੇ ਤੁਹਾਨੂੰ ਸਿਰਜਿਆ, ਉਸੇ ਅਕਾਲ ਪੁਰਖ ਨੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਰੂਪ ਵਿੱਚ ਤੁਹਾਨੂੰ ਗੁਰਤਾ ਗੱਦੀ ਦੇ ਕੇ ਸਵਾਰਿਆ। ਭੱਟ ਸਾਹਿਬਾਨਾਂ ਨੇ ਜ਼ਿਕਰ ਕੀਤਾ, ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਗੁਰੂ ਅਮਰਦਾਸ ਮਹਾਰਾਜ ਜੀ ਨੇ ਰਾਜ ਤੇ ਜੋਗ ਦਾ ਤਖਤ ਦਿੱਤਾ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਨੂੰ। ਦਾਸ ਦੇ ਮਨ ਵਿੱਚ ਖਿਆਲ ਪੈਦਾ ਹੋਇਆ ਵੀ ਰਾਜ ਤੇ ਜੋਗ ਦਾ ਤਖਤ ਕਿੱਦਾਂ ਦਾ ਹੁੰਦਾ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇੱਕ ਪ੍ਰਕਰਨ ਲਿਖਿਆ, ਜਿਹਦੇ ਵਿੱਚ ਉਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਤੋਤਰ ਲਿਖਦੇ ਨੇ। ਜਦੋਂ ਪਾਤਸ਼ਾਹ ਗੱਦੀ ਤੇ ਬਹਿੰਦੇ ਨੇ, ਗੱਦੀ ਤੇ ਬਹਿਣ ਵਕਤ ਭਾਈ ਸੰਤੋਖ ਸਿੰਘ ਹਰਾਂ ਨੇ ਇੱਕ ਬੜਾ ਪਿਆਰਾ ਸਤੋਤਰ ਲਿਖਿਆ। ਉਹਦੇ ਵਿੱਚ ਉਹਨਾਂ ਨੇ ਵਿਆਖਿਆ ਕੀਤੀ ਤੇ ਮੈਨੂੰ ਇਦਾਂ ਲੱਗਿਆ ਵੀ ਜਿਹੜਾ ਰਾਜ ਤੇ ਜੋਗ ਦਾ ਤਖਤ ਹੈ ਨਾ, ਉਹਦੀ ਵਿਆਖਿਆ ਭਾਈ ਸੰਤੋਖ ਸਿੰਘ ਕਰਕੇ ਗਏ ਨੇ। ਅਸਲ ਵਿਆਖਿਆ ਉਹਦੀ ਅੰਮ੍ਰਿਤ ਵੇਲੇ ਵੀ ਕਥਾ ਹੋਈ ਹੈ। ਭਾਈ ਸਾਹਿਬ ਜੀ ਤੁਹਾਨੂੰ ਇਤਿਹਾਸ ਸੁਣਾ ਕੇ ਗਏ ਹੋ ਬਣਗੇ, ਤੇ ਜਿਹੜਾ ਸਤੋਤਰ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਆਪਾਂ ਇਹਦੀ ਵਿਚਾਰ ਵੀ ਕਰਨੀ ਹੈ, ਨਾਲੇ ਨਾਲੇ ਆਪਾਂ ਗੁਰੂ ਰਾਮਦਾਸ ਮਹਾਰਾਜ ਦੇ ਜੀਵਨ ਉੱਪਰ ਵੀ ਝਾਤ ਮਾਰਾਂਗੇ। ਤੇ ਸਾਰੀਆਂ ਸੰਗਤਾਂ ਨੇ ਮਨ ਬਿਰਤੀ ਸਾਹਿਬ ਦੇ ਚਰਨਾਂ ਵਿੱਚ ਜੋੜਨੀ ਹੈ। ਜਿਹੜੀਆਂ ਸੰਗਤਾਂ ਅਜੇ ਤਾਈਂ ਮਹਾਰਾਜ ਦੇ ਦਰਬਾਰ 'ਚ ਨਹੀਂ ਪਹੁੰਚੀਆਂ, ਉਹਨਾਂ ਸੰਗਤਾਂ ਨੂੰ ਵੀ ਬੇਨਤੀ ਹੈ, ਜਿਨ੍ਹਾਂ ਨੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਖੁਸ਼ੀ ਲੈਣੀ ਹੈ, ਉਹ ਸਾਰੀ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਪੁੱਜੋ। ਦੁਨਿਆਵੀ ਕੰਮ ਕਾਰ ਤਾਂ ਹੁੰਦੇ ਰਹਿਣੇ ਨੇ, ਪਰ ਆ ਜਿਹੜਾ ਸਮਾਂ ਬਾਰ-ਬਾਰ ਜਿਹੜਾ ਉਹ ਸਾਨੂੰ ਪ੍ਰਾਪਤ ਨਹੀਂ ਹੋਣਾ। ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਆਪਣੇ ਜੀਵਨ ਦੇ 28 ਸਾਲ ਜਿਹੜੇ ਨੇ ਸੇਵਾ ਕਰਦੇ ਬਤੀਤ ਕੀਤੇ ਨੇ। 28 ਸਾਲ ਥੋੜੇ ਨਹੀਂ ਹੁੰਦੇ, ਪਰ ਸੇਵਾ ਵੀ ਕਿੱਥੇ ਕੀਤੀ? ਜਿੱਥੇ ਰਿਸ਼ਤੇਦਾਰੀ ਸੀ ਉੱਥੇ ਸੇਵਾ ਕੀਤੀ। ਜਦੋਂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਤੇ ਸਤਿਗੁਰਾਂ ਦੇ ਛੋਟੇ ਭਰਾ ਸਨ ਭਾਈ ਹਰਦਿਆਲ ਜੀ, ਗੁਰੂ ਰਾਮਦਾਸ ਮਹਾਰਾਜ ਤੇ ਘਰ ਦੇ ਵਿੱਚ ਭੈਣ ਨੇ ਵੀ ਜਨਮ ਲਿਆ, ਤੇ ਉਹਦਾ ਨਾਮ ਜਿਹੜਾ ਇਤਿਹਾਸ ਵਿੱਚ ਹਰਦਾਸੀ ਆਉਂਦਾ।
ਤੇ ਬਚਪਨ ਵਿੱਚ ਜਿੱਥੇ ਮਾਤਾ ਪਿਤਾ 7 ਸਾਲ ਦੀ ਉਮਰ ਵਿੱਚ ਗੁਜ਼ਰ ਗਏ ਸਨ, ਉਥੇ ਐਸਾ ਇਤਿਹਾਸਕਾਰ ਲਿਖਦੇ ਨੇ ਵੀ ਜਿਹੜਾ ਛੋਟਾ ਭਰਾ ਭਾਈ ਹਰਦਿਆਲ ਸੀ ਨਾ, ਉਹ ਵੀ ਕੁਝ ਸਮੇਂ ਬਾਅਦ ਗੁਜ਼ਰ ਗਿਆ ਸੀ। ਭਾਈ ਹਰਦਿਆਲ ਜੀ ਦੇ ਗੁਜ਼ਰਨ ਤੋਂ ਬਾਅਦ ਉਹਨਾਂ ਦੀ ਛੋਟੀ ਭੈਣ ਵੀ ਗੁਜ਼ਰ ਗਈ ਸੀ। ਤੇ ਸਭ ਤੋਂ ਵੱਡੇ ਸਨ ਗੁਰੂ ਰਾਮਦਾਸ ਮਹਾਰਾਜ, ਪਲੇਠਾ ਪੁੱਤਰ ਹੋਣ ਕਰਕੇ ਜੇਠਾ ਕਹਿ ਦਿੰਦੇ ਸਨ। ਵੈਸੇ ਨਾਮ ਜਿਹੜਾ ਉਹ ਇਤਿਹਾਸਕਾਰਾਂ ਨੇ ਰਾਮਦਾਸ ਹੀ ਲਿਖਿਆ ਬਚਪਨ ਦਾ, ਕਿਉਂਕਿ ਪਿਤਾ ਜੀ ਦਾ ਨਾਮ ਜਿਹੜਾ ਸੀ ਰਾਮ ਹਰਦਾਸ ਸੀਗਾ। ਦਾਦਾ ਜੀ ਦਾ ਨਾਮ ਜਿਹੜਾ ਇਤਿਹਾਸ ਵਿੱਚ ਆਉਂਦਾ ਠਾਕੁਰਦਾਸ ਆਉਂਦਾ। ਦਾਦਾ ਜੀ ਠਾਕੁਰਦਾਸ, ਪਿਤਾ ਜੀ ਹਰਦਾਸ, ਅੱਗੋਂ ਪੋਤਰਾ ਰਾਮਦਾਸ। ਪਲੇਠਾ ਪੁੱਤਰ ਹੋਣ ਕਰਕੇ ਜੇਠਾ ਕਹਿ ਦਿੱਤਾ ਜਾਂਦਾ ਸੀ ਵੀ ਜੇਠਾ ਜਾਨੀ ਵੱਡਾ ਪੁੱਤਰ ਹੈ। ਜਦੋਂ ਮਾਤਾ ਪਿਤਾ ਚੜ੍ਹਾਈ ਕੀਤੇ, ਮਾਤਾ ਪਿਤਾ ਤੋਂ ਬਾਅਦ ਛੋਟਾ ਭਰਾ ਤੇ ਛੋਟੀ ਭੈਣ ਵੀ ਚਾਲੇ ਪਾ ਗਏ, ਤਾਂ ਸੁਭਾਵਕ ਹੈ ਵੀ ਲੋਕਾਂ ਦੀ ਦ੍ਰਿਸ਼ਟੀ ਅੰਦਰ ਕਈ ਵਾਰੀ ਇਦਾਂ ਦੇ ਖਿਆਲ ਪੈਦਾ ਹੁੰਦੇ ਨੇ ਵੀ ਇਹ ਹੈ ਹੀ ਮਾੜਾ। ਤਾਂ ਉੱਥੇ ਵਿਦਵਾਨ ਕਹਿੰਦੇ ਵੀ ਕੁਝ ਲੋਕ ਇਦਾਂ ਦੇ ਸਨ, ਜਦੋਂ ਮਹਾਰਾਜ ਛੋਟੇ ਹੁੰਦੇ ਸਨ ਤੇ ਉਹ ਖੇਡਣ ਨਹੀਂ ਸਨ ਦਿੰਦੇ ਬੱਚਿਆਂ ਨੂੰ ਗੁਰੂ ਸਾਹਿਬ ਜੀ ਦੇ ਨਾਲ, ਵੀ ਕਿਤੇ ਇਹਦੀ ਪਰਛਾਈ ਸਾਡੇ ਬੱਚਿਆਂ ਤੇ ਨਾ ਪੈ ਜਾਏ। ਤੇ ਬਿਰਧ ਨਾਨੀ ਬਾਸਰ ਕੇ ਨਗਰ ਤੋਂ ਚੱਲ ਕੇ ਲਾਹੌਰ ਆਈ ਤੇ ਦੋਤੇ ਨੂੰ ਨਾਲ ਲੈ ਗਈ। ਇੱਕ ਬਿਰਧ ਸੀ ਤੇ ਇੱਕ ਵਿਧਵਾ ਵੀ ਸੀ। ਤੇ ਬਾਸਰ ਕੇ ਨਗਰ ਵਿੱਚ ਮਹਾਰਾਜ ਜੀ ਜਦੋਂ ਆਏ, ਨਾਨਕੇ ਪਰਿਵਾਰ ਵਿੱਚ ਰਹੇ, ਉਥੇ ਗੁਰੂ ਅਮਰਦਾਸ ਮਹਾਰਾਜ ਮਿਲਣ ਵਾਸਤੇ ਆਏ। ਪਰ ਇਤਿਹਾਸ ਦਾ ਇੱਕ ਬੜਾ ਵਿਲੱਖਣ ਇਹ ਪੱਖ ਹੈ ਕਿ ਗੁਰੂ ਰਾਮਦਾਸ ਮਹਾਰਾਜ ਜੀ ਦਾ ਜਦੋਂ ਪ੍ਰਕਾਸ਼ ਹੁੰਦਾ ਨਾ, ਉਦੋਂ ਗੁਰੂ ਨਾਨਕ ਸਾਹਿਬ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਸਨ। ਉਸ ਵਕਤ ਦੀ ਗੱਲ ਹੈ। 4 ਪਾਤਸ਼ਾਹੀਆਂ ਇੱਕੋ ਵਕਤੀ ਧਰਤੀ ਉੱਪਰ ਸਨ। ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਅੰਗਦ ਦੇਵ ਜੀ ਸੇਵਾ ਕਰਿਆ ਕਰਦੇ ਸਨ ਕਰਤਾਰਪੁਰ ਸਾਹਿਬ, ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਹੜੇ ਉਹਨਾਂ ਦਾ ਪ੍ਰਕਾਸ਼ ਬਾਸਰ ਕੇ ਨਗਰ ਹੋਇਆ ਸੀ। ਇਹ ਮਹਾਰਾਜ ਜੀ ਦਾ ਜੱਦੀ ਪਿੰਡ ਸੀਗਾ। ਗੁਰੂ ਅਮਰਦਾਸ ਸਾਹਿਬ ਜੀ ਵੀ ਇੱਥੇ ਰਹਿੰਦੇ ਤੇ ਬਾਸਰ ਕੇ ਨਗਰ ਹੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਨਾਨਕਾ ਪਰਿਵਾਰ ਸੀਗਾ। ਇੱਕ ਵਕਤ ਦੇ ਅੰਦਰ 4 ਪਾਤਸ਼ਾਹੀਆਂ ਇਸ ਧਰਤੀ ਦੇ ਉੱਪਰ ਮੌਜੂਦ ਸਨ। ਤੇ ਗੁਰੂ ਅਮਰਦਾਸ ਮਹਾਰਾਜ ਜੀ ਆ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਨਾਨੀ ਨਾਲ ਅਫਸੋਸ ਜ਼ਾਹਰ ਕਰਨ ਵਾਸਤੇ ਆਏ, ਤੇ ਨਾਲੇ ਕਹਿੰਦੇ ਵੀ ਕਿਸੇ ਵਸਤੂ ਦੀ ਲੋੜ ਹੋਵੇ ਤੇ ਮੈਂ ਹਾਜ਼ਰ ਹਾਂ ਸੇਵਾ ਵਾਸਤੇ, ਤੇ ਅਕਾਲ ਪੁਰਖ ਕਿਰਪਾ ਕਰੇਗਾ ਤੁਹਾਡੇ ਉੱਪਰ। ਗੁਰੂ ਰਾਮਦਾਸ ਮਹਾਰਾਜ ਨੇ ਗੁਜ਼ਾਰਾ ਕਰਨਾ ਸੀ ਤੇ ਨਾਨੀ ਨੇ ਘੁੰਗਣੀਆਂ ਬਣਾ ਦੇਣੀਆਂ, ਉਹਦੀ ਚੰਗੇਰ ਭਰ ਕੇ ਚੱਲ ਪੈਣਾ ਤੇ ਘੁੰਗਣੀਆਂ ਵੇਚਣੀਆਂ ਜਾ ਕੇ। ਘੁੰਗਣੀਆਂ ਕਿੱਥੇ ਵੇਚਦੇ ਨੇ? ਮਹਾਰਾਜ ਜੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ, ਉਥੇ ਘੁੰਗਣੀਆਂ ਵੇਚਦੇ ਨੇ ਆ ਕੇ, ਕਿਉਂਕਿ ਗੋਇੰਦਵਾਲ ਸਾਹਿਬ ਬੌਲੀ ਸਾਹਿਬ ਦੀ ਸੇਵਾ ਹੁੰਦੀ ਸੀ ਤੇ ਸੰਗਤ ਬੜੀ ਆਉਂਦੀ ਸੀ। ਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਵੀ ਇੱਕ ਦਿਨ ਮਹਾਰਾਜ ਜਦੋਂ ਘੁੰਗਣੀਆਂ ਵੇਚਣ ਗੋਇੰਦਵਾਲ ਸਾਹਿਬ ਆਏ, ਇੱਕ ਸਾਧੂ ਮਿਲਿਆ। ਗੁਰੂ ਰਾਮਦਾਸ ਮਹਾਰਾਜ ਨੂੰ ਵੇਖ ਕੇ ਕਹਿਣ ਲੱਗਾ ਵੀ ਘੁੰਗਣੀਆਂ ਦੇ ਦਿਓ, ਮੈਨੂੰ ਭੁੱਖ ਲੱਗੀ ਹੈ ਪਰ ਪੈਸੇ ਕੋਈ ਨਹੀਂ ਮੇਰੇ ਕੋਲ। ਮਹਾਰਾਜ ਜੀ ਕਹਿੰਦੇ ਕੋਈ ਨਹੀਂ ਸੰਤ ਜੀ, ਇੱਕ ਮੁੱਠੀ ਭਰੀ ਘੁੰਗਣੀਆਂ ਦੀ ਤੇ ਦੇ ਦਿੱਤੀ। ਕਹਿਣ ਲੱਗਾ ਜੀ ਇੱਕ ਨਾਲ ਕੀ ਬਣਨਾ, ਮੈਨੂੰ ਤਾਂ ਭੁੱਖ ਬੜੀ ਲੱਗੀ ਹੈ। ਮਹਾਰਾਜ ਨੇ 3 ਮੁੱਠਾਂ ਭਰੀਆਂ, ਲਓ ਸੰਤ ਜੀ ਫਿਰ ਇਹ 3 ਨਾਲ ਗੁਜ਼ਾਰਾ ਹੋ ਜਾਏਗਾ। ਉਹ ਆਖਣ ਲੱਗਾ ਨਹੀਂ, ਸ਼ਬਦ ਕੀ ਵਰਤਿਆ, ਮੈਂ ਤਾਂ ਜਨਮਾਂ ਜਨਮਾਂਤਰਾਂ ਦਾ ਭੁੱਖਾ ਆ, ਮੇਰੀ ਭੁੱਖ ਇਹਦੇ ਨਾਲ ਨਹੀਂ ਮਿਟਣੀ। ਕਹਿੰਦੇ ਫਿਰ ਇਦਾਂ ਕਰੋ, ਫਿਰ ਪੱਲਾ ਕਰੋ। ਜਦੋਂ ਪੱਲਾ ਮੂਹਰੇ ਕੀਤਾ ਤੇ ਚੰਗੇਰ ਸਾਰਾ ਹੀ ਪਲਟ ਦਿੱਤਾ, ਖਾਲੀ ਹੱਥ ਵਾਪਸ ਆ ਗਏ। ਨਾਨੀ ਨੇ ਗੁੱਸਾ ਨਹੀਂ ਕੀਤਾ, ਪੁੱਛਣ ਲੱਗੀ ਬੇਟਾ ਘੁੰਗੜੀਆਂ ਵੇਚ ਕੇ ਆ ਗਿਆ, ਬੜੀ ਛੇਤੀ ਆ ਗਿਆ ਤੇ ਕੋਈ ਕਮਾਈ ਵੀ ਹੋਈ ਹੈ? ਆਖਿਆ ਨਹੀਂ ਨਾਨੀ, ਅੱਜ ਕਮਾਈ ਤਾਂ ਨਹੀਂ ਹੋਈ, ਪਰ ਪਰਉਪਕਾਰ ਕਰਕੇ ਆਇਆ, ਵੀ ਕੋਈ ਲੋੜਵੰਦ ਸੀ ਉਹਨੂੰ ਘੁੰਗੜੀਆਂ ਦੇ ਆਇਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇੱਕ ਬਚਨ ਹੈ ਜੀ, ਅਣਹੋਂਦਾ ਆਪ ਵੰਡਾਏ ਕੋ ਐਸਾ ਭਗਤ ਸਦਾਏ। ਹੈ ਤਾਂ ਨਹੀਂ, ਫਿਰ ਵੀ ਵੰਡਣ ਦੀ ਬਿਰਤੀ ਹੈ। ਕੋਲ ਕੁਝ ਵੀ ਨਹੀਂ, ਚਾਹੁੰਦਾ ਵੀ ਮੈਂ ਵੰਡ ਦਿਆਂ,
ਇਹੋ ਜਿਹੇ ਭਗਤ ਵਿਰਲੇ ਹੁੰਦੇ ਨੇ ਸੰਸਾਰ ਵਿੱਚ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਿੱਧ ਕਹਿੰਦੇ ਜੀ ਆ ਤਿਲ ਵੰਡ ਦਿਓ। ਪਾਤਸ਼ਾਹ ਕਹਿੰਦੇ ਸਿੱਧੋ ਵੰਡਣ ਦੀ ਬਿਰਤੀ ਹੋਣੀ ਚਾਹੀਦੀ ਹੈ, ਵੰਡਿਆ ਤਾਂ ਤਿਲ ਵੀ ਜਾਂਦਾ ਹੈ। ਜੇ ਤੁਹਾਡੇ ਅੰਦਰ ਵੰਡਣ ਦੀ ਬਿਰਤੀ ਹੈ ਨਾ ਜੀ, ਸਿੱਖ ਪੰਥ ਦੇ ਅੰਦਰ ਵੰਡ ਖਾਣ ਦੀ ਮਰਿਆਦਾ ਹੈ। ਜੇ ਸਾਡੇ ਅੰਦਰ ਵੰਡਣ ਦੀ ਬਿਰਤੀ ਹੋਵੇਗੀ ਤੇ ਛੋਟੀ ਜੀ ਚੀਜ਼ ਵੀ ਵੰਡੀ ਜਾਏਗੀ। ਜੇ ਵੰਡਣ ਦੀ ਬਿਰਤੀ ਨਹੀਂ ਤੇ ਫਿਰ ਤਾਂ ਭਾਵੇਂ ਬੰਦਾ ਸੋਨੇ ਦੇ ਮਹਿਲਾਂ ਵਿੱਚ ਰਹੇ ਤੇ ਕੁਝ ਵੀ ਨਹੀਂ ਵੰਡ ਸਕਦਾ। ਗੁਰੂ ਨਾਨਕ ਸਾਹਿਬ ਨੇ ਆਖਿਆ ਮਰਦਾਨਿਆਂ ਤਿਲ ਘੋਟ ਬੜਾ ਸ਼ਰਦਾਈ ਤੇ ਛਕਾ ਦੇ ਸਾਰਿਆਂ ਨੂੰ। ਤਿਲ ਵੀ ਵੰਡਿਆ ਗਿਆ। ਗੁਰੂ ਰਾਮਦਾਸ ਮਹਾਰਾਜ ਨੇ ਆਪਣੀਆਂ ਘੁੰਗਣੀਆਂ ਵੰਡ ਦਿੱਤੀਆਂ ਤੇ ਨਾਨੀ ਨੇ ਆਖਿਆ ਅਕਾਲ ਪੁਰਖ ਜੇ ਮੇਰੇ ਦੋਹਤੇ ਨੂੰ ਇਦਾਂ ਦਾ ਹਿਰਦਾ ਦਿੱਤਾ ਹੈ ਨਾ ਵੀ ਜੇ ਇਹ ਭੁੱਖੇ ਦਾ ਪੇਟ ਭਰੇ ਤੇ ਇੰਨੀ ਕੁ ਕਿਰਪਾ ਕਰ ਦੇ, ਇਹਨੂੰ ਦੇਣ ਵਾਸਤੇ ਵੀ ਕੁਝ ਦੇ ਦੇ। ਜੇ ਦੇਣ ਦੀ ਬਿਰਤੀ ਹੈ ਨਾ, ਵੰਡਣ ਦੀ ਬਿਰਤੀ ਹੈ ਤੇ ਵੰਡਣ ਵਾਸਤੇ ਵੀ ਤਾਂ ਕੋਲ ਕੁਝ ਚਾਹੀਦਾ ਹੈ ਨਾ। ਸਾਡੇ ਕੋਲ ਤਾਂ ਵੰਡਣ ਵਾਸਤੇ ਵੀ ਕੁਝ ਨਹੀਂ। ਇੰਨੀ ਕੁ ਕਿਰਪਾ ਕਰ ਦੇ ਦੀ ਝੋਲੀ ਵਿੱਚ ਇੰਨਾ ਕੁਝ ਪਾ ਦੇ ਕਿ ਇਹ ਵੰਡਣ ਜੋਗਾ ਵੀ ਹੋ ਜਾਏ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਸੇਵਾ ਕਰਦੇ ਨੇ ਜੀ, ਜਾ ਕੇ ਘੁੰਗੜੀਆਂ ਵੇਚਦੇ, ਕੁਝ ਸਮਾਂ ਸੇਵਾ ਕਰਨੀ, ਕਦੇ ਲੰਗਰਾਂ 'ਚ ਕਦੇ ਬੌਲੀ ਸਾਹਿਬ ਵਿੱਚ ਸੇਵਾ ਕਰਦਿਆਂ ਕਰਦਿਆਂ ਮਨ ਇੰਨਾ ਕੁ ਉਸ ਪਾਸੇ ਹੋ ਤੁਰਿਆ ਕਿ ਮਹਾਰਾਜ ਨੇ ਘੁੰਗਣੀਆਂ ਛੱਡ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਤੇ ਗੁਰੂ ਅਮਰਦਾਸ ਮਹਾਰਾਜ ਜੀ ਚੁਬਾਰੇ 'ਚ ਬੈਠੇ ਸਨ। ਅੱਜ ਕੱਲ੍ਹ ਵੀ ਤੁਸੀਂ ਦਰਸ਼ਨ ਕਰ ਸਕਦੇ ਹੋ ਚੁਬਾਰਾ ਸਾਹਿਬ ਦੇ। ਤੇ ਮਾਤਾ ਮਨਸਾ ਦੇਵੀ ਕੋਲ ਬੈਠੇ ਆਖਣ ਲੱਗੇ ਸਤਿਗੁਰੂ ਜੀ ਭਾਨੀ ਵੱਡੀ ਹੋ ਗਈ ਹੈ, ਵਿਆਹਣਯੋਗ ਹੈ ਤੇ ਇਹਦੇ ਆਨੰਦ ਕਾਰਜ ਲਈ ਨਾ ਮੇਰੇ ਮਨ 'ਚ ਚਿੰਤਾ ਰਹਿੰਦੀ ਹੈ ਤੇ ਕਿਰਪਾ ਕਰੋ ਕੋਈ ਚੰਗਾ ਜਿਹਾ ਵਰ ਭਾਲ ਕੇ, ਕੋਈ ਚੰਗਾ ਜਿਹਾ ਲੜਕਾ ਲੱਭ ਕੇ ਨਾ ਇਹਦਾ ਆਨੰਦ ਕਾਰਜ ਕਰ ਦਈਏ। ਤੇ ਗੁਰੂ ਅਮਰਦਾਸ ਮਹਾਰਾਜ ਜੀ ਪੁੱਛਣ ਲੱਗੇ ਮਾਤਾ ਮਨਸਾ ਦੇਵੀ ਨੂੰ, ਆਪਣੇ ਮਹਿਲਾ ਨੂੰ, ਵੀ ਲੜਕਾ ਕਿੱਦਾਂ ਦਾ ਚਾਹੀਦਾ। ਤੇ ਮਾਤਾ ਨਾਲ ਸੋਚੀ ਪੈ ਗਈ, ਸੋਚਣ ਲੱਗ ਗਈ ਵੀ ਕਿੱਦਾਂ ਦਾ ਵਰ ਹੋਵੇ। ਅਚਾਨਕ ਨਿਗਾਹ ਪਈ ਜਿੱਥੇ ਮਹਾਰਾਜ ਬੈਠੇ ਸਨ ਨਾ ਜੀ ਚੁਬਾਰਾ ਸਾਹਿਬ, ਉੱਥੇ ਬਾਰੀ ਸੀ। ਬਾਰੀ ਨਾਲ ਨਾ ਕਿੱਲੀ ਲੱਗੀ ਹੁੰਦੀ ਸੀ ਕਿਉਂਕਿ ਅਵਸਥਾ ਬਿਰਧ ਸੀ ਤੇ ਕਿੱਲੀ ਨੂੰ ਫੜ ਕੇ ਮਹਾਰਾਜ ਖਲੋਂਦੇ ਸਨ ਤੇ ਬਾਰੀ ਤੋਂ ਬਾਹਰ ਵੇਖਦੇ ਹੁੰਦੇ ਸਨ। ਤੇ ਪਾਤਸ਼ਾਹ ਉੱਥੇ ਵੇਖ ਰਹੇ ਸਨ ਬਾਹਰ ਤੇ ਮਾਤਾ ਜੀ ਵੀ ਵੇਖ ਰਹੇ ਸਨ ਤੇ ਸਾਹਮਣੇ ਨਾ ਗੁਰੂ ਰਾਮਦਾਸ ਸਾਹਿਬ ਜੀ ਤੁਰੇ ਆਉਂਦੇ ਸਨ ਤੇ ਸਿਰ ਤੇ ਟੋਕਰੀ ਰੱਖੀ ਸੀ। ਤੇ ਮਾਤਾ ਮਨਸਾ ਦੇਵੀ ਆਖਣ ਲੱਗੇ ਸਤਿਗੁਰੂ ਮੈਨੂੰ ਨਾ ਵਰ ਇਹਦੇ ਜਿਹਾ ਚਾਹੀਦਾ, ਇਹਦੇ ਜਿਹਾ ਵਰ ਹੋਣਾ ਚਾਹੀਦਾ ਵੀ ਇਦਾਂ ਦਾ ਲੜਕਾ ਹੋਵੇ। ਤੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਆਪਣੇ ਮਹਿਲਾ ਨੂੰ ਵੀ ਇਹਦੇ ਜਿਹਾ ਤਾਂ ਕੇਵਲ ਇਹੀ ਹੈ, ਫਿਰ ਇਹਦੇ ਜਿਹਾ ਹੋਰ ਕੋਈ ਨਹੀਂ। ਤੇ ਸਤਿਗੁਰਾਂ ਨੇ ਆਪਣੇ ਕੋਲ ਸੱਦਿਆ, ਪੁੱਛਿਆ ਵੀ ਤੂੰ ਕਿਹਨਾਂ ਦਾ ਪੁੱਤਰ ਹੈ, ਕਿੱਥੋਂ ਦਾ ਰਹਿਣ ਵਾਲਾ ਹੈ। ਤਾਂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਨਾਨੀ ਸੱਦੀ, ਪਰਿਵਾਰ ਸਾਰਾ ਸੱਦ ਕੇ ਤੇ ਬੀਬੀ ਭਾਨੀ ਨਾਲ ਸਗਾਈ ਕੀਤੀ। ਸਗਾਈ ਕਰਕੇ ਵਿਆਹ ਕੀਤਾ। ਤੁਸੀਂ ਇਹ ਸੁਣਿਆ ਹੋਵੇਗਾ ਕਿ ਆਨੰਦ ਕਾਰਜ ਦੀ ਮਰਿਆਦਾ ਗੁਰੂ ਰਾਮਦਾਸ ਸਾਹਿਬ ਜੀ ਨੇ ਚਲਾਈ ਹੈ, ਪਰ ਸੱਚ ਇਹ ਹੈ ਆਨੰਦ ਕਾਰਜ ਦੀ ਮਰਿਆਦਾ ਗੁਰੂ ਅਮਰਦਾਸ ਸਾਹਿਬ ਜੀ ਨੇ ਚਲਾਈ ਸੀ। ਪਰ ਇਹ ਮਰਿਆਦਾ ਕਿਹਨੇ ਨਿਭਾਈ? ਗੁਰੂ ਅਮਰਦਾਸ ਸਾਹਿਬ ਜੀ ਤੇ ਗੁਰੂ ਰਾਮਦਾਸ ਮਹਾਰਾਜ ਨੇ। ਜਿਹੜੀ ਆਨੰਦ ਸਾਹਿਬ ਦੀ ਬਾਣੀ ਹੈ ਨਾ ਜੀ, ਗਿਆਨੀ ਗਿਆਨ ਸਿੰਘ ਹੋਰੀ ਲਿਖਦੇ ਨੇ ਕਿ ਸਤਿਗੁਰ ਜੀ ਨਾਲੇ ਤਾਂ ਆਨੰਦ ਸਾਹਿਬ ਦੀ ਬਾਣੀ ਉਚਾਰਦੇ ਨੇ ਤੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਬੀਬੀ ਭਾਨੀ ਨਾਲ ਪ੍ਰਕਰਮਾ ਲੈਂਦੇ ਨੇ। ਪ੍ਰਕਰਮਾ ਗੁਰੂ ਅਮਰਦਾਸ ਸਾਹਿਬ ਜੀ ਦੀਆਂ ਕੀਤੀਆਂ ਤੇ ਲਾਵਾਂ ਦਾ ਪਾਠ ਜਿਹੜਾ ਸੀ ਉਹ ਫਿਰ ਗੁਰੂ ਰਾਮਦਾਸ ਸਾਹਿਬ ਨੇ ਉਚਾਰਨ ਕੀਤਾ। ਇਹ ਆਨੰਦ ਕਾਰਜ ਦੀ ਮਰਿਆਦਾ ਗੁਰੂ ਘਰ ਦੇ ਵਿੱਚ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਚਲਾ ਦਿੱਤੀ ਸੀ। ਬੀਬੀ ਭਾਨੀ ਜੀ ਦਾ ਆਨੰਦ ਕਾਰਜ ਇਸੇ ਤਰ੍ਹਾਂ ਹੀ ਹੋਇਆ ਸੀਗਾ। ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਆਨੰਦ ਕਾਰਜ ਹੁੰਦਾ ਹੈ, ਅੱਗ ਦੇ ਦਿਵਾਲੇ ਲਾਵਾਂ ਲੈਣ ਤੋਂ ਮਹਾਰਾਜ ਨੇ ਮਨਾ ਕਰ ਦਿੱਤਾ ਸੀ। ਉਸ ਵਕਤ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਆਨੰਦ ਕਾਰਜ ਜਿਹੜੇ ਨੇ, ਹੋ ਸਕਦਾ ਵੀ ਜਿਹੜੀ ਪੁਰਾਣੀ ਰੀਤ ਚੱਲਦੀ ਆਵੇ ਉਹਦੇ ਮੁਤਾਬਕ ਹੋ ਗਏ ਹੋਵਣ, ਉਹਨਾਂ ਦਾ ਜ਼ਿਕਰ ਨਹੀਂ। ਪਰ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਦੇ ਆਨੰਦ ਕਾਰਜ ਹੁੰਦੇ ਨੇ ਉਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਚੁਫੇਰੇ ਲਾਵਾਂ ਲੈ ਕੇ ਹੁੰਦੇ ਨੇ।
ਤਾਂ ਸਤਿਗੁਰੂ ਜੀ ਨੇ ਇੱਕ ਬਚਨ ਆਖਿਆ, ਬੇਟਾ ਕੋਈ ਚਾਹਤ ਹੈ, ਤੂੰ ਕੁਝ ਲੈਣਾ ਚਾਹੁੰਦਾ? ਤੇ ਹੱਥ ਜੋੜ ਕੇ ਕਹਿਣ ਲੱਗੇ, ਆਪਾਂ ਰੋਜ਼ ਸ਼ਬਦ ਪੜ੍ਹਦੇ ਆ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਿਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ। ਇੱਕੋ ਹੀ ਮੰਗ ਹੈ ਜੀ, ਮੇਰੇ ਹਿਰਦੇ ਵਿੱਚ ਨਾਮ ਦਾ ਪ੍ਰਗਾਸ਼ ਕਰ ਦਿਓ। ਇੱਕ ਸ਼ਬਦ ਆਉਂਦਾ ਬਾਣੀ ਵਿੱਚ, ਰਾਗ ਸ੍ਰੀ ਰਾਗ ਦੇ ਅੰਦਰ, ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ। ਹੇ ਮੇਰੇ ਪ੍ਰਭੂ ਜੀ, ਮੇਰੇ ਬਾਬਲ, ਮੇਰੇ ਪਿਤਾ ਗੁਰੂ ਅਮਰਦਾਸ ਸਾਹਿਬ ਜੀ, ਮੈਨੂੰ ਦਾਜ ਦੇ ਦਿਓ। ਮੈਨੂੰ ਵੀ ਦਾਜ ਚਾਹੀਦਾ। ਕਿਹੋ ਜਿਹਾ ਦਾਜ? ਹਰ ਕੱਪੜੋ ਹਰ ਸੋਭਾ ਦੇਵੋ, ਜਿਤ ਸਬਰੈ ਮੇਰਾ ਕੱਜ, ਕਿਰਪਾ ਕਰਕੇ ਮੈਨੂੰ ਕੱਪੜਾ ਦੇ ਦਿਓ। ਕੱਪੜਾ ਕਿਹੜਾ ਮੰਗਿਆ ਜੀ? ਗੁਰਬਾਣੀ ਕਹਿੰਦੀ ਪਰਮੇਸ਼ਰ ਦੇ ਘਰ ਵਿੱਚ ਆਓ। ਧੰਨ ਗੁਰੂ ਰਾਮਦਾਸ ਮਹਾਰਾਜ ਨੇ ਪਰਮੇਸ਼ਰ ਦੀ ਸਿਫਤ ਦਾ ਕੱਪੜਾ ਮੰਗਿਆ। ਦੁਨਿਆਵੀ ਕੱਪੜੇ ਪਾਉਨੇ ਆ ਤੇ ਲੈ ਜਾਂਦੇ ਨੇ, ਪਰ ਕਰਤੇ ਪੁਰਖ ਦੀ ਸਿਫਤੀ ਦਾ ਜਿਹੜਾ ਕੱਪੜਾ ਹੈ ਨਾ, ਇਹ ਮਨੁੱਖ ਦੀ ਇੱਥੇ ਵੀ ਪੱਤ ਟਕਦਾ ਹੈ ਤੇ ਦਰਗਾਹ ਵਿੱਚ ਵੀ ਪੱਤ ਟਕਦਾ ਹੈ। ਹੇ ਪਿਤਾ ਜੀ, ਮੈਨੂੰ ਰੱਬ ਦੀ ਸਿਫਤੀ ਦਾ ਕੱਪੜਾ ਦੇ ਦਿਓ। ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸੋਭਾ ਦੇਵੋ, ਜਿਤ ਸਬਰੈ ਮੇਰਾ ਕਾਜੋ। ਇਹਦੇ ਨਾਲ ਮੇਰੇ ਜਨਮ ਦਾ ਕਾਰਜ ਸਿੱਧ ਹੋ ਜਾਏਗਾ ਜਦੋਂ ਤੁਸੀਂ ਹਰੀ ਦੀ ਸ਼ੋਭਾ ਦਾ ਬਸਤਰ ਮੈਨੂੰ ਦੇ ਦਿਓਗੇ। ਇੱਕ ਬਚਨ ਆਉਂਦਾ ਬਾਣੀ ਦਾ ਜੀ, ਪ੍ਰੇਮ ਪਟੋਲਾ ਤੈ ਸਹਿ ਦਿੱਤਾ, ਢੱਕਣ ਕੂ ਪਤ ਮੇਰੀ। ਅੱਜ ਕੱਲ੍ਹ ਲੋਕ ਪਟੋਲਾ ਸ਼ਬਦ ਜਿਹੜਾ, ਇਹਦਾ ਬਹੁਤ ਗਲਤ ਇਹਦੀ ਵਰਤੋਂ ਕਰਦੇ ਨੇ ਜੀ। ਸ਼ਬਦ ਕੋਸ਼ ਅੰਦਰ ਪਟੋਲਾ ਕਿਹਨੂੰ ਕਹਿੰਦੇ ਜੀ? ਕੱਪੜੇ ਨੂੰ। ਔਰ ਪਟੋਲਾ ਉਹ ਕੱਪੜਾ ਹੁੰਦਾ ਜੀ ਰਾਜਸਥਾਨ ਦੇ ਅੰਦਰ, ਜਦੋਂ ਕਿਸੇ ਬੱਚੀ ਦਾ ਵਿਆਹ ਹੁੰਦਾ, ਉਹਨੂੰ ਜਿਹੜਾ ਉਹ ਸੂਹਾ ਬਸਤਰ ਪਹਿਨਾਇਆ ਜਾਂਦਾ, ਉਹਨੂੰ ਪਟੋਲਾ ਕਹਿੰਦੇ ਨੇ। ਜਿਹੜਾ ਉਹਦੇ ਆਨੰਦ ਕਾਰਜ ਵੇਲੇ ਜਿਹੜਾ ਬਸਤਰ ਉਹਨੂੰ ਪਾਇਆ ਜਾਂਦਾ। ਅੱਜ ਦੇ ਸਮੇਂ ਵਿੱਚ ਲੋਕਾਂ ਨੇ ਇਹਨਾਂ ਸ਼ਬਦਾਂ ਦੀ ਵਰਤੋਂ ਕਰਕੇ ਸਮਾਜ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ। ਸੁਣਨ ਵਾਲਿਆਂ ਨੇ ਉਸ ਤੋਂ ਵੱਡਾ ਬੇੜਾ ਗਰਕ ਕੀਤਾ। ਜਿਨ੍ਹਾਂ ਨੇ ਗਾਉਣਾ ਉਹਨਾਂ ਨੇ ਤੇ ਕੀਤਾ ਹੀ ਕੀਤਾ ਹੈ। ਗਾਉਣ ਵਾਲੇ ਤਾਂ ਹੀ ਗਾਉਂਦੇ ਨੇ ਜੇ ਸੁਣਨ ਵਾਲੇ ਸੁਣਦੇ ਨੇ। ਜੇ ਸੁਣਨ ਵਾਲੇ ਸੁਣਨਗੇ ਨਹੀਂ, ਇਹਨਾਂ ਲੋਕਾਂ ਤੋਂ ਦੂਰ ਰਹਿਣਗੇ, ਤੇ ਗਾਉਣ ਵਾਲਾ ਕਿਉਂ ਗਾਏਗਾ? ਪਰ ਪਟੋਲਾ ਸ਼ਬਦ, ਮੈਂ ਇਹਦੇ ਅਰਥ ਤੁਹਾਨੂੰ ਸਪਸ਼ਟ ਜੇ ਦੱਸ ਦਿਆਂ, ਇਹਦਾ ਮਤਲਬ ਹੁੰਦਾ ਕੱਪੜਾ, ਬਸਤਰ। ਤੇ ਸਤਿਗੁਰੂ ਜੀ ਕਹਿੰਦੇ ਪ੍ਰੇਮ ਪਟੋਲਾ ਤੈ ਸਹਿ ਦਿੱਤਾ, ਢੱਕਣ ਕੂ ਪਤ ਮੇਰੀ। ਹੇ ਮੇਰੇ ਵਾਹਿਗੁਰੂ, ਮੇਰੀ ਪੱਤ ਢੱਕਣ ਵਾਸਤੇ ਤੂੰ ਮੈਨੂੰ ਪ੍ਰੇਮ ਦਾ ਪਟੋਲਾ ਬਸਤਰ ਦਿੱਤਾ। ਇਹਦੇ ਨਾਲ ਲੋਕ ਤੇ ਪਰਲੋਕ ਵਿੱਚ ਤੂੰ ਮੇਰੀ ਪੱਤ ਕੱਜ ਲਈ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚੋਂ ਇਹ ਦਾਤ ਮੰਗੀ ਜੀ। 28 ਸਾਲ ਸੇਵਾ ਕੀਤੀ। ਉੱਥੇ ਇਤਿਹਾਸਕਾਰ ਕਹਿੰਦੇ ਨੇ, ਗਿਆਨੀ ਗਿਆਨ ਸਿੰਘ ਜੀ, 28 ਸਾਲ ਸੇਵਾ ਇਸ ਭਾਵ ਵਿੱਚ ਨਹੀਂ ਕੀਤੀ ਕਿ ਮੈਂ ਗੁਰੂ ਅਮਰਦਾਸ ਸਾਹਿਬ ਦਾ ਜਵਾਈ ਹਾਂ। ਸੇਵਾ ਇਸ ਭਾਵ ਵਿੱਚ ਕੀਤੀ ਕਿ ਮੈਂ ਇਸ ਘਰ ਦਾ ਸੇਵਕ ਹਾਂ, ਮੈਂ ਇਸ ਘਰ ਦਾ ਦਾਸ ਹਾਂ। ਦਾਸ ਬਣ ਕੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੇਵਾ ਕਰਦਿਆਂ ਕਰਦਿਆਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰਾਂ ਦੀ ਗੱਦੀ ਦੇ ਮਾਲਕ ਬਣ ਗਏ। ਜਿਹੜੀ ਗੱਦੀ ਉਹਨਾਂ ਦੇ ਪੁੱਤਰ ਨਾ ਲੈ ਸਕੇ, ਉਸ ਗੱਦੀ ਦੇ ਵਾਰਿਸ ਗੁਰੂ ਰਾਮਦਾਸ ਸਾਹਿਬ ਜੀ ਬਣੇ। ਇੱਕ ਬੜੀ ਪਿਆਰੀ ਘਟਨਾ ਹੈ ਸਤਿਗੁਰਾਂ ਦੇ ਇਤਿਹਾਸ ਦੀ। ਬਾਦਸ਼ਾਹ ਅਕਬਰ ਨੇ ਜਦੋਂ ਕੁਝ ਕਾਜੀ ਮਲਾਣੇ ਇਹਨਾਂ ਨੇ ਇਕੱਠਿਆਂ ਹੋ ਕੇ ਅਕਬਰ ਦੇ ਕੋਲ ਸ਼ਿਕਾਇਤ ਕਰ ਦਿੱਤੀ ਵੀ ਜਿਹੜੇ ਸਿੱਖ ਨੇ ਤੀਰਥਾਂ ਤੇ ਨਹੀਂ ਜਾਂਦੇ, ਇਹ ਗਾਇਤਰੀ ਮੰਤਰ ਨਹੀਂ ਪੜ੍ਹਦੇ। ਕਾਜੀ ਆਦਿਕ ਮਲਾਣੇ ਜਿਹੜੇ ਉਹ ਆਖੇ ਜੀ ਨਮਾਜ਼ ਨਹੀਂ ਪੜ੍ਹਦੇ। ਤੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਬਾਦਸ਼ਾਹ ਨੇ ਸੁਨੇਹਾ ਭੇਜਿਆ ਵੀ ਤੁਸੀਂ ਇਹਨਾਂ ਦੇ ਸ਼ੰਕੇ ਦੂਰ ਕਰੋ ਆ ਕੇ। ਉਦੋਂ ਬਾਦਸ਼ਾਹ ਲਾਹੌਰ ਆਇਆ ਸੀ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਭੇਜਿਆ ਵੀ ਤੁਸੀਂ ਜਾਓ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਪਾਤਸ਼ਾਹ ਮੈਨੂੰ ਤਾਂ ਕੁਝ ਆਉਂਦਾ ਨਹੀਂ, ਮੈਂ ਕੀ ਕਰਾਂਗਾ ਉੱਥੇ ਜਾ ਕੇ। ਤੇ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਜਦੋਂ ਸੱਜੇ ਪਾਸੇ ਵੇਖੋਗੇ ਨਾ, ਰਿੱਧੀਆਂ ਸਿੱਧੀਆਂ ਹੱਥ ਜੋੜ ਕੇ ਖਲੋਤੀਆਂ ਹੋਣਗੀਆਂ ਤੁਹਾਡੇ ਕੋਲ। ਸਤਿਗੁਰੂ ਜੀ ਦਾ ਫਰਮਾਨ ਹੈ ਨਾ, ਇਹ ਮਨ ਹਰਿ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਭਾਏ, ਹਰ ਕੀਆ ਸਦਾ ਸਦਾ ਵਡਿਆਈਆ ਦੇ ਨਾ ਪਛੋਤਾਏ।
ਜਿਨ੍ਹਾਂ ਨੇ ਬੰਦਗੀ ਕੀਤੀ ਆ ਰੱਬ ਦੇ ਘਰ ਵਿੱਚ, ਉਹਨਾਂ ਨੂੰ ਵਡਿਆਈਆਂ ਮਿਲਦੀਆਂ ਨੇ। ਕਿਹੜੀ ਵਡਿਆਈ ਨਹੀਂ ਮਿਲਦੀ ਉਹਨਾਂ ਨੂੰ? ਆ ਰਿੱਧੀਆਂ ਸਿੱਧੀਆਂ ਸਭ ਨਿਧਾਨ, 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਜਿੰਨੇ ਵੀ ਦੁਨੀਆ ਦੇ ਖਜ਼ਾਨੇ ਨੇ 18 ਸਿੱਧੀਆਂ ਪਰਮੇਸ਼ਰ ਨੇ ਹੱਥ ਦੀ ਤਲੀ ਤੇ ਰੱਖੀਆਂ ਹੋਈਆਂ ਨੇ। ਇਹਦਾ ਭਾਵ ਠਾਕੁਰ ਕਰ ਤਲ ਧਰਿਆ। ਕਰ ਨਾਮ ਹੁੰਦਾ ਹੱਥ ਦਾ, ਤਲ ਨਾਮ ਤਲੀ ਦਾ। ਰੱਬ ਨੇ ਆਪਣੇ ਹੱਥ ਦੀ ਤਲੀ ਉੱਪਰ ਆ ਸਭ ਨਿਧਾਨ, ਸਾਰੇ ਖਜ਼ਾਨੇ 18 ਸਿੱਧੀਆਂ ਰੱਖੀਆਂ। ਜਿਨ੍ਹਾਂ ਨੇ ਬੰਦਗੀ ਕੀਤੀ ਹੈ ਪਰਮੇਸ਼ਰ ਨੇ ਸਾਰਾ ਕੁਝ ਉਹਨਾਂ ਸਾਹਮਣੇ ਪ੍ਰਤੱਖ ਕਰ ਦਿੱਤਾ ਹੈ ਵੀ ਜਿੰਨਾ ਮਰਜ਼ੀ ਲੈ ਕੇ ਖਾਓ, ਪੁੰਚੋ, ਆਨੰਦ ਮਾਣੋ। ਤੇ ਭਗਤ ਜਨ ਰੱਬ ਦੀ ਦਿੱਤੀ ਦਾਤ ਨੂੰ ਪੁੰਚਦੇ ਤੇ ਆਨੰਦ ਵੀ ਮਾਣਦੇ ਨੇ। ਸਤਿਗੁਰੂ ਕਹਿੰਦੇ ਸੱਜੇ ਵੇਖੋਗੇ ਤੇ ਰਿੱਧੀਆਂ ਸਿੱਧੀਆਂ, ਖੱਬੇ ਵੇਖੋਗੇ ਦੁਨੀਆ ਦੇ तमाम ਸ਼ਾਸਤਰਾਂ ਦਾ ਗਿਆਨ ਤੁਹਾਡੇ ਸਨਮੁਖ ਹੱਥ ਜੋੜ ਕੇ ਖਲੋਤਾ ਹੋਵੇਗਾ। ਪਾਤਸ਼ਾਹ ਜੀ ਲਾਹੌਰ ਗਏ, ਚਰਚਾ ਹੋਈ, ਅਕਬਰ ਦਾ ਸਿਰ ਝੁਕ ਗਿਆ ਤੇ ਜਾਂਦੀ ਵਾਰ ਕਹਿੰਦਾ ਕਿ ਜਾ ਕੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਮੇਰਾ ਮੱਥਾ ਟੇਕ ਦੇਣਾ। ਕਾਜੀ ਮਲਾਣੇ ਉਹਨਾਂ ਦਾ ਸ਼ੰਕਾ ਨਿਵਰਤ ਹੋਇਆ ਤੇ ਸਾਰੇ ਸ਼ਰਮਿੰਦੇ ਹੋ ਕੇ ਨਿਕਲ ਗਏ। ਕਿਸੇ ਨੂੰ ਸਵਾਲ ਦਾ ਜਵਾਬ ਨਹੀਂ ਜੀ ਆਇਆ। ਜਦੋਂ ਗੁਰੂ ਰਾਮਦਾਸ ਸਾਹਿਬ ਜੀ ਉੱਥੋਂ ਵਾਪਸ ਜਾਣ ਲੱਗੇ, ਬਾਜ਼ਾਰ ਵਿੱਚ ਗਏ ਤੇ ਸੋਚਣ ਲੱਗੇ ਵੀ ਜੇ ਗੁਰੂ ਸਾਹਿਬ ਨੇ ਪੁੱਛ ਲਿਆ ਵੀ ਲਾਹੌਰ ਗਿਆ ਸੀ ਤੇ ਮੇਰੇ ਲਈ ਕੀ ਲਿਆਇਆ ਤੇ ਕੀ ਆਖਾਂਗਾ ਮੈਂ। ਬਾਜ਼ਾਰ ਵਿੱਚ ਨਾ ਕੱਪੜਾ ਵਿਕਦਾ ਸੀ, ਸੋਚਿਆ ਵੀ ਮਨਾ ਕਿਉਂ ਨਾ ਇਹ ਕੱਪੜਾ ਲੈ ਲਵਾਂ। ਜਦੋਂ ਪੁੱਛਿਆ ਤੇ ਕੱਪੜਾ ਮਹਿੰਗਾ ਸੀ ਤੇ ਜੇਬ ਵਿੱਚ ਪੈਸੇ ਕੋਈ ਨਹੀਂ ਸੀ। ਤੇ ਉਥੇ ਨਾ ਹੱਥ ਜੋੜ ਕੇ ਤੇ ਧਿਆਨ ਧਾਰ ਲਿਆ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦਾ। ਧਿਆਨ ਧਾਰਿਆ। ਤਾਂ ਹੀ ਆਪਾਂ ਕਹਿੰਦੇ ਆ ਵੀ ਜਦੋਂ ਗੁਰੂ ਕੋਲ ਬੈਠੀਏ ਤੇ ਸੁਰਤ ਗੁਰੂ ਵਿੱਚ ਹੋਣੀ ਚਾਹੀਦੀ ਹੈ, ਫਿਰ ਹਾਜ਼ਰੀ ਲੱਗਦੀ ਹੈ ਨਾ। ਗੁਰੂ ਰਾਮਦਾਸ ਸਾਹਿਬ ਜੀ ਨੇ ਧਿਆਨ ਧਾਰਿਆ। ਧਿਆਨ ਧਾਰ ਕੇ ਨਾ ਕੱਪੜਾ ਖਰੀਦ ਲਿਆ। ਧਿਆਨ ਵਿੱਚ ਕੱਪੜਾ ਖਰੀਦਿਆ, ਉਸ ਕੱਪੜੇ ਨੂੰ ਸੀ ਲਿਆ, ਜਾਮਾ ਬਣਾ ਕੇ, ਚੋਲਾ ਬਣਾ ਕੇ ਤੇ ਗੁਰੂ ਅਮਰਦਾਸ ਸਾਹਿਬ ਨੂੰ ਪਹਿਨਾ ਦਿੱਤਾ ਧਿਆਨ ਵਿੱਚ ਹੀ। ਤੇ ਮਹਾਰਾਜ ਜੀ ਗੋਇੰਦਵਾਲ ਸਾਹਿਬ ਤਖਤ ਤੇ ਬੈਠੇ, ਕਦੇ ਸੱਜੀ ਬਾਂਹ ਉੱਪਰ ਕਰਨ, ਕਦੇ ਖੱਬੀ ਬਾਂਹ ਉੱਪਰ ਕਰਨ, ਕਦੇ ਲੱਕ ਸੱਜੇ ਨੂੰ, ਕਦੇ ਖੱਬੇ ਨੂੰ ਕਰਨ। ਤੇ ਸਿੱਖ ਕਹਿੰਦੇ ਮਹਾਰਾਜ ਕੀ ਹੋਇਆ ਜੇ? ਪਾਤਸ਼ਾਹ ਕਹਿੰਦੇ ਵੀ ਚੋਲਾ ਪਹਿਨ ਰਹੇ ਆ। ਹੁਣ ਉਹ ਗੱਲ ਸਿੱਖਾਂ ਨੂੰ ਸਮਝ ਨਾ ਆਵੇ ਵੀ ਚੋਲਾ ਕਿਹੜਾ ਪਹਿਨ ਰਹੇ ਨੇ ਮਹਾਰਾਜ। ਕਹਿੰਦੇ ਵੀ ਚੋਲਾ ਪਹਿਨ ਰਹੇ ਆ। ਗੁਰੂ ਦੀ ਗੱਤ ਗੁਰੂ ਜਾਣੇ, ਉਹਦੀ ਕਲਾ ਨੂੰ ਕੋਈ ਨਹੀਂ ਸਮਝ ਸਕਦਾ। ਉਹ ਚੋਲਾ ਪਹਿਨਾ ਕੇ ਤੇ ਮਹਾਰਾਜ ਜੀ ਅੱਗੇ ਆ ਗਏ। ਅੱਗੇ ਬੇਮੌਸਮਾ ਜਿਹੜਾ ਅੰਬ ਵਿਕਦਾ ਸੀਗਾ ਤੇ ਜੇਬ ਦੇ ਵਿੱਚ ਵੇਖਿਆ ਵੀ ਮੇਰੇ ਕੋਲ ਟਕਾ ਹੈ ਵੀ ਚਲੋ ਗੱਲ ਬਣ ਜਾਏਗੀ, ਅੰਬ ਤੇ ਮਿਲ ਹੀ ਜਾਣਾ। ਉਹ ਬੇਮੌਸਮਾ ਨਾ ਅੰਬ ਲੈ ਲਿਆ। ਅੰਬ ਲੈ ਕੇ ਚੱਲ ਪਏ। ਸਾਰਾ ਦਿਨ ਨਿਕਲ ਗਿਆ ਚਲਦਿਆਂ ਚਲਦਿਆਂ। ਰਾਹ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ ਨੇੜੇ ਆ ਕੇ ਰਾਤ ਪੈ ਗਈ। ਨਗਰ ਵਿੱਚ ਰੁਕ ਗਏ। ਸਵੇਰ ਹੋਈ, ਜਦੋਂ ਚੱਲਣ ਲੱਗੇ ਤੇ ਉਹ ਅੰਬ ਜਿਹੜਾ ਸੀ ਨਾ ਗਰਮੀ ਕਰਕੇ ਉਹਦੇ ਵਿੱਚੋਂ ਰਸ ਨਿਕਲਣ ਲੱਗ ਪਿਆ। ਹੱਥ ਦੀ ਗਰਮੀ ਨਾਲ ਉਹ ਅੰਬ ਜਿਹੜਾ ਸੀ ਜ਼ਿਆਦਾ ਪੱਕ ਗਿਆ। ਆਖਣ ਲੱਗੇ ਮਨਾ ਇਹ ਗੋਇੰਦਵਾਲ ਸਾਹਿਬ ਤੱਕ ਜਾਂਦਿਆਂ ਜਾਂਦਿਆਂ ਖਰਾਬ ਹੋ ਜਾਣਾ ਵੀ ਕਿਉਂ ਨਾ ਇੱਥੋਂ ਹੀ ਭੇਟ ਕਰਦੇ ਆ ਮਹਾਰਾਜ ਨੂੰ। ਹੁਣ ਵੇਖੋ ਭੇਟ ਕਿਵੇਂ ਕੀਤਾ। ਸਤਿਗੁਰਾਂ ਦਾ ਧਿਆਨ ਧਾਰਿਆ, ਅੰਬ ਆਪ ਖਾਣ ਲੱਗ ਪਏ। ਧਿਆਨ ਸਤਿਗੁਰਾਂ ਦਾ ਧਾਰਿਆ, ਅੰਬ ਆਪ ਖਾਣ ਲੱਗ ਪਏ। ਸਤਿਗੁਰਾਂ ਨੇ ਅੰਬ ਖਾਧਾ, ਗੁਰੂ ਅਮਰਦਾਸ ਸਾਹਿਬ ਜੀ ਨੂੰ ਛਕਾ ਦਿੱਤਾ। ਤੇ ਇੱਧਰ ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ ਕਰਦੇ ਹੁੰਦੇ ਸਨ ਇੱਕ ਸਿੱਖ ਭਾਈ ਬੱਲੂ ਜੀ। ਮਹਾਰਾਜ ਨੇ ਨਾ ਗਿਟਕ ਦੇ ਦਿੱਤੀ ਭਾਈ ਬੱਲੂ ਨੂੰ, ਲੈ ਭਾਈ ਬੱਲੂ ਇਹ ਨਾ ਸੰਭਾਲ ਕੇ ਰੱਖ ਲੈ, ਮੰਗਾਂਗੇ ਤੇਰੇ ਕੋਲੋਂ ਜਦੋਂ ਸਮਾਂ ਆਵੇਗਾ। ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਵਾਪਸ ਜਦੋਂ ਦਰਬਾਰ ਦੇ ਵਿੱਚ ਆਏ, ਨਮਸਕਾਰ ਕੀਤੀ ਤੇ ਗੁਰੂ ਅਮਰਦਾਸ ਸਾਹਿਬ ਜੀ ਪੁੱਛਣ ਲੱਗੇ ਪੁਰਖਾ ਕੀ ਲੈ ਕੇ ਆਇਆ? ਲਾਹੌਰ ਏਡੇ ਵੱਡੇ ਸ਼ਹਿਰ 'ਚ ਗਿਆ ਸੀ ਵੀ ਸਾਡੇ ਲਈ ਲਿਆਇਆ ਕੁਝ? ਕਹਿੰਦੇ ਪਾਤਸ਼ਾਹ ਇੱਕ ਚੋਲਾ ਖਰੀਦਿਆ ਸੀ, ਉਹ ਭੇਟ ਕੀਤਾ ਸੀ ਤੁਹਾਨੂੰ। ਪਾਤਸ਼ਾਹ ਕਹਿੰਦੇ ਉਹ ਪਹਿਨ ਲਿਆ ਮੈਂ, ਉਹ ਚੋਲਾ ਪਹਿਨ ਲਿਆ। ਹੁਣ ਗੱਲ ਸਿੱਖਾਂ ਨੂੰ ਸਮਝ ਆਈ ਵੀ ਮਹਾਰਾਜ ਜੀ ਜਦੋਂ ਕਹਿੰਦੇ ਸਨ ਵੀ ਚੋਲਾ ਪਹਿਨ ਰਿਹਾ, ਉਹ ਗੱਲ ਹੁਣ ਸਮਝ ਆਈ। ਕਹਿੰਦੇ ਜੀ ਚੋਲਾ ਪਾ ਲਿਆ ਮੈਂ। ਤੇ ਕਹਿੰਦੇ ਪਾਤਸ਼ਾਹ ਫਿਰ ਇੱਕ ਅੰਬ ਵੀ ਭੇਟਾ ਕੀਤਾ ਸੀ। ਰਾਹ ਵਿੱਚ ਆਂਦਿਆਂ ਆਂਦਿਆਂ ਉਹ ਅੰਬ ਜਿਹੜਾ ਬੇਮੌਸਮਾ ਹੋਣ ਕਰਕੇ ਰਿਸਣ ਲੱਗ ਪਿਆ ਤੇ ਮੈਂ ਛਕ ਲਿਆ
ਪਰ ਭੇਟ ਤੁਹਾਨੂੰ ਕੀਤਾ, ਉਹ ਛਕਾਇਆ ਮੈਂ ਤੁਹਾਨੂੰ ਹੀ ਆ, ਧਿਆਨ ਧਰ ਕੇ। ਤੇ ਸਤਿਗੁਰੂ ਭਾਈ ਬੱਲੂ ਨੂੰ ਕਹਿੰਦੇ, ਲਿਆ ਭਾਈ ਬੱਲੂ ਜਰਾ ਗਿਟਕ ਲਿਆ ਕੇ ਮੂਹਰੇ ਰੱਖ ਦਿੱਤੀ। ਤੇ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਪੁਰਖਾ ਆ ਜਿਹੜੀ ਭੇਟਾ ਤੂੰ ਸਾਨੂੰ ਭੇਟ ਕੀਤੀ ਸੀ ਨਾ, ਅਸੀਂ ਪ੍ਰਵਾਨ ਕਰ ਲਈ ਹੈ। ਆ ਜਿਹੜੀ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਭੋਗ ਲੱਗਦਾ ਹੈ ਨਾ, ਇਹ ਇਦਾਂ ਪ੍ਰਵਾਨ ਹੁੰਦੀ ਹੈ। ਅੱਜ ਕੱਲ੍ਹ ਤਾਂ ਕਿੰਤੂ ਪਰੰਤੂ ਕਰਨ ਵਾਲੇ ਕਹਿ ਦਿੰਦੇ ਜੀ ਵੀ ਇਹਨੂੰ ਕਿਹੜਾ ਮਹਾਰਾਜ ਛਕਦੇ ਨੇ। ਇਹ ਗੱਲ ਤੀਸਰੇ ਜਾਮੇ ਵਿੱਚ ਹੀ ਸਾਬਤ ਕਰ ਦਿੱਤੀ ਸੀ ਮਹਾਰਾਜ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੇ ਗੁਰੂ ਰਾਮਦਾਸ ਸਾਹਿਬ ਨੇ। ਜਿਹੜਾ ਇਹ ਭੋਗ ਲੱਗਦਾ ਨਾ, ਇਹ ਸਾਰਾ ਕੁਝ ਸਤਿਗੁਰਾਂ ਨੂੰ ਪਹੁੰਚਦਾ। ਤੇ ਜਿਹੜੇ ਗੁਰਸਿੱਖ ਲੰਗਰ ਛਕਦੇ ਨੇ, ਜਦੋਂ ਲੰਗਰ ਨੂੰ ਭੋਗ ਲੱਗਦਾ ਹੈ, ਇੱਕ ਦਿਨ ਸਿੱਖ ਗੁਰੂ ਅਮਰਦਾਸ ਸਾਹਿਬ ਜੀ ਨੂੰ ਕਹਿਣ ਲੱਗੇ, ਪਾਤਸ਼ਾਹ ਤੁਸੀਂ ਛਕਦੇ ਹੋ ਓਗਰਾ, ਤੇ ਤੁਹਾਡੇ ਲੰਗਰਾਂ ਵਿੱਚ 36 ਪ੍ਰਕਾਰ ਦੇ ਪਕਵਾਨ ਚੱਲਦੇ ਨੇ, ਤੇ ਸਾਨੂੰ ਚੰਗਾ ਜਿਹਾ ਨਹੀਂ ਲੱਗਦਾ ਵੀ ਗੁਰੂ ਸਾਡਾ ਓਗਰਾ ਖਾਵੇ ਤੇ ਅਸੀਂ 36 ਪ੍ਰਕਾਰ ਦੇ ਪਕਵਾਨ ਖਾਈਏ, ਇਹ ਨਹੀਂ ਸਾਨੂੰ ਪਸੰਦ। ਪਾਤਸ਼ਾਹ ਕਹਿੰਦੇ, ਕੋਈ ਨਹੀਂ, ਤੁਹਾਡਾ ਸ਼ੰਕਾ ਇਹ ਵੀ ਦੂਰ ਕਰ ਦਿਆਂਗੇ। ਗੁਰੂ ਸਾਹਿਬ ਜੀ ਨੇ ਜਦੋਂ ਓਗਰਾ ਛਕਿਆ ਤੇ ਚੂਲਾ ਕੀਤਾ, ਚੂਲਾ ਕਰਕੇ ਨਾ ਸਿੱਖ ਸੱਦ ਲਏ ਮਹਾਰਾਜ ਨੇ। ਸਿੱਖ ਸੱਦ ਕੇ ਕਹਿਣ ਲੱਗੇ ਵੀ ਆਹ ਵੇਖੋ ਜ਼ਮੀਨ ਦੇ ਉੱਪਰ ਵੇਖੋ ਕਿਹੜੇ ਕਿਹੜੇ ਕਣ ਡਿੱਗੇ ਹੋਏ ਨੇ। ਚੂਲਾ ਕਰੋਗੇ ਤੇ ਸੁਭਾਵਿਕ ਜੋ ਦੰਦਾਂ ਵਿੱਚ ਹੋਏਗਾ ਉਹ ਨਿਕਲੇਗਾ ਜ਼ਰੂਰ। ਮਹਾਰਾਜ ਕਹਿੰਦੇ, ਵੇਖੋ ਜ਼ਮੀਨ ਤੇ ਕਿਹੜੇ ਕਿਹੜੇ ਅੰਨ ਦੇ ਕਣ ਡਿੱਗੇ ਹੋਏ ਨੇ। ਜਦੋਂ ਸਿੱਖ ਵੇਖਣ ਲੱਗੇ, ਕਹਿੰਦੇ ਪਾਤਸ਼ਾਹ ਇਹ ਤਾਂ ਉਹੀ ਕਣ ਜਾਪਦੇ ਨੇ ਜੋ ਲੰਗਰਾਂ ਵਿੱਚ ਵਰਤਦਾ। ਪਾਤਸ਼ਾਹ ਕਹਿੰਦੇ, ਜੋ ਮੇਰੇ ਸਿੱਖ ਲੰਗਰ ਛਕਦੇ ਨੇ ਨਾ, ਉਹ ਮੇਰੇ ਤਾਈਂ ਪਹੁੰਚਦਾ। ਕਦੋਂ? ਜਦੋਂ ਗੁਰਸਿੱਖ ਲੰਗਰ ਛਕਣ ਤੋਂ ਪਹਿਲਾਂ ਵਾਹਿਗੁਰੂ ਕਹਿੰਦੇ ਨੇ ਤੇ ਭੋਜਨ ਦੀ ਬੁਰਕੀ ਮੁਖ ਵਿੱਚ ਪਾਉਂਦੇ ਨੇ, ਉਹ ਮੇਰੇ ਤਾਈਂ ਪਹੁੰਚਦਾ। ਤੁਸੀਂ ਇਹ ਨਾ ਸੋਚੋ ਵੀ ਮੈਂ ਇਕੱਲਾ ਓਗਰਾ ਛਕਦਾ, ਜੋ ਮੇਰੇ ਗੁਰਸਿੱਖ ਛਕਦੇ ਨੇ ਉਹ ਮੈਂ ਵੀ ਛਕਦਾ ਆ। ਕੜਾਹ ਪ੍ਰਸ਼ਾਦ ਹੋਵੇ, ਗੁਰੂ ਕਾ ਲੰਗਰ ਹੋਵੇ, ਇਹ ਸਾਰਾ ਕੁਝ ਮਹਾਰਾਜ ਪ੍ਰਵਾਨ ਕਰਦੇ ਨੇ। ਇਹ ਸਭ ਸਤਿਗੁਰਾਂ ਦੇ ਰਸਨੀ ਲਾਇਕ ਹੁੰਦਾ, ਗੁਰੂ ਸਾਹਿਬ ਜੀ ਇਹਨੂੰ ਪ੍ਰਵਾਨ ਕਰਦੇ ਨੇ। ਇਸ ਵਾਸਤੇ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਦੀ ਬੜੀ ਵੱਡੀ ਵਡਿਆਈ ਹੈ। ਆਓ ਜਿਹੜੀ ਬੇਨਤੀ ਦਾਸ ਨੇ ਕੀਤੀ ਸੀ, ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਰਾਜ ਤੇ ਜੋਗ ਦਾ ਤਖਤ ਕਿੱਦਾਂ ਦਾ ਹੁੰਦਾ ਹੈ? ਭਾਈ ਸੰਤੋਖ ਸਿੰਘ ਹੋਰਾਂ ਨੇ ਲਿਖਿਆ, ਸਾਰੀਆਂ ਸੰਗਤਾਂ ਆਪਣੀ ਸੁਰਤੀ ਬਿਰਤੀ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ ਜੋੜੋ। ਇੱਕ ਵਾਰੀ ਰਸਨਾ ਵੀ ਪਵਿੱਤਰ ਕਰੋ, ਪਿਆਰ ਨਾਲ ਜਪੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਇਕ ਓੰਕਾਰ ਸਤਿਗੁਰ ਪ੍ਰਸਾਦ, ਦੋਹਰਾ ਸਿੰਘਾਸਨ ਸੰਤੋਖ ਪਰ, ਸਤ ਛਤਰ ਅਬਰਾਮ। ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਗੁਰੂ ਰਾਮਦਾਸ ਸਾਹਿਬ ਜੀ ਸਿੰਘਾਸਣ ਤੇ ਬੈਠੇ। ਜਦੋਂ ਗੁਰੂ ਅਮਰਦਾਸ ਸਾਹਿਬ ਜੀ ਨੇ ਉਹਨਾਂ ਨੂੰ ਗੁਰਤਾ ਗੱਦੀ ਦਿੱਤੀ, ਤਾਂ ਹੁਣ ਸਿੰਘਾਸਣ ਕਿਹੜਾ ਸੀ? ਬਾਹਰੋਂ ਵੇਖੀਏ ਤੇ ਪਲੰਘ ਡਸਿਆ ਹੋਵੇਗਾ, ਪਲੰਘ ਦੇ ਉੱਪਰ ਵਿਛਾਣਾ ਹੋਵੇਗਾ, ਉਪਾਦਾਨ ਪਿਆ ਹੋਵੇਗਾ, ਤਕੀਆ ਪਿਆ ਹੋਵੇਗਾ ਵੱਡਾ। ਪਰ ਅਸਲ ਕਹਿੰਦੇ ਸਿੰਘਾਸਣ ਕਿਹੜਾ? ਗੁਰੂ ਰਾਮਦਾਸ ਮਹਾਰਾਜ ਦਾ ਸਿੰਘਾਸਣ ਸੰਤੋਖ। ਕਹਿੰਦੇ ਸੰਤੋਖ ਦਾ ਸਿੰਘਾਸਣ ਹੈ, ਜਿਹਨੂੰ ਕਹਿੰਦੇ ਰਾਜ ਤੇ ਜੋਗ ਦਾ ਤਖਤ। ਸਿੰਘਾਸਣ ਸੰਤੋਖ ਦਾ। ਸੰਤੋਖ ਕੀ ਹੁੰਦਾ ਜੀ? ਸੰਤੋਖ ਦਾ ਮਤਲਬ ਹੈ ਜੋ ਮੈਨੂੰ ਮਿਲ ਗਿਆ ਉਹ ਬਹੁਤ ਹੈ, ਇਹ ਸੰਤੋਖ ਹੁੰਦਾ ਹੈ। ਜਿੰਨਾ ਕੁ ਮਿਲ ਜਾਏ ਜੀ ਉਹਦੇ ਵਿੱਚ ਖੁਸ਼ ਹੋ ਜਾਣਾ, ਭਾਵੇਂ ਥੋੜਾ ਮਿਲਿਆ ਭਾਵੇਂ ਜ਼ਿਆਦਾ ਮਿਲਿਆ। ਲਾਲਚ ਨਾ ਕਰਨਾ। ਜਦੋਂ ਸਾਨੂੰ ਕੋਈ ਵਸਤੂ ਨਹੀਂ ਮਿਲਦੀ, ਦੁੱਖ ਸਾਨੂੰ ਉਸੇ ਚੀਜ਼ ਦਾ ਹੁੰਦਾ। ਜਦੋਂ ਕੋਈ ਵਸਤੂ ਮਿਲ ਜਾਂਦੀ ਹੈ ਸਾਨੂੰ, ਉਹਦੀ ਸਾਨੂੰ ਖੁਸ਼ੀ ਹੁੰਦੀ ਹੈ। ਪਰ ਜਿਹੜੇ ਸੰਤੋਖੀ ਪੁਰਖ ਹੁੰਦੇ ਨੇ, ਅਗਰ ਕੋਈ ਵਸਤੂ ਮਿਲ ਗਈ ਹੈ ਉਹ ਉਹਦੇ ਵਿੱਚ ਵੀ ਖੁਸ਼ ਨੇ, ਜੇ ਨਹੀਂ ਮਿਲੀ ਤਾਂ ਉਹਦੇ ਵਿੱਚ ਵੀ ਖੁਸ਼ ਨੇ। ਅਕਾਲ ਪੁਰਖ ਦਾ ਸ਼ੁਕਰਾਨਾ ਕਰ ਦਿੰਦੇ ਨੇ। ਯਥਾ ਲਾਭ ਤਥਾ ਸੰਤੁਸ਼ਟ। ਤੇ ਜਿਹੋ ਜਿਹਾ ਲਾਭ ਪ੍ਰਾਪਤ ਹੋ ਜਾਏ ਉਹਦੇ ਵਿੱਚ ਖੁਸ਼ ਰਹਿਣਾ, ਪ੍ਰਸੰਨ ਰਹਿਣਾ, ਇਹਨੂੰ ਸੰਤੋਖ ਕਹਿੰਦੇ ਨੇ। ਭਾਈ ਸਾਹਿਬ ਜੀ ਕਹਿੰਦੇ ਗੁਰੂ ਰਾਮਦਾਸ ਮਹਾਰਾਜ ਜੀ ਸੰਤੋਖ ਦੇ ਸਿੰਘਾਸਣ ਤੇ ਬਹਿੰਦੇ ਨੇ। ਹੁਣ ਜਦੋਂ ਰਾਜਾ ਤਖਤ ਤੇ ਬਹਿੰਦਾ, ਸਿੰਘਾਸਣ ਤੇ ਬਹਿੰਦਾ,
ਉਹਦੇ ਸਿਰ ਤੇ ਛਤਰ ਵੀ ਝੂਲਦਾ ਹੁੰਦਾ ਹੈ। ਸਤ ਛਤਰ ਅਭਿਰਾਮ, ਗੁਰੂ ਰਾਮਦਾਸ ਮਹਾਰਾਜ ਦੇ ਸੀਸ ਦੇ ਉੱਪਰ ਸਤ ਦਾ ਛਤਰ ਝੂਲਦਾ, ਸਤ ਦਾ ਛਤਰ। ਕਿਉਂਕਿ ਦੁਨੀਆ ਦੇ ਛਤਰ ਝੂਲਦੇ ਨੇ, ਟੁੱਟ ਜਾਂਦੇ ਨੇ, ਨਸ਼ਟ ਹੋ ਜਾਂਦੇ ਨੇ, ਪਰ ਜਿਹੜਾ ਸਤ ਦਾ ਛਤਰ ਹੈ ਨਾ, ਇਹ ਕਦੇ ਨਸ਼ਟ ਨਹੀਂ ਹੁੰਦਾ, ਇਹ ਜੁਗੋ ਜੁਗ ਅਟਲ ਰਹਿੰਦਾ। ਔਰ ਗੁਰੂ ਰਾਮਦਾਸ ਮਹਾਰਾਜ ਜੀ ਦੀ ਜਿਹੜੀ ਪਾਤਸ਼ਾਹੀ ਹੈ ਇਹ ਸਦੀਵੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਕਾਇਮ ਦਾਇਮ ਸਦਾ ਪਾਤਸ਼ਾਹੀ, ਰੱਬ ਦੀ ਪਾਤਸ਼ਾਹੀ ਸਦਾ ਕਾਇਮ ਰਹਿਣ ਵਾਲੀ ਹੈ। ਦੁਨੀਆ ਦੇ ਵੱਡੇ ਵੱਡੇ ਰਾਜੇ ਧਰਤੀ ਤੇ ਆਏ ਤੇ ਧਰਤੀ ਤੋਂ ਚਲੇ ਗਏ। ਹੈ ਕੋਈ ਰਾਜਾ ਇਸ ਧਰਤੀ ਉੱਪਰ? ਆ ਰਾਜਾ ਮਾਨ ਸਿੰਘ ਰਾਜਸਥਾਨ ਚਲੇ ਜਾਓ ਜੀ, ਬੜੇ ਬੜੇ ਵੱਡੇ ਕਿਲੇ ਉਹਦੇ ਬਣੇ ਹੋਏ ਰਾਜੇ ਮਾਨ ਸਿੰਘ ਦੇ, ਖੰਡਰ ਬਣੇ ਪਏ ਨੇ। ਕਿੱਥੇ ਰਾਜੇ ਤੇ ਕਿੱਥੇ ਉਹਨਾਂ ਮਹਿਲਾਂ ਦੇ ਨਗਾਰਚੀ, ਉਹਨਾਂ ਮਹਿਲਾਂ ਵਿੱਚ ਰਹਿਣ ਵਾਲੇ ਬਾਦਸ਼ਾਹ, ਬਾਦਸ਼ਾਹਾਂ ਦੇ ਕਮਾਂਡਰ ਕਿੱਥੇ ਗਏ? ਕੋਈ ਨਹੀਂ ਰਿਹਾ। ਪਰ ਇੱਕ ਬੰਗਲਾ ਅੱਜ ਵੀ ਸੁਸ਼ੋਭਿਤ ਹੈ। ਦਿੱਲੀ ਚਲੇ ਜਾਓ ਤੁਸੀਂ, ਉਹ ਬੰਗਲਾ ਜੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਉਸ ਬੰਗਲੇ 'ਚ ਚਰਨ ਨਾ ਪਾਉਂਦੇ, ਉਹ ਬੰਗਲਾ ਵੀ ਖੰਡਰ ਬਣ ਜਾਣਾ ਸੀ। ਰਾਜੇ ਜੈ ਸਿੰਘ ਸਵਾਈ ਦੇ ਬੰਗਲੇ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਚਰਨ ਪਾਏ, ਉਹ ਬੰਗਲੇ ਤੋਂ ਬੰਗਲਾ ਸਾਹਿਬ ਬਣ ਗਿਆ, ਜਿੱਥੇ ਜਾ ਕੇ ਆਪਾਂ ਸੀਸ ਝੁਕਾਉਂਦੇ ਆ। ਔਰ ਇਹ ਬੰਗਲਾ ਜੁਗੋ ਜੁਗ ਟਲ ਰਹੇਗਾ। ਬਾਕੀ ਤਾਂ ਇਹਨਾਂ ਬਾਦਸ਼ਾਹਾਂ ਦੇ ਬੰਗਲੇ ਖੰਡਰ ਬਣ ਗਏ ਨੇ, ਪਰ ਜਿਸ ਬੰਗਲੇ ਵਿੱਚ ਮੇਰਾ ਪਾਤਸ਼ਾਹ ਆ ਕੇ ਬੈਠਾ ਹੈ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਇਹ ਬੰਗਲਾ ਜੁਗੋ ਜੁਗ ਟਲ ਹੈ, ਇਹ ਬੰਗਲਾ ਖੰਡਣ ਵਾਲਾ ਨਹੀਂ। ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਸੀਸ ਦੇ ਉੱਪਰ ਸਤ ਦਾ ਛਤਰ ਝੂਲਦਾ ਹੈ। ਸਤਨਾਮ ਸਤਨਾਮ ਝੰਡਾ ਤੁਰਤ ਰਾਜ ਸਤਿਗੁਰ ਰਾਮ। ਰਾਜੇ ਦੇ ਘਰ ਦੇ ਵਿੱਚ, ਮਹਿਲਾਂ ਦੇ ਉੱਪਰ, ਮਹਿਲਾਂ ਦੇ ਬਾਹਰ ਰਾਜੇ ਦੀ ਫੌਜ ਵਿੱਚ ਝੰਡੇ ਝੂਲਦੇ ਹੁੰਦੇ ਨੇ। ਕਹਿੰਦੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਝੰਡਾ ਝੂਲਦਾ ਜੇ, ਜਿੱਥੇ ਵੀ ਝਾਤੀ ਮਾਰੋਗੇ। ਆ ਨਿਸ਼ਾਨ ਸਾਹਿਬ ਝੂਲਦੇ ਨਾ ਜਿਹੜੇ, ਇਹ ਨਿਸ਼ਾਨ ਸਾਹਿਬ ਪਰਮੇਸ਼ਰ ਦੀ ਯਾਦ ਦਿਲਾਉਂਦੇ ਨੇ, ਅਕਾਲ ਪੁਰਖ ਦੀ ਯਾਦ ਦਿਲਾਉਂਦੇ ਨੇ, ਕਿਉਂਕਿ ਇਹ ਨਿਸ਼ਾਨ ਸੰਬੰਧਿਤ ਹੀ ਅਕਾਲ ਪੁਰਖ ਦੇ ਨਾਮ। ਜਿੱਥੇ ਸਤ ਸੰਗਤ ਹੋਵੇਗੀ ਉੱਥੇ ਝੰਡੇ ਜ਼ਰੂਰ ਝੂਲਦੇ ਹੋਣਗੇ। ਤਾਂ ਅਸਲੀ ਝੰਡਾ ਕਿਹੜਾ ਹੈ? ਗੁਰੂ ਰਾਮਦਾਸ ਮਹਾਰਾਜ ਜੀ ਦਾ, ਪਰਮੇਸ਼ਰ ਦੇ ਨਾਮ ਦਾ। ਤੇ ਸਾਹਿਬਾਂ ਨੇ ਆਪਣੀ ਬਾਣੀ ਵਿੱਚ ਫਰਮਾਨ ਵੀ ਕੀਤਾ, ਜਿਨੀ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਗ ਆਏ ਰਾਮ ਰਾਜੇ। ਇਹ ਕਥਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਹੈ। ਇਹ ਛੰਤ ਕਦੋਂ ਉਚਾਰੇ ਜੀ? ਤੁਹਾਡੇ ਚੋਂ ਗੁਰਸਿੱਖ ਆਸਾ ਦੀ ਵਾਰ ਦਾ ਪਾਠ ਕਰਦੇ ਹੋਣਗੇ, ਕਈ ਸੁਣਦੇ ਹੋਣਗੇ। ਆਸਾ ਦੀ ਵਾਰ ਤੋਂ ਪਹਿਲਾਂ ਛੰਤ ਨੇ 24 ਜਿਹੜੇ ਮਹਾਰਾਜ ਨੇ ਸ਼ਲੋਕ ਪੌੜੀਆਂ ਦੇ ਨਾਲ ਸੁਸ਼ੋਭਿਤ ਕੀਤੇ ਨੇ, ਉਹਨਾਂ ਤੇ 24 ਛੰਤਾਂ ਦੀਆਂ ਪੌੜੀਆਂ ਨੇ। ਜਦੋਂ ਗੁਰੂ ਰਾਮਦਾਸ ਮਹਾਰਾਜ ਗੁਰਤਾ ਗੱਦੀ ਬਹਿਣ ਤੋਂ ਬਾਅਦ ਲਾਹੌਰ ਗਏ, ਜਿਸ ਘਰ ਨੂੰ ਆਪਣੇ ਹੱਥੀਂ ਤਾਲਾ ਮਾਰਿਆ ਸੀ, ਉਹ ਜਿਹੜਾ ਤਾਲਾ ਆਪਣੇ ਹੱਥੀਂ ਖੋਲ੍ਹਿਆ, ਆਪਣੇ ਘਰ ਵਿੱਚ ਗੁਰੂ ਸਾਹਿਬ ਨੇ ਧਰਮਸ਼ਾਲਾ ਬਣਾਈ। ਧਰਮਸ਼ਾਲਾ ਬਣਾ ਕੇ ਗੁਰੂ ਰਾਮਦਾਸ ਮਹਾਰਾਜ ਜੀ ਉੱਥੇ ਬਿਰਾਜੇ। ਔਰ ਗੁਰੂ ਸਾਹਿਬ ਜੀ ਨੇ ਇਹ ਛੰਤ ਉਚਾਰਨ ਕੀਤੇ ਜੀ, ਜਿਹੜੇ ਛੰਤ ਆਪਾਂ ਆਸਾ ਦੀ ਵਾਰ ਦੀ ਬਾਣੀ ਦੇ ਵਿੱਚ ਸੁਣਦੇ ਹਾਂ। ਇਹ ਛੰਤ ਮਹਾਰਾਜ ਨੇ ਉੱਥੇ ਉਚਾਰੇ। ਆਸਾ ਦੀ ਵਾਰ ਦਾ ਜਿਹੜਾ ਪਹਿਲਾ ਕੀਰਤਨ ਹੈ ਛੰਤਾਂ ਦੇ ਸਮੇਤ, ਉਹ ਜੇ ਕਿਤੇ ਹੋਇਆ ਤੇ ਜੇ ਕਿਸੇ ਕੀਤਾ, ਉਹ ਗੁਰੂ ਰਾਮਦਾਸ ਸਾਹਿਬ ਜੀ ਨੇ ਲਾਹੌਰ ਆਪਣੇ ਘਰ ਵਿੱਚ ਆਸਾ ਦੀ ਵਾਰ ਦਾ ਕੀਰਤਨ ਛੰਤਾਂ ਦੇ ਸਮੇਤ ਕੀਤਾ ਹੈ। ਜਿਹੜਾ ਆਪਾਂ ਦਰਬਾਰ ਸਾਹਿਬ ਤੋਂ ਕੀਰਤਨ ਸੁਣਦੇ ਹਾਂ ਜੀ ਆਸਾ ਦੀ ਵਾਰ ਦਾ, ਉਹ ਛੰਤਾਂ ਨਾਲ ਹੀ ਹੁੰਦਾ। ਗੁਰੂ ਘਰ ਵੀ ਹੁੰਦਾ ਹੋਣਾ ਕੀਰਤਨ, ਆਪ ਜੀ ਬਾਣੀ ਸੁਣਦੇ ਪੜ੍ਹਦੇ ਹੋ। ਇਹ ਛੰਤਾਂ ਦਾ ਕੀਰਤਨ ਦੀ ਜਿਹੜੀ ਮਰਿਆਦਾ ਹੈ, ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਆਰੰਭ ਕੀਤੀ। ਤਾਂ ਉਹਨਾਂ ਛੰਤਾਂ ਵਿੱਚ ਕਹਿੰਦੇ, ਜਿਨੀ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਗ ਆਏ ਰਾਮ ਰਾਜੇ। ਜਿਨ੍ਹਾਂ ਨੇ ਅਕਾਲ ਪੁਰਖ ਦਾ ਨਾਮ ਚੇਤੇ ਨਹੀਂ ਕੀਤਾ, ਉਹ ਸੰਸਾਰ ਵਿੱਚ ਆਏ ਕਿਉਂ ਨੇ? ਕੀ ਕਰਨ ਆਏ ਨੇ? ਆਏ ਤਾਂ ਸੀ ਨਾਮ ਜਪਣ ਵਾਸਤੇ। ਭਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮੇਰੇ ਸਾਧ ਸੰਗਤ ਭਜ ਕੇਵਲ ਨਾਮ। ਮਕਸਦ ਤਾਂ ਇਹ ਸੀ ਨਾ ਵੀ ਬੰਦਗੀ ਕਰਨਾ, ਜਿੱਥੇ ਸੰਸਾਰ ਦੇ ਕਾਰ ਵਿਹਾਰ ਕਰਨਾ, ਸਰੀਰ ਵਾਸਤੇ, ਆਪਣੀ ਆਤਮਾ ਦੇ ਲਈ ਬੰਦਗੀ ਕਰਨੀ। ਪਰ ਬੰਦਗੀ ਦਾ ਕਾਰਜ ਨਹੀਂ ਕੀਤਾ,
ਤੇ ਸਾਹਿਬ ਜੀ ਕਹਿੰਦੇ ਫਿਰ ਜੱਗ ਵਿੱਚ ਤੂੰ ਆਇਆ ਹੀ ਕਿਉਂ ਹੈ। ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਵਿੱਚ ਪਰਮੇਸ਼ਰ ਦੇ ਨਾਮ ਦਾ ਝੰਡਾ ਝੂਲਦਾ ਹੈ, ਨਾਮ ਦੀ ਮਹਿਮਾ। ਜਿਵੇਂ ਝੰਡਾ ਉੱਚਾ ਹੋ ਕੇ ਝੂਲਦਾ ਹੈ ਨਾ, ਦੂਰੋਂ ਦਿਖਾਈ ਦਿੰਦਾ ਹੈ, ਤੇ ਪਾਤਸ਼ਾਹ ਦੇ ਘਰ ਦੇ ਵਿੱਚ ਨਾਮ ਦੀ ਮਹਿਮਾ ਸਭ ਤੋਂ ਜ਼ਿਆਦੀ ਹੈ, ਜਿਹੜੀ ਦੂਰ ਦੂਰ ਤੱਕ ਫੈਲੀ ਹੋਈ ਹੈ, ਜਿਹਨੂੰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸਤਨਾਮ ਦਾ ਚੱਕਰ ਫਿਰਾਇਆ। ਗੁਰੂ ਨਾਨਕ ਸਾਹਿਬ ਜੀ ਨੇ ਅਕਾਲ ਪੁਰਖ ਦੇ ਨਾਮ ਦਾ ਚੱਕਰ ਸਾਰੀ ਦੁਨੀਆ ਦੇ ਵਿੱਚ ਫਿਰਾ ਦਿੱਤਾ। ਐਸਾ ਕਹਿੰਦੇ ਮਹਾਰਾਜ ਦੇ ਘਰ ਦੇ ਵਿੱਚ ਝੰਡਾ ਨਾਮ ਦਾ ਝੂਲਦਾ ਹੈ, ਤੇ ਰਾਜਾ ਰੂਪ ਹੋ ਕਰਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਪਣੇ ਤਖਤਾਂ ਦੇ ਉੱਪਰ ਬਿਰਾਜਦੇ ਹਨ। ਲక్ష్ਮੀ ਭਗਤ ਵਿਸਾਲ ਤੇ ਗਿਆਨ ਮੁਕਟ ਦੁੱਧ ਧਾਮ। ਰਾਜੇ ਦੇ ਘਰ ਵਿੱਚ ਲక్ష్ਮੀ ਹੁੰਦੀ ਹੈ ਜੀ, ਖਜ਼ਾਨੇ ਉਹਦੇ ਭਰੇ ਹੁੰਦੇ ਨੇ। ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ ਵੀ ਲక్ష్ਮੀ ਹੈ, ਕਿਹੜੀ? ਭਗਤੀ ਦੀ। ਭਗਤੀ ਦੇ ਖਜ਼ਾਨੇ ਭਰੇ ਹੋਏ ਨੇ। ਸਤਿਗੁਰੂ ਜੀ ਆਪ ਛੰਤਾਂ ਦੇ ਵਿੱਚ ਫਰਮਾਨ ਕਰਦੇ ਨੇ ਕਿ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਕੋਲ ਭਗਤੀ ਦੇ ਭੰਡਾਰ ਭਰੇ ਹੋਏ ਨੇ, ਤੇ ਉਹਨਾਂ ਭਗਤੀ ਦੇ ਭੰਡਾਰਾਂ ਵਿੱਚੋਂ ਜਿੱਥੇ ਉਹ ਆਪ ਵਰਤਦੇ ਨੇ ਉਹ ਭੰਡਾਰ ਤੇ ਦੂਜਿਆਂ ਦੀ ਵੀ ਝੋਲੀ ਸਤਿਗੁਰੂ ਜੀ ਭਰਦੇ ਨੇ। ਜਿਹੜਾ ਉਹਨਾਂ ਦੇ ਚਰਨਾਂ ਦੇ ਵਿੱਚ ਆਉਂਦਾ ਉਹਨੂੰ ਵੀ ਨਾਮ ਦੀ ਦਾਤ ਦੇ ਕੇ ਪਾਤਸ਼ਾਹ ਨਿਵਾਜ ਦਿੰਦੇ ਨੇ। ਗਿਆਨ ਮੁਕਟ ਦੁੱਧ ਧਾਮ। ਰਾਜੇ ਦੇ ਸਿਰ ਦੇ ਉੱਪਰ ਮੁਕਟ ਪਿਆ ਹੁੰਦਾ, ਕਹਿੰਦੇ ਗੁਰੂ ਰਾਮਦਾਸ ਸਾਹਿਬ ਜੀ ਦੇ ਸੀਸ ਦੇ ਉੱਪਰ ਨਾ ਗਿਆਨ ਦਾ ਮੁਕਟ ਸ਼ੋਭਾ ਪਾਉਂਦਾ। ਗਿਆਨ ਦਾ, ਰਾਜੇ ਸੋਨੇ ਦਾ ਮੁਕਟ ਪਾਉਂਦੇ ਨੇ ਤੇ ਮਹਾਰਾਜ ਜੀ ਗਿਆਨ ਦਾ ਮੁਕਟ ਪਾਉਂਦੇ ਹਨ। ਜਿਹੜਾ ਗਿਆਨ ਦਾ ਮੁਕਟ ਬੜੀ ਸੁੰਦਰ ਸ਼ੋਭਾ ਨਾਲ ਸ਼ੋਭਦਾ ਹੈ। ਪੂਰਨ ਸਿੰਘ ਸ਼ੁਭ ਮਤ ਸਚਿਵ ਰਾਜਤ ਸਤਿਗੁਰ ਨਾਮ। ਰਾਜੇ ਕੋਲ ਮੰਤਰੀ ਹੁੰਦੇ ਜੀ, ਵਜ਼ੀਰ ਹੁੰਦੇ ਨੇ, ਤੇ ਸਤਿਗੁਰਾਂ ਦੇ ਵਜ਼ੀਰ ਕਿਹੜੇ ਨੇ? ਭਾਈ ਸਾਹਿਬ ਜੀ ਕਹਿੰਦੇ ਜਿਹੜੇ ਚੰਗੀ ਮੱਤ ਵਾਲੇ ਗੁਰਸਿੱਖ ਨੇ ਨਾ, ਇਹ ਸਤਿਗੁਰਾਂ ਦੇ ਵਜ਼ੀਰ ਨੇ। ਜਿਹੜੇ ਗੁਰਸਿੱਖ ਨੇ, ਬਾਬਾ ਬੁੱਢਾ ਜੀ ਵਰਗੇ ਸਿੱਖ ਹੋਏ ਨੇ, ਇਹ ਮਹਾਰਾਜ ਦੇ ਵਜ਼ੀਰ ਸਿੱਖ ਨੇ, ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਦੇ। ਇੱਕ ਦਿਨ ਸਿੱਖ ਕਹਿੰਦੇ ਮਹਾਰਾਜ ਸਿੱਖ ਕੌਣ ਹੁੰਦਾ? ਮਹਾਰਾਜ ਜੀ ਕਹਿੰਦੇ ਜਿਹੜੇ ਕਰਨੀ ਨੂੰ ਕਮਾਉਂਦੇ ਨੇ, ਸਤਿਗੁਰ ਤੇ ਕਰਨੀ ਕਮਾਣੀ। ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਜਿਹੜੇ ਸਤਿਗੁਰਾਂ ਤੋਂ ਸਿੱਖਿਆ ਲੈ ਕੇ ਚੰਗੀ ਕਰਨੀ ਕਮਾਉਂਦੇ ਨੇ ਉਹ ਸਿੱਖ ਨੇ। ਕਹਿੰਦੇ ਪਾਤਸ਼ਾਹ ਫਿਰ ਸਿੱਖ ਦੀ ਕਰਨੀ ਦੱਸੋ। ਫਿਰ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਨੇ, ਬੜੇ ਧਿਆਨ ਨਾਲ ਸੁਣਿਓ, ਇਹ ਸ਼ਬਦ ਆਪਾਂ ਰੋਜ਼ ਪੜ੍ਹਦੇ ਹਾਂ। ਮਹਾਰਾਜ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲ ਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰ ਨਹਾਵੈ। ਇਹ ਸਿੱਖ ਦੀ ਕਰਨੀ ਹੈ। ਸਿੱਖ ਅੰਮ੍ਰਿਤ ਵੇਲੇ ਉੱਠਦਾ, ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਇਸ਼ਨਾਨ ਕਰਦਾ ਹੈ, ਫਿਰ ਨਾਮ ਧਿਆਉਂਦਾ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ। ਜਦੋਂ ਦਿਨ ਚੜ੍ਹਨ ਲੱਗਦਾ ਤੇ ਬਾਣੀ ਪੜ੍ਹਦਾ। ਇਸ ਤੋਂ ਪਹਿਲਾਂ ਕੀ ਕਰਦਾ? ਮਹਾਰਾਜ ਜੀ ਕਹਿੰਦੇ ਉਹ ਪਹਿਲਾਂ ਨਾਮ ਜਪਦਾ ਹੈ। ਗੁਰ ਸਤਿਗੁਰ ਕਾ ਜੋ ਸਿੱਖਿਆ ਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ। ਪਹਿਲਾਂ ਨਾਮ ਜਪਦਾ, ਚੌਂਕੜਾ ਮਾਰ ਕੇ ਬੰਦਗੀ ਕਰਦਾ। ਨਾਮ ਜਪਣ ਤੋਂ ਬਾਅਦ ਫਿਰ ਜਦੋਂ ਦਿਨ ਚੜ੍ਹਨ ਲੱਗਦਾ ਫਿਰ ਬਾਣੀ ਨੂੰ ਗਾਉਂਦਾ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ। ਹੁਣ ਗਾਉਣ ਤੋਂ ਭਾਵ ਕੀ ਹੈ ਵੀ ਸਮਝ ਲੈਣਾ। ਜਦੋਂ ਸਤ ਸੰਗਤ ਹੁੰਦੀ ਹੈ ਨਾ, ਸਤ ਸੰਗਤ ਦੇ ਵਿੱਚ ਕੀਰਤਨ ਹੁੰਦਾ ਹੈ, ਗੁਰਸਿੱਖ ਕੀਰਤਨ ਗਾਉਂਦੇ ਨੇ ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ। ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਬਹਿੰਦਿਆਂ ਉੱਠਦਿਆਂ ਗੁਰੂ ਕਾ ਸਿੱਖ ਪਰਮੇਸ਼ਰ ਦਾ ਨਾਮ ਧਿਆਉਂਦਾ। ਗੁਰਮੁਖੋ ਇਹ ਗੁਰਸਿੱਖ ਦੀ ਕਰਨੀ ਹੈ ਜਿਹੜੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ੀ ਹੈ। ਇੱਕ ਵਿਦਵਾਨ ਕਹਿੰਦਾ ਜਨਮ ਲੈਣਾ ਸੰਸਾਰ ਦੇ ਅੰਦਰ, ਇਹ ਜਨਮ ਦੀ ਸਫਲਤਾ ਨਹੀਂ। ਜਨਮ ਲੈ ਲੈਣਾ ਸੰਸਾਰ ਅੰਦਰ ਜਨਮ ਦੀ ਸਫਲਤਾ ਨਹੀਂ। ਜਨਮ ਦੀ ਸਫਲਤਾ ਹੈ ਜਦੋਂ ਕੋਈ ਗੁਰੂ ਰਾਮਦਾਸ ਸਾਹਿਬ ਜੀ ਦੀ ਸ਼ਰਨ ਆ ਜਾਂਦਾ ਹੈ ਤੇ ਉਹਨਾਂ ਦੀ ਸ਼ਰਨ ਆ ਕੇ ਗੁਰੂ ਦੇ ਚਰਨਾਂ ਵਿੱਚੋਂ ਉਪਦੇਸ਼ ਲੈ ਕੇ ਆਪਣਾ ਜੀਵਨ ਉਹਦੇ ਮੁਤਾਬਕ ਢਾਲ ਲੈਂਦਾ। ਜਨਮ ਬਸ ਉਸੇ ਦਾ ਹੀ ਸਫਲ ਹੈ। ਜਨਮ ਤਾਂ ਸਾਰੇ ਲੈ ਰਹੇ ਨੇ, ਮਨੁੱਖ ਵੀ ਜਨਮ ਲੈਂਦੇ ਨੇ, ਪਸ਼ੂ ਵੀ ਜਨਮ ਲੈਂਦੇ ਨੇ, ਪੰਛੀ ਵੀ ਜਨਮ ਲੈਂਦੇ ਨੇ। ਕਿ ਉਹ ਸਫਲੇ ਹੋ ਗਏ ਨੇ? ਜਨਮ ਕੇਵਲ ਉਹਨਾਂ ਦਾ ਸਫਲ ਹੈ ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਆਉਂਦਾ ਹੈ। ਇਸ ਵਾਸਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਹੜੇ ਚੰਗੀ ਮੱਤ ਵਾਲੇ ਗੁਰਸਿੱਖ ਨੇ ਇਹ ਗੁਰੂ ਰਾਮਦਾਸ ਮਹਾਰਾਜ ਦੇ ਵਜ਼ੀਰ ਨੇ। ਇਸ ਤਰ੍ਹਾਂ ਸਤਿਗੁਰ ਜੀ ਆਪਣੇ ਤਖਤਾਂ ਤੇ ਬਿਰਾਜਦੇ ਹਨ। ਰਾਜੇ ਕੋਲ ਨਾ ਫੌਜ ਹੁੰਦੀ ਹੈ,
ਰਾਜਾ ਫੌਜ ਰੱਖਦਾ ਹੈ ਤੇ ਗੁਰੂ ਰਾਮਦਾਸ ਸਾਹਿਬ ਜੀ ਦੀ ਫੌਜ ਕਿਹੜੀ ਹੈ? ਭਾਈ ਸਾਹਿਬ ਜੀ ਕਹਿੰਦੇ ਮੈਤਰੀ, ਸਾਰਿਆਂ ਨਾਲ ਮਿੱਤਰਤਾ ਰੱਖਣੀ, ਕਿਸੇ ਦਾ ਵਿਰੋਧ ਨਾ ਕਰਨਾ, ਵੀ ਸਾਰੇ ਆਪਣੇ ਹੀ ਨੇ। ਇਹ ਮੈਤਰੀ, ਇਹ ਮਿੱਤਰਤਾ ਵਾਲੀ ਬਿਰਤੀ ਕਦੋਂ ਬਣਦੀ ਹੈ ਜੀ? ਜਦੋਂ ਅਸੀਂ ਸਾਰਿਆਂ ਵਿੱਚ ਰੱਬ ਵੇਖਦੇ ਹਾਂ। ਮੈਂ ਬੜੀ ਵਾਰੀ ਬੇਨਤੀ ਕਰਦਾ ਹੁੰਨਾ, ਆਪਾਂ ਅਰਦਾਸ ਤਾਂ ਕਰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਾਡੀ ਗੁਆਂਢੀਆਂ ਨਾਲ ਨਹੀਂ ਬਣਦੀ, ਇਹ ਸੱਚ ਹੈ ਨਾ, ਵੀ ਸਾਡੀ ਗੁਆਂਢੀਆਂ ਨਾਲ ਨਹੀਂ ਬਣਦੀ। ਉਂਝ ਆਪਾਂ ਸਰਬੱਤ ਦਾ ਭਲਾ ਸਾਰੇ ਹੀ ਮੰਗਦੇ ਆ, ਸਾਡੀ ਰਿਸ਼ਤੇਦਾਰਾਂ ਨਾਲ ਨਹੀਂ ਬਣਦੀ, ਸਾਗ ਸੰਬੰਧੀਆਂ ਨਾਲ ਨਹੀਂ ਬਣਦੀ, ਤੇ ਫਿਰ ਸਰਬੱਤ ਦਾ ਭਲਾ ਜਿਹੜਾ ਅਸੀਂ ਮੰਗਦੇ ਆ, ਫਿਰ ਕਾਹਦੇ ਲਈ ਮੰਗਦੇ ਆ? ਦੂਜਿਆਂ ਦਾ ਭਲਾ ਤੇ ਤਾਂ ਮੰਗਾਂਗੇ ਨਾ ਵੀ ਪਹਿਲਾਂ ਘੱਟੋ ਘੱਟ ਗੁਆਂਢੀਆਂ ਦਾ ਤਾਂ ਭਲਾ ਮੰਗ ਲਈਏ। ਗੁਆਂਢੀਆਂ ਨਾਲ ਸਾਡੀ ਬਣਦੀ ਨਹੀਂ, ਉਹਨਾਂ ਨੂੰ ਅਸੀਂ ਚੰਗਾ ਨਹੀਂ ਸਮਝਦੇ। ਇਸ ਚੀਜ਼ ਤੇ ਗੌਰ ਕਰਨੀ ਚਾਹੀਦੀ ਹੈ ਸਾਨੂੰ। ਇਹ ਗੱਲਾਂ ਭਾਵੇਂ ਕਹਿਣ ਮਾਤਰ ਬੜੀਆਂ ਛੋਟੀਆਂ ਨੇ, ਪਰ ਭਾਵ ਇਹਨਾਂ ਦਾ ਬੜਾ ਵੱਡਾ ਹੈ। ਇਸ ਵਾਸਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਜਦੋਂ ਅਸੀਂ ਸਾਰਿਆਂ ਵਿੱਚ ਰੱਬ ਵੇਖਦੇ ਹਾਂ ਨਾ, ਵੀ ਸਾਰਿਆਂ ਵਿੱਚ ਰੱਬ ਵਰਤਦਾ ਹੈ, ਉਦੋਂ ਅਸੀਂ ਫਿਰ ਸਾਰਿਆਂ ਨਾਲ ਮਿੱਤਰਤਾ ਕਰਦੇ ਹਾਂ। ਤੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਅਸੀਂ ਸਾਰਿਆਂ ਨੂੰ ਨਾ ਆਪਣਾ ਮਿੱਤਰ ਬਣਾ ਲਿਆ, ਵੀ ਸਾਰੇ ਸਾਡੇ ਮਿੱਤਰ ਹੀ ਨੇ। ਫਿਰ ਕਵੀ ਜੀ ਕਹਿੰਦੇ ਨੇ ਧ੍ਰਿਤ, ਧੀਰਜ ਧਾਰਨ ਕਰਨਾ, ਹਿਰਦੇ ਦੇ ਅੰਦਰ ਧੀਰਜ ਹੋਣਾ, ਕਰਨਾ, ਕਿਰਪਾ ਕਰਨੀ। ਕਿਰਪਾ, ਜਦੋਂ ਕੋਈ ਮਨੁੱਖ ਅਪਰਾਧ ਕਰਕੇ ਆਵੇ ਤੇ ਸਾਨੂੰ ਗੁੱਸਾ ਆਉਂਦਾ ਉਹਦੇ ਉੱਤੇ, ਜਿਹਨੇ ਗਲਤੀ ਕੀਤੀ ਹੋਵੇ ਸਾਨੂੰ ਕ੍ਰੋਧ ਆਉਂਦਾ ਉਹਦੇ ਉੱਤੇ। ਪਰ ਸਾਧ ਸੰਗਤ ਜੀ, ਜਦੋਂ ਕੋਈ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ ਆਉਂਦਾ ਹੈ ਨਾ, ਉਹ ਭਾਵੇਂ ਕੈਸਾ ਵੀ ਹੋਵੇ, ਉਹਦੇ ਤੇ ਕਿਰਪਾ ਕਰ ਦਿੰਦੇ ਨੇ, ਉਹਦੇ ਤੇ ਦਇਆ ਕਰਦੇ ਨੇ। ਇਸ ਤੋਂ ਵੱਡੀ ਹੋਰ ਮਹਾਨਤਾ ਕੀ ਹੋ ਸਕਦੀ ਹੈ? ਗੁਰੂ ਰਾਮਦਾਸ ਸਾਹਿਬ ਜੀ ਦਾ ਹੀ ਕਥਨ ਹੈ। ਸਤਿਗੁਰੂ ਜੀ ਕਹਿੰਦੇ ਜਿਉਂ ਮੀਂਹੋਂ ਉੱਠੈ ਨਦੀਆਂ ਨਾਲਿਆਂ ਟੋਭਿਆਂ ਕਾ ਜਲ ਜਾਏ ਪਵੈ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਜਦੋਂ ਮੀਂਹ ਪੈਂਦਾ ਹੈ, ਨਦੀਆਂ ਦਾ ਪਾਣੀ ਚੜ੍ਹ ਕੇ ਚੱਲਦਾ, ਟੋਭਿਆਂ ਦਾ ਪਾਣੀ ਜਿਹੜਾ ਹੁੰਦਾ, ਨਾਲੀਆਂ ਦਾ ਪਾਣੀ ਜਿਹੜਾ ਹੁੰਦਾ, ਉਹ ਇਕੱਠਾ ਹੋ ਕੇ ਨਾ ਨਦੀ ਵਿੱਚ ਪੈਂਦਾ ਹੈ। ਨਦੀ ਦਾ ਪਾਣੀ ਜਾ ਕੇ ਗੰਗਾ ਵਿੱਚ ਪੈ ਜਾਂਦਾ ਹੈ। ਜਦੋਂ ਗੰਗਾ ਵਿੱਚ ਪੈਂਦਾ ਹੈ, ਉਹ ਪਵਿੱਤਰ ਹੋ ਜਾਂਦਾ ਹੈ। ਕੋਈ ਵੀ ਮਨੁੱਖ ਹੋਵੇ, ਅਪਰਾਧੀ ਹੋਵੇ, ਔਗਣਾਂ ਨਾਲ ਭਰਿਆ ਹੋਵੇ, ਜਦੋਂ ਸਤਿਗੁਰਾਂ ਦੀ ਸ਼ਰਨ ਵਿੱਚ ਆ ਜਾਂਦਾ ਨਾ, ਜਿਵੇਂ ਨਦੀਆਂ ਨਾਲਿਆਂ ਟੋਭਿਆਂ ਦਾ ਪਾਣੀ ਜਾ ਕੇ ਗੰਗਾ ਵਿੱਚ ਮਿਲ ਕੇ ਪਵਿੱਤਰ ਹੋ ਜਾਂਦਾ ਹੈ। ਜਦੋਂ ਕੋਈ ਗੁਰੂ ਦੀ ਸ਼ਰਨ ਆ ਜਾਂਦਾ ਹੈ, ਗੁਰੂ ਰਾਮਦਾਸ ਮਹਾਰਾਜ ਉਹਨੂੰ ਵੀ ਪਵਿੱਤਰ ਕਰ ਦਿੰਦੇ ਨੇ। ਕਰੀਬਨ 1950 ਦੇ ਲਾਗੇ ਤਾਗੇ, 1950 ਕਹਿ ਲਓ, ਉਹਦੇ ਲਾਗੇ ਤਾਗੇ ਦੀ ਘਟਨਾ ਹੈ ਅੰਮ੍ਰਿਤਸਰ ਸਾਹਿਬ ਜੀ ਦੀ। ਦਰਬਾਰ ਸਾਹਿਬ ਤੋਂ ਕੁਝ ਕੁ ਦੂਰ ਜਿੱਥੇ ਜੀ ਘੰਟਾ ਘਰ ਹੈ, ਉੱਥੇ ਨੇ ਇੱਕ ਪਾਦਰੀ ਖਲੋਤਾ ਸਵੇਰੇ ਸਵੇਰੇ, ਆਖਿਆ ਜੀ ਮੈਂ ਤੁਹਾਨੂੰ ਇਹੋ ਜਿਹੇ ਰੱਬ ਨਾਲ ਜੋੜਦਾ ਜਿਹੜਾ ਤੁਹਾਡੇ ਗੁਨਾਹ ਬਖਸ਼ ਦੇ। ਕਹਿੰਦਾ ਕੋਈ ਰੱਬ 10 ਗੁਨਾਹ ਬਖਸ਼ਦਾ ਹੋਵੇਗਾ, ਕੋਈ 20, ਕੋਈ 30, ਕੋਈ 40, ਕੋਈ 50। ਆਓ ਤੁਸੀਂ ਮੇਰੇ ਕੋਲ ਆਓ, ਮੇਰੇ ਵਾਲਾ ਰੱਬ ਨਾ ਤੁਹਾਡੇ 70 ਗੁਨਾਹ ਬਖਸ਼ੇਗਾ। ਤੇ ਭਾਈ ਵੀਰ ਸਿੰਘ ਜੀ ਲੰਘਦੇ ਸਨ ਉੱਥੋਂ, ਤੇ ਭਾਈ ਵੀਰ ਸਿੰਘ ਵੀ ਜਾ ਕੇ ਖਲੋ ਗਏ। ਬੜਾ ਭਾਰੀ ਇਕੱਠ ਸੀ ਉੱਥੇ। ਜਦੋਂ ਭਾਈ ਵੀਰ ਸਿੰਘ ਜੀ ਨੇ ਸੁਣਿਆ, ਉਹਦੀ ਗੱਲ ਖਤਮ ਹੋਈ। ਭਾਈ ਵੀਰ ਸਿੰਘ ਜੀ ਕਹਿੰਦੇ ਪਾਦਰੀ ਜੀ ਤੁਸੀਂ ਮੰਨੋਗੇ ਨਾ ਜੇ ਮੈਂ ਤੁਹਾਨੂੰ ਦੱਸ ਦਿਆਂ ਵੀ ਇਸ ਤੋਂ ਵੱਡਾ ਵੀ ਕੋਈ ਰੱਬ ਹੈ ਜਿਹੜਾ 70 ਤੋਂ ਜ਼ਿਆਦਾ ਗੁਨਾਹ ਬਖਸ਼ਦਾ। ਪਾਦਰੀ ਤਾਂ ਆਪਣੇ ਵੱਲੋਂ ਛਾਤੀ ਚੌੜੀ ਕਰਕੇ ਆਖੇ ਵੀ 70 ਤੋਂ ਜ਼ਿਆਦਾ ਕੋਈ ਗੁਨਾਹ ਬਖਸ਼ ਹੀ ਨਹੀਂ ਸਕਦਾ, ਮੇਰੇ ਵਾਲਾ ਬਖਸ਼ ਦਿੰਦਾ ਯੀਸ਼ੂ, ਵੀ 70 ਗੁਨਾਹ ਤੁਹਾਡੇ ਬਖਸ਼ ਦੇਗਾ। ਭਾਈ ਵੀਰ ਸਿੰਘ ਜੀ ਕਹਿਣ ਲੱਗੇ ਵੀ ਜੇ ਇਸ ਤੋਂ ਜ਼ਿਆਦਾ ਕੋਈ ਗੁਨਾਹ ਬਖਸ਼ਦਾ ਹੋਇਆ ਮੰਨ ਜਾਓਗੇ? ਕਹਿੰਦਾ ਜੀ ਮੰਨਾਂਗਾ। ਤੇ ਭਾਈ ਸਾਹਿਬ ਜੀ ਕਹਿੰਦੇ ਆਓ ਫਿਰ ਤੁਹਾਨੂੰ ਸੁਣਾਉਂਦੇ ਆ। ਲੇਖੇ ਕਤਹਿ ਨਾ ਛੂਟੀ ਹੈ ਖਿਨ ਖਿਨ ਭੁੱਲਣ ਹਾਰ। ਕਹਿੰਦੇ ਮੇਰੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੇ ਵਾਹਿਗੁਰੂ ਅਸੀਂ ਤਾਂ ਖਿਨ ਖਿਨ ਭੁੱਲਣ ਆ ਰਹੇ ਹਾਂ, ਅਸੀਂ ਤਾਂ ਗੁਨਾਹ ਹੀ ਬੜੇ ਕਰਦੇ ਹਾਂ, ਅਸੀਂ ਤਾਂ ਅਪਰਾਧੀ ਬੜੇ ਵੱਡੇ ਹਾਂ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ, ਮੇਰੇ ਤੋਂ ਤਾਂ ਮਾੜਾ ਹੀ ਕੋਈ ਨਹੀਂ, ਮੈਂ ਤਾਂ ਹਰ ਇੱਕ ਸਵਾਸ ਗੁਨਾਹ ਕਰਦਾ।
ਤੇ ਫਿਰ ਉੱਥੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਹੇ ਬਖਸ਼ਣਹਾਰ ਵਾਹਿਗੁਰੂ ਕਿਰਪਾ ਕਰਕੇ ਸਾਨੂੰ ਬਖਸ਼ ਲੈ। ਕਹਿੰਦੇ ਤੂੰ 70 ਗੁਨਾਹਾਂ ਦੀ ਗੱਲ ਕਰਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਬੰਦਾ ਜ਼ਿੰਦਗੀ ਤਾਈਂ ਜਿੰਨੀ ਦੇਰ ਅੰਦਰ ਸਵਾਸ ਨੇ ਹਰ ਇੱਕ ਸਾਹ ਸਾਹ ਗਲਤੀਆਂ ਕਰਦਾ ਹੈ, ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੂੰ ਅਕਾਲ ਪੁਰਖ ਦੀ ਸ਼ਰਨ ਆ ਤੇ ਤੇਰੇ ਸਾਰੇ ਗੁਨਾਹ ਅਕਾਲ ਪੁਰਖ ਬਖਸ਼ ਦੇਗਾ। ਕਹਿੰਦੇ ਪਾਦਰੀ ਨੂੰ ਜਵਾਬ ਨਹੀਂ ਆਇਆ, ਭੱਜ ਗਿਆ ਉੱਥੋਂ ਜਾ ਕੇ ਗਿਰਜਾ ਘਰ ਵਿੱਚ ਵੜ ਗਿਆ। ਸਾਧ ਸੰਗਤ ਜੀ ਇਹਨੂੰ ਕਹਿੰਦੇ ਜੀ ਕਰਨਾ। ਕੋਈ ਅਪਰਾਧੀ ਹੋਵੇ, ਕੋਈ ਗੁਨਾਹਗਾਰ ਹੋਵੇ, ਜਦੋਂ ਮਹਾਰਾਜ ਜੀ ਦੀ ਸ਼ਰਨ ਆ ਜਾਂਦਾ ਨਾ ਉਹਦੇ ਤੇ ਕਿਰਪਾ ਕਰਦੇ, ਇਹਨੂੰ ਕਹਿੰਦੇ ਜੀ ਕਰਨਾ। ਭਾਈ ਵੀਰ ਸਿੰਘ ਜੀ ਨੇ ਸਮਝਾ ਦਿੱਤਾ ਕਿ ਪਰਮੇਸ਼ਰ ਬੇਅੰਤ ਔਗਣ ਮਨੁੱਖ ਦੇ ਬਖਸ਼ਦਾ ਹੈ, ਤਾਂ ਸਾਹਿਬ ਸੱਚੇ ਪਾਤਸ਼ਾਹ ਖਿਮਾ ਵੀ ਕਰਦੇ ਨੇ। ਜਿਸ ਦਿਨ ਲਾਹੌਰ ਤੋਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਰਿਵਾਰ ਆਇਆ ਨਾ ਜੀ, ਸ਼ਰੀਕਾ ਚੱਲ ਕੇ ਆਇਆ, ਇਹ ਤੀਰਥਾਂ ਨੂੰ ਜਾਂਦੇ ਸੀ ਤੇ ਉਹਨਾਂ ਨੇ ਸੋਚਿਆ ਵੀ ਚਲੋ ਜਾਂਦਿਆਂ ਜਾਂਦਿਆਂ ਆਪਾਂ ਗੋਇੰਦਵਾਲ ਸਾਹਿਬ ਚੱਲਦੇ ਹਾਂ, ਤੇ ਭਾਈ ਜੇਠਾ ਉੱਥੇ ਰਹਿੰਦਾ, ਹੁਣ ਤਾਂ ਕੋਈ ਸ਼ਾਹੂਕਾਰ ਬਣ ਗਿਆ ਹੋਵੇਗਾ ਵੱਡਾ, ਤੇ ਜਾਂਦਿਆਂ ਆਪਾਂ ਮਿਲ ਚੱਲਾਂਗੇ। ਜਦੋਂ ਉੱਥੇ ਆਏ ਤੇ ਕਿਸੇ ਨੂੰ ਪੁੱਛਿਆ ਵੀ ਇੱਥੇ ਜੇਠਾ ਰਹਿੰਦਾ, ਉਹਨਾਂ ਨੇ ਆਖਿਆ ਵੀ ਉਹ ਸਾਹਮਣੇ ਤੁਰਿਆ ਆਉਂਦਾ। ਤੇ ਗੁਰੂ ਰਾਮਦਾਸ ਮਹਾਰਾਜ ਨੇ ਸਿਰ ਤੇ ਰੱਖੀ ਸੀ ਟੋਕਰੀ, ਮਿੱਟੀ ਕੱਢਦੇ ਸਨ ਬੌਲੀ ਸਾਹਿਬ ਵਿੱਚੋਂ, ਤੇ ਸਰੀਰ ਸਾਰਾ ਹੀ ਜਿਹੜਾ ਸੀ ਨਾ ਮਿੱਟੀ ਘੱਟੇ ਨਾਲ ਲਿਬੜਿਆ ਹੋਇਆ ਸੀ। ਜਦੋਂ ਕੋਲ ਆਏ ਮੱਥਾ ਟੇਕਿਆ, ਨਮਸਕਾਰ ਕੀਤੀ, ਮਹਾਰਾਜ ਨੇ ਵਡੇਰੇ ਜਾਣ ਕੇ ਵੀ ਸਾਡੇ ਵੱਡੇ ਨੇ, ਤੇ ਉਹ ਗੁਰੂ ਰਾਮਦਾਸ ਸਾਹਿਬ ਜੀ ਨੂੰ ਬੋਲ ਕਬੋਲ ਬੋਲਣ ਲੱਗ ਪਏ ਵੀ ਤੂੰ ਸਾਡੇ ਸਿਰ 'ਚ ਮਿੱਟੀ ਪਾ ਦਿੱਤੀ ਹੈ। ਕਿਉਂ? ਕਿਉਂਕਿ ਤੂੰ ਆ ਕੇ ਸਹੁਰੇ ਘਰ ਵਿੱਚ ਮਿੱਟੀ ਢੋਣਾ ਪਿਆ। ਬੜੇ ਬੋਲ ਕਬੋਲ ਬੋਲੇ। ਤੇ ਸਤਿਗੁਰੂ ਹੱਥ ਜੋੜ ਕੇ ਕਹਿੰਦੇ ਬਜ਼ੁਰਗੋ, ਇਸ ਘਰ ਦੀ ਸੇਵਾ ਦੀ ਵਡਿਆਈ ਮੇਰੇ ਤੋਂ ਬਿਨਾਂ ਕੋਈ ਨਹੀਂ ਜਾਣਦਾ। ਇਹਦੇ ਵਿੱਚ ਬੜੀਆਂ ਵੱਡੀਆਂ ਬਖਸ਼ਿਸ਼ਾਂ ਨੇ, ਕੋਈ ਨਹੀਂ ਜਾਣਦਾ ਕਿ ਇਸ ਬਖਸ਼ਿਸ਼ ਦੀ ਪ੍ਰਾਪਤੀ ਜਿਹੜੀ ਹੈ ਉਹ ਵੱਡੇ ਵੱਡੇ ਤਪਸਵੀ ਤਪੱਸਿਆ ਕਰਕੇ ਪ੍ਰਾਪਤ ਨਹੀਂ ਕਰ ਸਕਦੇ, ਜਿਹੜੀ ਬਖਸ਼ਿਸ਼ ਮੈਨੂੰ ਟੋਕਰੀ ਢੋ ਕੇ ਪ੍ਰਾਪਤ ਹੋ ਗਈ ਹੈ। ਇਹ ਇਕੱਠੇ ਹੋ ਕੇ ਨਾ ਗੁਰੂ ਅਮਰਦਾਸ ਮਹਾਰਾਜ ਜੀ ਕੋਲ ਚਲੇ ਗਏ। ਬੜਾ ਹੰਕਾਰ ਸੀ ਨਾ ਅੰਦਰ ਵੀ, ਕੁੜਮਚਾਰੀ ਹੈ ਸਾਡੀ, ਤੇ ਇਹਨਾਂ ਨੇ ਜਾ ਕੇ ਮਹਾਰਾਜ ਨੂੰ ਨਮਸਕਾਰ ਵੀ ਨਹੀਂ ਕੀਤੀ। ਸਤਿਗੁਰਾਂ ਨੇ ਇਹਨਾਂ ਨੂੰ ਬਿਠਾਇਆ ਅਦਬ ਨਾਲ, ਤੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਕਹਿਣ ਲੱਗ ਪਏ। ਆਖਦੇ ਨੇ ਜੇ ਉਹ ਨਿਆਣਾ ਤੇ ਤੁਸੀਂ ਤਾਂ ਸਿਆਣੇ ਸੀ ਨਾ, ਤੁਹਾਡੇ ਘਰ ਦੇ ਵਿੱਚ ਤੁਹਾਡਾ ਜਵਾਈ ਟੋਕਰੀ ਢੋਂਦਾ ਪਿਆ, ਸਾਡੀ ਕੁੱਲ ਦੇ ਸਿਰ 'ਚ ਸਵਾਹ ਪਾ ਦਿੱਤੀ। ਜਦੋਂ ਇੰਨੀ ਗੱਲ ਆਖੀ ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਵਿੱਚੋਂ ਬਚਨ ਨਿਕਲਿਆ। ਸਤਿਗੁਰੂ ਕਹਿਣ ਲੱਗੇ ਜੇ ਇਹ ਤੁਹਾਡੀ ਕੁੱਲ ਵਿੱਚ ਪ੍ਰਗਟ ਨਾ ਹੁੰਦੇ ਤੇ ਤੁਹਾਡੀ ਕੁੱਲ ਦੇ ਸਿਰ 'ਚ ਸਵਾਹੀ ਪੈਣੀ ਸੀ। ਇਹ ਤਾਂ ਇਹਨਾਂ ਦੇ ਆਉਣ ਦੇ ਨਾਲ ਤੁਹਾਡੀਆਂ ਕੁੱਲਾਂ ਦਾ ਭਲਾ ਹੋ ਗਿਆ। ਅਜੇ ਜਦੋਂ ਮਹਾਰਾਜ ਇੰਨਾ ਹੀ ਬਚਨ ਕਰਦੇ ਸਨ ਤੇ ਗੁਰੂ ਰਾਮਦਾਸ ਸਾਹਿਬ ਜੀ ਆ ਗਏ ਤੇ ਆ ਕੇ ਹੱਥ ਜੋੜੇ, ਆਖਿਆ ਪਿਤਾ ਗੁਰਦੇਵ ਕਿਰਪਾ ਕਰੋ, ਇਹ ਵਿਚਾਰੇ ਅਣਜਾਣ ਨੇ, ਹਮ ਭੂਲ ਵਿਗਾੜੈ ਦਿਨ ਸਰਾਤ ਹਰ ਲਾਜ ਰਖਾਏ। ਮਹਾਰਾਜ ਅਸੀਂ ਤਾਂ ਦਿਨ ਰਾਤ ਭੁੱਲਾ ਕਰਨ ਵਾਲੇ, ਵਿਗਾੜ ਕਰਨ ਵਾਲੇ ਆ, ਇਹਨਾਂ ਵਿਚਾਰਿਆਂ ਨੂੰ ਕੀ ਪਤਾ ਹੈ। ਕਿਰਪਾ ਕਰੋ, ਬਖਸ਼ ਦਿਆ ਜੇ ਮਹਾਰਾਜ, ਰਹਿਮਤ ਕਰ ਦਿਆ ਜੇ। ਗੁਰੂ ਅਮਰਦਾਸ ਸਾਹਿਬ ਜੀ ਦਇਆ ਦੇ ਘਰ ਦੇ ਵਿੱਚ ਆਏ। ਪਾਤਸ਼ਾਹ ਕਹਿੰਦੇ ਤੁਸੀਂ ਕਹਿੰਦੇ ਹੋ ਵੀ ਇਹਨੇ ਸਿਰ ਤੇ ਟੋਕਰੀ ਰੱਖੀ, ਸਮਾਂ ਆਵੇਗਾ ਜਦੋਂ ਦੀਨ ਦੁਨੀਆ ਦਾ ਛਤਰ ਇਹਦੇ ਸਿਰ ਦੇ ਉੱਪਰ ਝੂਲੇਗਾ। ਗੁਰਮੁਖੋ ਇਹ ਖਿਮਾ ਦੀ ਦਾਤ ਹੈ। ਮਹਾਰਾਜ ਖਿਮਾ ਨੂੰ ਹਿਰਦੇ ਵਿੱਚ ਰੱਖਦੇ ਨੇ, ਕਿਸੇ ਦੇ ਗੁਨਾਹ ਵੇਖਦੇ ਨੇ, ਕ੍ਰੋਧ ਨਹੀਂ ਕਰਦੇ, ਬਲਕਿ ਦਇਆ ਆਉਂਦੀ ਹੈ ਸਤਿਗੁਰਾਂ ਨੂੰ। ਤੇ ਭਾਈ ਸਾਹਿਬ ਕਹਿੰਦੇ ਮੁਦਤਾ, ਪ੍ਰਸੰਨ ਰਹਿੰਦੇ ਨੇ ਹਰ ਵਕਤ, ਚਿਹਰਾ ਮਹਾਰਾਜ ਜੀ ਦਾ ਖਿੜਿਆ ਰਹਿੰਦਾ। ਮੈਤਰੀ ਤ੍ਰਿਤ ਕਰੁਣਾ ਖਿਮਾ ਮੁਦਤਾ ਅੱਠ ਹੋ ਜਾਮ। ਅੱਠੇ ਪਹਿਰ ਹੀ ਮਹਾਰਾਜ ਬੜੀ ਪ੍ਰਸੰਨਤਾ ਵਿੱਚ ਰਹਿੰਦੇ ਹਨ। ਰਾਜੇ ਕੋਲ 4 ਤਰ੍ਹਾਂ ਦੀ ਫੌਜ ਹੁੰਦੀ ਹੈ। ਇੱਕ ਫੌਜ ਹੁੰਦੀ ਹੈ ਜੀ ਰੱਥ ਵਾਲੀ, ਜਿਹੜੀ ਰਥਾਂ ਤੇ ਸਵਾਰ ਹੁੰਦੀ ਹੈ। ਇੱਕ ਫੌਜ ਹੁੰਦੀ ਜਿਹੜੀ ਪੈਦਲ ਚੱਲਦੀ ਹੈ। ਇੱਕ ਫੌਜ ਹੁੰਦੀ ਜਿਹੜੀ ਘੋੜਿਆਂ ਤੇ ਬਹਿੰਦੀ ਹੈ। ਇੱਕ ਫੌਜ ਹੁੰਦੀ ਜਿਹੜੀ ਹਾਥੀਆਂ ਤੇ ਬਹਿੰਦੀ। ਇਹ 4 ਤਰ੍ਹਾਂ ਦੀ ਫੌਜ ਹੁੰਦੀ ਜਿਹਨੂੰ ਚਤਰੰਗਨੀ ਕਹਿੰਦੇ ਨੇ। ਤੇ ਕਵੀ ਜੀ ਕਹਿੰਦੇ ਹਨ ਮੈਤਰੀ ਤ੍ਰਿਤ ਕਰਨਾ ਖਿਮਾ ਤੇ ਮੁਦਤਾ, ਇਹ ਜਿਹੜੇ ਸ਼ੁਭ ਗੁਣ ਨੇ ਨਾ,
ਇਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਸਿੰਦਨ ਰਥ ਵਾਲੀ ਫੌਜ ਹੈ, ਗੁਰੂ ਰਾਮਦਾਸ ਸਾਹਿਬ ਜੀ ਦੀ। ਇਸ ਤਰ੍ਹਾਂ ਇਹ ਸ਼ੁਭ ਗੁਣਾਂ ਦੇ ਨਾਲ ਪਾਤਸ਼ਾਹ ਤਖਤ ਤੇ ਬਿਰਾਜਦੇ ਹਨ। ਸਾਰ ਸਾਰ ਵਿਚਾਰ ਵਰ ਦੇਖ ਵਿਰਾਗ ਅਬਰਾਮ। ਸਾਧ ਸੰਗਤ ਜੀ, ਸਾਰ ਤੇ ਅਸਾਰ ਦੀ ਵਿਚਾਰ ਕਰਨੀ, ਸੱਚ ਕੀ ਹੈ, ਝੂਠ ਕੀ ਹੈ, ਕੀ ਚੰਗਾ ਹੈ, ਕੀ ਮਾੜਾ ਹੈ। ਜਿਵੇਂ ਆਪਾਂ ਦੁਨੀਆ ਵਿੱਚ ਕੋਈ ਵੀ ਕੰਮ ਕਰਨਾ ਹੋਵੇ ਨਾ, ਆਪਾਂ ਪਹਿਲਾਂ ਵਿਚਾਰ ਕਰਦੇ ਹਾਂ ਵੀ ਇਹਦਾ ਨਤੀਜਾ ਕੀ ਨਿਕਲੇਗਾ। ਕਵੀ ਭਾਈ ਹਰਦਿਆਲ ਜੀ ਕਹਿੰਦੇ ਨੇ, ਸਿਆਣਾ ਮਨੁੱਖ ਉਹ ਹੈ ਜਿਹੜਾ ਕਰਮ ਕਰਨ ਤੋਂ ਪਹਿਲਾਂ ਕਰਮ ਦੇ ਨਤੀਜੇ ਬਾਰੇ ਸੋਚਦਾ ਵੀ ਨਤੀਜਾ ਕੀ ਨਿਕਲੇਗਾ। ਚਾਹੇ ਉਹਨੇ ਉਹ ਧਰਮ ਦਾ ਕਰਮ ਕਰਨਾ ਹੋਵੇ, ਚਾਹੇ ਉਹਨੇ ਕੋਈ ਦੁਨਿਆਵੀ ਕੰਮ ਕਰਨਾ ਹੋਵੇ, ਚਾਹੇ ਉਹਨੇ ਕੋਈ ਮੰਦਾ ਚੰਗਾ ਕੰਮ ਕਰਨਾ ਹੋਵੇ। ਸਿਆਣੇ ਪੁਰਸ਼ ਉਹਦਾ ਨਤੀਜਾ ਪਹਿਲਾਂ ਸੋਚਦੇ ਨੇ, ਕੰਮ ਬਾਅਦ ਵਿੱਚ ਕਰਦੇ ਨੇ। ਤਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਰ ਤੇ ਅਸਾਰ, ਸੱਚ ਕੀ ਹੈ, ਝੂਠ ਕੀ ਹੈ, ਐਸਾ ਕੀ ਹੈ ਜੋ ਧਾਰਨਾ ਅਸੀਂ ਜਿਹੜਾ ਦਰਗਾਹ ਵਿੱਚ ਸਾਡੇ ਕੰਮ ਆਵੇ, ਐਸਾ ਕੀ ਹੈ ਜਿਹਨੂੰ ਅਸੀਂ ਛੱਡਣਾ ਹੈ, ਜੋ ਸਾਡੇ ਨਾਲ ਨਹੀਂ ਨਿਭਣਾ। ਤਾਂ ਕਵੀ ਜੀ ਕਹਿੰਦੇ ਗੁਰੂ ਰਾਮਦਾਸ ਸਾਹਿਬ ਜੀ ਇਹ ਸੱਚ ਤੇ ਝੂਠ ਦੀ ਵਿਚਾਰ ਕਰਦੇ ਹਨ। ਫਿਰ ਹਰ ਵਕਤ ਅੰਦਰ ਵਿਰਾਗ ਰਹਿੰਦਾ। ਵਿਰਾਗ ਦਾ ਅਰਥ ਹੈ ਵੀ ਦੁਨੀਆ ਦੇ ਪਦਾਰਥਾਂ ਦਾ ਪ੍ਰੇਮ ਮੋਹ ਟੁੱਟ ਜਾਣਾ। ਜਦੋਂ ਵਿਰਾਗ ਉਦਾਸ ਸ਼ਬਦ ਆਉਂਦਾ ਨਾ, ਕਈ ਵਾਰੀ ਇਦਾਂ ਮਹਿਸੂਸ ਹੁੰਦਾ ਵੀ ਬੰਦਾ ਰੋਂਦਾ ਹੀ ਰਹੇ ਹਰ ਵਕਤ। ਉਦਾਸ ਸ਼ਬਦ ਦਾ ਮਤਲਬ ਹੀ ਇਹੀ ਹੈ ਜੀ, ਉਦਾਸੀ ਵਿੱਚ ਰਹਿਣਾ। ਵਿਰਾਗ ਦਾ ਮਤਲਬ ਇਹ ਹੈ ਵੀ ਅੱਖਾਂ ਵਿੱਚੋਂ ਹੰਝੂ ਨਿਕਲਦੇ ਰਹਿਣਾ, ਰੋਂਦੇ ਹੀ ਰਹਿਣਾ। ਇਹ ਵਿਰਾਗ ਨਹੀਂ, ਇਹ ਵਿਰਾਗ ਦੀ ਪਰਿਭਾਸ਼ਾ ਨਹੀਂ। ਇਹ ਤਾਂ ਸੋਗ ਹੁੰਦਾ ਜਿਹੜਾ ਅਸੀਂ ਦੁਨੀਆ ਵਿੱਚ ਵੇਖਦੇ ਹਾਂ। ਜਿਹੜਾ ਵਿਰਾਗ ਭਗਤਾਂ ਦੇ ਅੰਦਰ ਹੁੰਦਾ ਉਹਦੇ ਵਿੱਚ ਆਨੰਦ ਹੁੰਦਾ, ਉਹ ਖਿੜੇ ਰਹਿੰਦੇ ਨੇ ਅੰਦਰੋਂ, ਪਦਾਰਥਾਂ ਦਾ ਮੋਹ ਟੁੱਟ ਜਾਂਦਾ ਉਹਨਾਂ ਦਾ, ਉਦਾਸ ਰਹਿੰਦੇ ਨੇ। ਉਦਾਸ ਦਾ ਮਤਲਬ ਕੀ ਹੁੰਦਾ ਜੀ, ਆਪਣੇ ਨਾਲ ਬਹਿਣਾ। ਸਾਨੂੰ ਆਦਤ ਹੁੰਦੀ ਹੈ ਨਾ ਦੂਜੇ ਨਾਲ ਬਹਿਣਾ, ਵੀ ਮੈਂ ਇਕੱਲਾ ਨਹੀਂ ਬਹਿ ਸਕਦਾ, ਮੈਨੂੰ ਕਿਸੇ ਨਾ ਕਿਸੇ ਬੰਦੇ ਦਾ ਸੰਗ ਚਾਹੀਦਾ, ਵੀ ਕੋਈ ਮੇਰੇ ਨਾਲ ਹੋਵੇ, ਮੈਂ ਉਹਦੇ ਨਾਲ ਗੱਲਾਂ ਕਰਾਂ। ਮਹਾਂਪੁਰਖ ਆਪਣੇ ਆਪ ਨਾਲ ਗੱਲਾਂ ਕਰਦੇ ਨੇ, ਉਹ ਕਿਸੇ ਨਾਲ ਗੱਲਾਂ ਨਹੀਂ ਕਰਦੇ। ਉਹਨਾਂ ਨੂੰ ਲੱਗਦਾ ਵੀ ਜਦੋਂ ਕੋਈ ਆ ਜਾਂਦਾ ਤੇ ਸਾਨੂੰ ਵੱਖਰਾ ਕਰ ਦਿੰਦਾ। ਸਾਈਂ ਮੀਆਂ ਮੀਰ ਜੀ, ਉਹਨਾਂ ਨੂੰ ਸ਼ਾਹਜਹਾਨ ਮਿਲਣ ਆਇਆ ਸਾਈਂ ਮੀਆਂ ਮੀਰ ਜੀ ਨੂੰ, ਕਹਿੰਦੇ ਸਾਈਂ ਜੀ ਬਾਦਸ਼ਾਹ ਆਇਆ। ਕਹਿੰਦੇ ਬਾਦਸ਼ਾਹ ਨੂੰ ਕਹਿ ਦਿਓ ਵੀ ਜੇ ਤਾਂ ਕਰਨੀ ਰੱਬ ਦੀ ਗੱਲ ਫਿਰ ਆ ਜਾ, ਜੇ ਕਰਨੀ ਦੁਨੀਆ ਦੀ ਗੱਲ ਫਿਰ ਚਲਾ ਜਾ, ਕਿਉਂਕਿ ਤੇਰੇ ਵਾਸਤੇ ਕੋਈ ਥਾਂ ਨਹੀਂ ਸਾਡੇ ਕੋਲ। ਹਾਂ, ਰੱਬ ਦੀ ਗੱਲ ਕਰਨੀ ਫਿਰ ਆ ਜਾ। ਕਿਉਂ? ਰੱਬ ਦੀ ਗੱਲ ਕਰਾਂਗੇ ਤੇ ਰੱਬ ਨਾਲ ਬੈਠਾਂਗੇ। ਜੇ ਤੂੰ ਦੁਨੀਆ ਦੀ ਗੱਲ ਕਰੇਗਾ, ਤੂੰ ਤਾਂ ਮੈਨੂੰ ਆਪਣੇ ਆਪ ਤੋਂ ਵੀ ਦੂਰ ਕਰ ਦੇਂਗਾ। ਇਸ ਕਰਕੇ ਮੈਂ ਚਾਹੁੰਦਾ ਵੀ ਰੱਬ ਦੀ ਗੱਲ ਹੋਵੇ। ਇਹਨੂੰ ਕਹਿੰਦੇ ਜੀ ਉਦਾਸਪੁਣਾ। ਸੋਗ ਨਹੀਂ ਹੁੰਦਾ, ਇਹਦੇ ਵਿੱਚ ਖੁਸ਼ੀ ਤੇ ਆਨੰਦ ਹੁੰਦਾ ਹੈ। ਤੇ ਫਿਰ ਕਵੀ ਜੀ ਕਹਿੰਦੇ ਹਨ, ਸਾਰ ਅਸਾਰ ਵਿਚਾਰ ਬਰ ਦ੍ਰਿੜ ਵਿਰਾਗ ਅਬਰਾਮ। ਸੱਚ ਝੂਠ ਨੂੰ ਵਿਚਾਰਨਾ, ਫਿਰ ਅੰਦਰ ਵਿਰਾਗ ਨੂੰ ਧਾਰਨ ਕਰਕੇ ਰੱਖਣਾ। ਜੋਗ ਧਰਮ ਪਰਮੇਸ਼ਰ ਨਾਲ ਜੁੜਨਾ। ਜੋਗ ਦਾ ਅਰਥ ਹੈ ਜੀ ਰੱਬ ਨਾਲ ਜੁੜਨਾ, ਧਰਮ ਧਾਰਨ ਕਰਨਾ ਸ਼ੁਭ ਗੁਣਾਂ ਨੂੰ। ਇਹ ਗੁਰੂ ਅਮਰਦਾਸ, ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਉਹ ਫੌਜ ਹੈ ਜਿਹੜੀ ਹਾਥੀਆਂ ਦੇ ਉੱਪਰ ਸਵਾਰ ਹੁੰਦੀ ਹੈ। ਇਹ ਸ਼ੁਭ ਗੁਣਾਂ ਦੀ ਫੌਜ ਦੇ ਨਾਲ ਸਤਿਗੁਰ ਬਿਰਾਜਦੇ ਹਨ। ਇਸੇ ਤਰ੍ਹਾਂ ਸਮ, ਮਨ ਨੂੰ ਕਾਬੂ ਰੱਖਣਾ। ਇਹਨੂੰ ਔਖਾ ਨਾ ਕਾਬੂ ਕਰਨਾ, ਮਨ ਨੂੰ ਭਟਕਦਾ ਰਹਿੰਦਾ, ਦੌੜਦਾ ਰਹਿੰਦਾ ਹਰ ਵਕਤ। ਹਰ ਕੋਈ ਇਹਨੂੰ ਕਾਬੂ ਨਹੀਂ ਕਰ ਸਕਦਾ। ਪਰ ਜੇ ਗੁਰੂ ਰਾਮਦਾਸ ਮਹਾਰਾਜ ਸਿਰ ਤੇ ਮਿਹਰ ਭਰਿਆ ਹੱਥ ਰੱਖ ਦੇਣ, ਇਹ ਮਨ ਵੀ ਕਾਬੂ ਆ ਜਾਂਦਾ। ਮਨ ਵਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ। ਹੋਰ ਤਰੀਕਾ ਨਹੀਂ ਜੀ ਇਹਨੂੰ ਕਾਬੂ ਕਰਨ ਦਾ। ਸਵਾਲ ਸਾਰੇ ਸਾਨੂੰ ਕਰ ਦਿੰਦੇ, ਸਾਡਾ ਤੇ ਆਪਣਾ ਕਾਬੂ ਕੋਈ ਨਹੀਂ। ਕਈ ਆਖਦੇ ਬਾਬਾ ਜੀ ਸਾਡਾ ਮਨ ਕਾਬੂ ਨਹੀਂ। ਬਾਬਾ ਜੀ ਦਾ ਕਿਹੜਾ ਕਾਬੂ ਆ? ਇਹ ਕਹਿੰਦਾ ਬਾਬਾ ਜੀ ਸਾਡਾ ਵੀਜ਼ਾ ਨਹੀਂ ਲੱਗਦਾ। ਮੈਂ ਬਾਬਾ ਜੀ ਦਾ ਆਪਣਾ ਤੇ ਲੱਗਿਆ ਕੋਈ ਨਹੀਂ, ਤੇ ਬਾਬਾ ਜੀ ਤੁਹਾਡਾ ਕਿੱਥੋਂ ਲਾ ਦੇਣ? ਇਹ ਸੁਭਾਵਕ ਹੈ ਨਾ। ਆਪ ਝੋਲੀ ਅੱਡੀਏ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ। ਇੱਥੋਂ ਬਖਸ਼ਿਸ਼ਾਂ ਸਾਰਿਆਂ ਨੂੰ ਮਿਲਦੀਆਂ ਨੇ, ਬਾਕੀ ਤਾਂ ਸਾਰੇ ਭਿਖਾਰੀ ਨੇ। ਆਪਾਂ ਤਾਂ ਭਿਖਾਰੀ ਆ ਸਾਰੇ ਜਾਣੇ, ਜਿੰਨੇ ਵੀ ਆ, ਸਭ ਮੰਗਦੇ ਆ। ਤੇ ਇਸ ਵਾਸਤੇ ਜਿਵੇਂ ਗੁਰੂ ਰਾਮਦਾਸ ਸਾਹਿਬ ਜੀ ਦਾ ਹੀ ਬਚਨ ਹੈ ਨਾ, ਸਭ ਤੁਧ ਹੈ ਥਾਵੋ ਮੰਗਦੇ ਮੇਰੇ ਸਾਹਾ। ਇਹ ਵਾਹਿਗੁਰੂ ਸਾਰੇ ਤੇਰੇ ਕੋਲੋਂ ਹੀ ਅਰਦਾਸਾਂ ਕਰਕੇ ਮੰਗਦੇ ਨੇ। ਤਾਂ ਜਿਹਦੇ ਕੋਲੋਂ ਸਾਰੇ ਮੰਗਦੇ ਨੇ, ਆਪਾਂ ਮੰਗਣਾ ਉਸੇ ਹੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚੋਂ,
क्योंकि ਉਹਦੇ ਦਰ ਤੋਂ ਕੋਈ ਖਾਲੀ ਨਹੀਂ ਮੁੜਦਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਜਿਹੜਾ ਝੋਲੀ ਅੱਡ ਕੇ ਚਲਾ ਜਾਂਦਾ ਨਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚਲੇ ਜਾਓ, ਬੱਲੇ ਬੱਲੇ ਏਡੀ ਵੱਡੀ ਲਾਈਨ, ਅਸੀਂ ਤਾਂ ਬਾਹਰੋਂ ਹੀ ਮੱਥਾ ਟੇਕ ਲੈਣਾ। ਉਹੀ ਲੋਕ ਰੈਸਟੋਰੈਂਟ ਦੇ ਮੂਹਰੇ ਲਾਈਨਾਂ ਬਣਾ ਕੇ ਖੜੇ ਹੁੰਦੇ ਨੇ ਵੀ ਸਾਡੀ ਵਾਰੀ ਆ ਜਾਏ, ਡਾਕਟਰ ਦੇ ਮੂਹਰੇ ਖੜੇ ਹੁੰਦੇ ਨੇ। ਇੱਕ ਨਾ ਪਰਿਵਾਰ ਮਿਲਿਆ ਜੀ ਕੈਨੇਡਾ ਦਾ, ਜਾਣਕਾਰ ਸਨ, ਹਰਿਮੰਦਰ ਸਾਹਿਬ ਗਏ ਦਰਸ਼ਨ ਕਰਨ ਵਾਸਤੇ, ਬੜੀ ਲੰਬੀ ਲਾਈਨ ਲੱਗੀ ਹੋਈ, ਹਜ਼ਾਰਾਂ ਲੋਕ ਲੱਖਾਂ ਲੋਕ ਇਕੱਠੇ ਹੋ ਕੇ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਜਾਂਦੇ, ਬਾਹਰੋਂ ਹੀ ਮੱਥਾ ਟੇਕ ਆਏ ਜੀ, ਅੰਦਰ ਗਏ ਨਹੀਂ। ਤੇ ਕੈਨੇਡਾ ਜਦੋਂ ਜਾਂਦੇ ਰੈਸਟੋਰੈਂਟ ਤੇ ਬਾਹਰ ਕਤਾਰਾਂ ਦੇ ਵਿੱਚ ਖਲੋਤੇ ਹੁੰਦੇ ਵੀ ਕਦੋਂ ਵਾਰੀ ਆਵੇ ਤੇ ਰੋਟੀ ਖਾ ਲਈਏ। ਉੱਥੇ ਸਾਨੂੰ ਕਤਾਰਾਂ ਨਹੀਂ ਦੁਖਦੀਆਂ, ਸਾਨੂੰ ਗੁਰਦੁਆਰੇ VIP ਟ੍ਰੀਟਮੈਂਟ ਚਾਹੀਦਾ ਵੀ ਸਾਨੂੰ ਪਹਿਲਾਂ ਲੈ ਜਾਣ ਵੀ ਅਸੀਂ ਕੈਨੇਡਾ ਤੋਂ ਆਏ ਹਾਂ। ਉਹ ਲੋਕ ਰੈਸਟੋਰੈਂਟ ਦੀਆਂ ਕਤਾਰਾਂ ਵਿੱਚ ਮੈਂ ਖੁਦ ਰੁਲਦੇ ਵੇਖੇ ਨੇ। ਡਾਕਟਰ ਕੋਲ ਜਾਂਦੇ ਨੇ, ਉੱਥੇ ਜਾ ਕੇ ਕਤਾਰਾਂ ਵਿੱਚ ਬਹਿੰਦੇ ਕਈ ਘੰਟੇ, ਉੱਥੇ ਨਹੀਂ ਖਲੋ ਸਕਦੇ ਜਿੱਥੇ ਇੱਕ ਪਲ ਬਤੀਤ ਕਰਨ ਦਾ ਵੀ ਫਲ ਪ੍ਰਾਪਤ ਹੁੰਦਾ। ਡਾਕਟਰ ਕੋਲ ਬਹਿਓਗੇ ਨਾ ਜੀ, ਕਈ ਘੰਟੇ ਬਹਿਣਾ ਪੈਂਦਾ, ਉੱਥੇ ਕੋਈ ਫਲ ਮਿਲਣਾ ਬਹਿਣ ਦਾ, ਦਵਾਈ ਮਿਲੇਗੀ ਨਾ। ਪਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਵਿੱਚ ਜੇ ਇੱਕ ਸਾਡਾ ਸਾਹ ਲੰਘਦਾ ਨਾ, ਇੱਕ ਸਾਹ ਵੀ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਦੇ ਵਿੱਚ ਸਾਡਾ ਬਤੀਤ ਹੋਇਆ, ਉਹ ਵੀ ਰੱਬ ਦੇ ਘਰ ਦੇ ਵਿੱਚ ਸਫਲ ਆਇਆ ਹੈ। ਜਿੰਨੇ ਕਦਮ ਉੱਥੇ ਚੱਲ ਕੇ ਜਾਓਗੇ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਜਿਹੜਾ ਪੁਲ ਬਣਾਇਆ ਨਾ ਜੀ, ਉਹ 84 ਕਦਮ ਹੈ, ਤੁਸੀਂ ਮਿਣ ਕੇ ਵੇਖ ਲੈਣਾ। ਤੇ ਬਚਨ ਕੀਤਾ ਜਿਹੜੇ 84 ਕਦਮ ਚੱਲ ਕੇ ਜਾਣਗੇ ਉਹਨਾਂ ਦੀ 84 ਕੱਟੀ ਜਾਏਗੀ। ਬੌਲੀ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਨੇ ਬਣਾਈ, 84 ਪੌੜੀਆਂ ਬਣਾਈਆਂ। ਜਿਹੜਾ ਇੱਥੇ 84 ਵਾਰ ਇਸ਼ਨਾਨ ਕਰ ਜਪਜੀ ਸਾਹਿਬ ਦੇ ਪਾਠ ਕਰੇਗਾ ਉਹਦੀ 84 ਕੱਟੀ ਜਾਏਗੀ। ਜਿਹੜਾ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਵਿੱਚ ਜਾਏਗਾ ਉਹਦੀ ਵੀ 84 ਕੱਟੀ ਜਾਏਗੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਮਨ ਨੂੰ ਕਾਬੂ ਕਰਨਾ, ਦਮ ਇੰਦਰੀਆਂ ਨੂੰ ਕਾਬੂ ਕਰਨਾ, ਇਸੇ ਤਰ੍ਹਾਂ ਜੋਗ ਨੇਮ ਯਮ ਫਿਰ ਤਤੀਕਸ਼ਾ ਆਦਿਕ, ਇਹ ਜਿਹੜੇ ਸ਼ੁਭ ਗੁਣ ਧਾਰਨ ਕਰਨੇ। ਸਤਿ ਰੰਗ ਕੀ ਬਾਹਿਨੀ ਰਾਜ ਸਤਿਗੁਰ ਨਾਮ, ਇਹ ਸਤਿਗੁਰੂ ਮਹਾਰਾਜ ਜੀ ਦੀ ਘੋੜਿਆਂ ਵਾਲੀ ਫੌਜ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਮਨ ਨੂੰ ਕਾਬੂ ਕਰਨਾ, ਇੰਦਰੀਆਂ ਨੂੰ ਕਾਬੂ ਕਰਕੇ ਰੱਖਣਾ, ਅੱਖਾਂ ਦੁਆਰਾ ਮਾੜਾ ਨਾ ਵੇਖਣਾ। ਇਹਨੂੰ ਵੀ ਖੋਲਦੇ, ਪ੍ਰਸੰਗ ਥੋੜਾ ਜਿਹਾ ਲੰਬਾ ਹੈ ਤੇ ਸਮਾਂ ਵੀ ਆਪਣੀ ਮੰਜ਼ਿਲ ਵੱਲ ਤੁਰੀ ਜਾਂਦਾ ਹੈ, ਤਾਂ ਥੋੜੀ ਜਿਹੀ ਮੈਂ ਵਿਆਖਿਆ ਨਾਲ ਇਹਦੀ ਕਰੀ ਚੱਲਦਾ। ਦਮ ਦਾ ਮਤਲਬ ਹੁੰਦਾ ਹੈ ਵੀ ਇੰਦਰੇ ਕਾਬੂ ਕਰਨੇ, ਅੱਖਾਂ ਸਾਡੀਆਂ ਮਾੜਾ ਨਾ ਵੇਖਣ, ਜ਼ਬਾਨ ਸਾਡੀ ਨਿੰਦਿਆ ਨਾ ਕਰੇ, ਝੂਠ ਨਾ ਬੋਲੇ, ਕੰਨਾਂ ਨਾਲ ਅਸੀਂ ਨਿੰਦਿਆ ਨਾ ਸੁਣੀਏ ਕਿਸੇ ਦੀ, ਹੱਥਾਂ ਨਾਲ ਮਾੜਾ ਨਾ ਕਰੀਏ, ਪੈਰਾਂ ਨਾਲ ਅਸੀਂ ਮਾੜੀ ਸੰਗਤ ਵਿੱਚ ਨਹੀਂ ਚੱਲ ਕੇ ਜਾਣਾ। ਇਹ ਹੁੰਦਾ ਇੰਦਰੀਆਂ ਨੂੰ ਕਾਬੂ ਕਰਨਾ, ਦਮਨ ਕਰਨਾ ਆਪਣੀਆਂ ਇੰਦਰੀਆਂ ਨੂੰ, ਮਨ ਨੂੰ ਕਾਬੂ ਕਰਨਾ ਔਰ ਇੰਦਰੀਆਂ ਨੂੰ ਕਾਬੂ ਕਰਨਾ। ਇਸੇ ਤਰ੍ਹਾਂ ਯੋਗ ਨੂੰ ਸਾਧਣਾ, ਕਿਹੜਾ ਯੋਗ ਜੀ? ਭਗਤੀ ਯੋਗ। ਇਹ ਯੋਗ ਸਾਧਣਾ, ਨੇਮ ਧਾਰਨ ਕਰਕੇ ਰੱਖਣਾ। ਇਸੇ ਤਰ੍ਹਾਂ ਤਤੀਕਸ਼ਾ, ਜੋ ਕੁਝ ਹੈ ਉਹਨੂੰ ਸਹਾਰ ਲੈਣਾ, ਆਪਣੇ ਅੰਦਰ ਭੁੱਖ ਦੁੱਖ ਨੂੰ ਸਹਾਰਨਾ। ਇਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਘੋੜਿਆਂ ਵਾਲੀ ਫੌਜ ਹੈ। ਇਸ ਤਰ੍ਹਾਂ ਪਾਤਸ਼ਾਹ ਜੀ ਬਿਰਾਜਦੇ ਹਨ। ਸ਼ਰਧਾ ਸੋਚ ਸੋ ਬੁੱਧ ਬਰ ਸਭ ਸ਼ੁਭ ਕਰਮ ਵਿਰਾਮ। ਫਿਰ ਸ਼ਰਧਾ ਮਨ ਵਿੱਚ ਰੱਖਣੀ ਗੁਰੂ ਸਾਹਿਬ ਜੀ ਦੇ ਪ੍ਰਤੀ ਬੜੀ ਜ਼ਰੂਰੀ ਹੈ। ਸ਼ਰਧਾ ਜੀ, ਸ਼ਰਧਾ ਤੋਂ ਬਿਨਾ ਮਨੁੱਖ ਗੁਰੂ ਨਾਲ ਜੋੜ ਹੀ ਨਹੀਂ ਸਕਦਾ। ਅੱਜ ਕੱਲ੍ਹ ਪ੍ਰਚਾਰ ਹੁੰਦਾ ਨਾ ਜੀ, ਗਿਆਨ ਹੋਣਾ ਚਾਹੀਦਾ, ਗਿਆਨ ਹੋਣਾ ਚਾਹੀਦਾ। ਇੱਕ ਵਿਦਵਾਨ ਨੇ ਬਚਨ ਲਿਖਿਆ, ਇੱਕ ਸੀ ਭਾਨੀ ਤੇ ਇੱਕ ਸੀ ਦਾਨੀ। ਭਾਨੀ ਨੇ ਭਾਣਾ ਮੰਨ ਲਿਆ, ਦਾਨੀ ਦਾਨਾ ਅਕਲ ਵਾਲਾ, ਉਹ ਰਹਿ ਗਏ ਖਾਲੀ। ਜਦੋਂ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਨੇ ਥੜੇ ਬਣਾਉਣ ਵਾਸਤੇ ਆਖਿਆ ਸੀ ਨਾ, ਭਾਈ ਰਾਮਾ ਜੀ, ਜਿਹੜੇ ਭਾਈ ਰਾਮਾ ਜੀ ਸਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਜਵਾਈ ਸਨ, ਇਹ ਵੀ ਜਿਹੜੇ ਸਤਿਗੁਰਾਂ ਦੀ ਛੋਟੀ ਬੇਟੀ ਬੀਬੀ ਦਾਨੀ ਨਾਲ ਵਿਆਹੇ ਸਨ। ਦਾਨੀ ਦਾ ਅਰਥ ਕੀ ਹੁੰਦਾ ਜੀ? ਦਾਨਾ ਸਿਆਣੇ ਨੂੰ ਕਹਿੰਦੇ ਨੇ, ਅਕਲ ਵਰਤਣ ਵਾਲਾ। ਭਾਨੀ ਜਿਹਨੂੰ ਭਾ ਜਾਏ। ਵਿਆਹ ਵੇਲੇ ਮਹਾਰਾਜ ਨੇ ਆਖਿਆ, ਪੁੱਤਰ 3 ਭੱਬੇ ਯਾਦ ਰੱਖੀ, ਭੱਬਾ ਭਲਾ ਜੀ, ਭੱਬਾ ਭਾਣਾ ਜੀ, ਭੱਬਾ ਭੁੱਲੀ ਜੀ। ਭਾਣਾ ਮੰਨਣਾ ਪਰਮੇਸ਼ਰ ਦਾ, ਅਕਾਲ ਪੁਰਖ ਦਾ ਨਾਂ ਵੀ ਭਾਨੀ ਹੈ ਤੇ ਭਾਣਾ ਵੀ ਮੰਨਿਆ। ਔਰ ਇਹਦੀ ਵਿਆਖਿਆ ਜਦੋਂ ਮੈਂ ਪੜ੍ਹ ਰਿਹਾ ਬੜਾ ਹੈਰਾਨ ਹੋਇਆ। ਜਿਹੜੇ ਵਿਦਵਾਨ ਨੇ ਬਚਨ ਲਿਖੇ, ਕਹਿੰਦੇ ਜਿਹਨੇ ਅਕਲ ਤੋਂ ਕੰਮ ਲਿਆ ਉਹ ਖਾਲੀ ਰਹਿ ਗਿਆ, ਜਿਹਨੇ ਸ਼ਰਧਾ ਤੋਂ ਕੰਮ ਲਿਆ ਉਹਦੀ ਝੋਲੀ ਭਰ ਗਈ। ਗੁਰੂ ਸਾਹਿਬ ਨੇ ਆਖਿਆ ਵੀ ਥੜੇ ਬਣਾਓ ਸਾਡੇ ਲਈ।
ਬੌਲੀ ਸਾਹਿਬ ਦੇ ਨੇੜੇ ਨਿਸ਼ਾਨਦੇਹੀ ਕਰ ਦਿੱਤੀ ਮਹਾਰਾਜ ਨੇ ਛਟੀ ਨਾਲ। ਇੱਕ ਪਾਸੇ ਭਾਈ ਰਾਮਾ ਜੀ ਥੜਾ ਬਣਾਉਂਦੇ ਨੇ ਤੇ ਦੂਜੇ ਪਾਸੇ ਗੁਰੂ ਰਾਮਦਾਸ ਮਹਾਰਾਜ ਜੀ ਥੜਾ ਬਣਾਉਂਦੇ ਨੇ। ਸ਼ਾਮ ਪਈ, ਪਾਤਸ਼ਾਹ ਆਏ, ਭਾਈ ਰਾਮੇ ਦਾ ਥੜਾ ਵੇਖਿਆ ਵੀ ਪੁਰਖਾ ਤੇਰਾ ਥੜਾ ਵਧੀਆ ਨਹੀਂ ਬਣਿਆ, ਅਸੀਂ ਜਿਹੋ ਜਿਹਾ ਕਿਹਾ ਸੀ ਉੱਦਾਂ ਦਾ ਬਣਾਇਆ ਨਹੀਂ ਤੂੰ। ਕਹਿੰਦੇ ਪਾਤਸ਼ਾਹ ਠੀਕ ਤਾਂ ਹੈ, ਥੜਾ ਹੀ ਹੈ, ਥੜਾ ਤੇ ਥੜਾ ਹੀ ਹੈ। ਮਹਾਰਾਜ ਕਹਿੰਦੇ ਨਹੀਂ, ਵਧੀਆ ਨਹੀਂ ਬਣਿਆ। ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਵਾਲੇ ਪਾਸੇ ਗਏ, ਆਖਿਆ ਵੀ ਪੁਰਖਾ ਜਿਹੋ ਜਿਹਾ ਕਿਹਾ ਸੀ ਉੱਦਾਂ ਨਹੀਂ ਬਣਾਇਆ। ਹੱਥ ਜੋੜ ਕੇ ਕਹਿੰਦੇ ਮਹਾਰਾਜ ਜੀ ਵੀ ਮੇਰੇ ਕੋਲ ਤਾਂ ਬੁੱਧੀ ਨਹੀਂ ਵੀ ਮੈਂ ਤੁਹਾਡੀ ਗੱਲ ਸਮਝ ਸਕਾਂ, ਤੁਸੀਂ ਕਹਿੰਦੇ ਹੋ ਮੈਨੂੰ ਸਮਝ ਨਹੀਂ ਆਉਂਦੀ। ਉਹ ਥੜੇ ਟਵਾ ਦਿੱਤੇ, ਨਿਸ਼ਾਨਦੇਹੀ ਕਰ ਦਿੱਤੀ ਮਹਾਰਾਜ ਨੇ। ਦੂਜੇ ਦਿਨ ਫਿਰ ਥੜੇ ਬਣਾਏ ਗਏ। ਸਤਿਗੁਰੂ ਮਹਾਰਾਜ ਸੰਧਿਆ ਵਕਤ ਫਿਰ ਥੜੇ ਵੇਖਦੇ ਨੇ ਤੇ ਬਾਬਾ ਰਾਮਾ ਜੀ ਦਾ ਥੜਾ ਮਹਾਰਾਜ ਨੇ ਢਵਾ ਦਿੱਤਾ, ਇਹ ਕਹਿ ਕੇ ਵੀ ਜਿਹੋ ਜਿਹਾ ਅਸੀਂ ਕਿਹਾ ਸੀ ਉੱਦਾਂ ਦਾ ਤੁਸੀਂ ਬਣਾਇਆ ਨਹੀਂ। ਬਾਬਾ ਰਾਮਾ ਜੀ ਫਿਰ ਕਹਿਣ ਲੱਗੇ ਮਹਾਰਾਜ ਵੀ ਥੜਾ ਤਾਂ ਉੱਦਾਂ ਦਾ ਹੀ ਬਣਾਇਆ ਜਿਹੋ ਜਿਹਾ ਤੁਸੀਂ ਕਹਿ ਕੇ ਗਏ, ਪਰ ਤੁਸੀਂ ਹੋ ਗਏ ਹੋ ਬਜ਼ੁਰਗ ਤੇ ਤੁਹਾਨੂੰ ਗੱਲ ਭੁੱਲ ਜਾਂਦੀ ਹੈ, ਤੁਹਾਨੂੰ ਗੱਲ ਚੇਤੇ ਨਹੀਂ ਰਹਿੰਦੀ, ਦੱਸ ਕੇ ਜਾਂਦੇ ਹੋ ਪਰ ਭੁੱਲ ਜਾਂਦੇ ਹੋ ਤੁਸੀਂ। ਮਹਾਰਾਜ ਕਹਿੰਦੇ ਨਹੀਂ ਪੁਰਖਾ ਇਹ ਬਣਿਆ ਨਹੀਂ। ਹੁਣ ਥੜਾ ਢਵਾ ਦਿੱਤਾ ਮਹਾਰਾਜ ਨੇ ਦੂਜੇ ਦਿਨ ਵੀ। ਗੁਰੂ ਰਾਮਦਾਸ ਮਹਾਰਾਜ ਜੀ ਦਾ ਥੜਾ ਉਹ ਵੇਖਿਆ, ਆਖਿਆ ਪੁਰਖਾ ਠੀਕ ਨਹੀਂ ਬਣਿਆ। ਤੇ ਗੁਰੂ ਰਾਮਦਾਸ ਸਾਹਿਬ ਨੇ ਫਿਰ ਹੱਥ ਜੋੜ ਲਏ, ਮਹਾਰਾਜ ਭੁੱਲਣ ਹਾਰੇ ਆ, ਬਖਸ਼ ਲਓ। ਤੀਜੇ ਦਿਨ ਥੜੇ ਫਿਰ ਬਣਾਏ ਗਏ। ਭਾਈ ਰਾਮਾ ਜੀ ਦਾ ਥੜਾ ਵੇਖ ਕੇ ਮਹਾਰਾਜ ਫਿਰ ਕਹਿੰਦੇ ਰਾਮਿਆ ਥੜਾ ਬਣਿਆ ਨਹੀਂ ਉੱਦਾਂ ਦਾ ਜਿੱਦਾਂ ਦਾ ਕਿਹਾ। ਕਹਿੰਦੇ ਪਾਤਸ਼ਾਹ ਹੁਣ ਨਹੀਂ ਬਣਦਾ ਮੇਰੇ ਤੋਂ, ਕਿਉਂਕਿ ਥੜਾ ਤੇ ਥੜਾ ਹੀ ਹੁੰਦਾ ਹੈ। ਹੁਣ ਕਿਹੋ ਜਿਹਾ ਹੁੰਦਾ ਹੈ ਮਹਾਰਾਜ ਇਹ ਮੈਨੂੰ ਨਹੀਂ ਪਤਾ, ਤੁਸੀਂ ਨਿਸ਼ਾਨਦੇਹੀ ਕਰ ਜਾਂਦੇ ਹੋ, ਆਪੇ ਤੁਸੀਂ ਭੁੱਲ ਜਾਂਦੇ ਹੋ ਤੇ ਪਾਤਸ਼ਾਹ ਹੁਣ ਨਹੀਂ ਬਣਾ ਸਕਦਾ। ਭਾਈ ਰਾਮਾ ਤਾਂ ਚਲੇ ਗਏ, ਪਰ ਇਹ ਸਿਲਸਿਲਾ 7 ਦਿਨ ਚੱਲਿਆ ਲਗਾਤਾਰ। 7 ਦਿਨ ਗੁਰੂ ਰਾਮਦਾਸ ਮਹਾਰਾਜ ਜੀ 7 ਦਿਨ ਥੜੇ ਬਣਾਉਂਦੇ ਰਹੇ। ਸਤਿਗੁਰੂ ਆਇਆ ਕਰਨ ਤੇ ਥੜਾ ਢਵਾ ਦਿਆ ਕਰਨ, ਫਿਰ ਆਇਆ ਕਰਨ, ਫਿਰ ਥੜਾ ਢਵਾ ਦਿਆ ਕਰਨ। ਤੇ 7ਵੇਂ ਦਿਨ ਪਤਾ ਕੀ ਕਹਿੰਦੇ, ਆਖਿਆ ਪੁਰਖਾ ਤੇਰਾ ਥੜਾ ਜੋਗੋ ਜੁਗ ਅਟਲ ਰਹੇਗਾ, ਤੇਰਾ ਬਣਾਇਆ ਥੜਾ ਜੋਗੋ ਜੁਗ ਅਟਲ ਰਹੇਗਾ। ਉਸ ਗੁਰੂ ਰਾਮਦਾਸ ਸਾਹਿਬ ਜੀ ਦਾ ਘਰ ਅੱਜ ਜੁਗੋ ਜੁਗ ਅਟਲ ਹੈ। ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ। ਇੱਥੇ ਅਕਲ ਕੰਮ ਨਹੀਂ ਕਰਦੀ, ਇੱਥੇ ਸ਼ਰਧਾ ਕੰਮ ਕਰਦੀ ਹੈ। ਤਾਂ ਉਹ ਵਿਦਵਾਨ ਕਹਿੰਦਾ ਦਾਨੀ ਸਿਆਣਾ ਅਕਲ ਵਾਲਾ ਹਾਰ ਗਿਆ। ਕੌਣ? ਭਾਈ ਰਾਮਾ। ਉਹਨੇ ਅਕਲ ਵਰਤੀ ਆਪਣੀ, ਪਰ ਭਾਨੀ ਜਿਨ੍ਹਾਂ ਦੇ ਅੰਦਰ ਭਾਵਨਾ ਸ਼ਰਧਾ ਸੀ ਉਹ ਜਿੱਤ ਗਏ। ਕਿਉਂ ਜਿੱਤੇ? ਕਿਉਂਕਿ ਉਹਨਾਂ ਨੇ ਸ਼ਰਧਾ ਮੂਹਰੇ ਰੱਖੀ, ਆਪਣੀ ਅਕਲ ਪਿੱਛੇ ਕਰ ਲਈ ਉਹਨਾਂ ਨੇ। ਉਹ ਗੁਰੂ ਸਾਹਿਬ ਦੇ ਘਰ ਦੇ ਵਿੱਚੋਂ ਦਾਤਾਂ ਲੈ ਗਏ ਤੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਘਰ ਦੇ ਵਿੱਚ ਆਏ। ਸਾਹਮਣੇ ਵੇਖਿਆ ਬੀਬੀ ਦਾਨੀ ਤੇ ਬੀਬੀ ਭਾਨੀ ਦੋਨੇ ਬੇਟੀਆਂ ਬੈਠੀਆਂ ਤੇ ਨਾਲ ਬਾਬਾ ਮੋਹਰੀ ਜੀ ਦੀ ਸੁਪਤਨੀ ਬੈਠੀ ਹੋਈ ਸੀ। ਤੇ ਸਤਿਗੁਰਾਂ ਨੇ ਆਖਿਆ ਭਾਨੀ ਜੇ ਸਾਈਂ ਦਾ ਹੁਕਮ ਵਰਤ ਜਾਏ ਤੇ ਜੇ ਤੇਰਾ ਪਤੀ ਰਾਮਦਾਸ ਚੜ੍ਹਾਈ ਕਰ ਜਾਏ ਤੇ ਫਿਰ ਕੀ ਕਰੇਂਗੀ? ਨੱਕ ਦੇ ਵਿੱਚ ਨਾ ਨੱਥ ਸੀ ਮਾਤਾ ਦੇ, ਬੀਬੀ ਭਾਨੀ ਜੀ ਦੇ। ਨੱਥ ਉਤਾਰੀ, ਚਰਨਾਂ 'ਚ ਰੱਖ ਦਿੱਤੀ, ਪਿਤਾ ਜੀ ਜੋ ਰਜਾ ਹੋਵੇਗੀ। ਤੇ ਸਤਿਗੁਰਾਂ ਨੇ ਫਿਰ ਬਚਨ ਕੀਤਾ। ਪਾਤਸ਼ਾਹ ਕਹਿੰਦੇ ਅਸੀਂ ਆਪਣੀ ਆਯੂ ਵਿੱਚੋਂ, ਇਹ ਬਚਨ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਜੀ, ਅਸੀਂ ਆਪਣੀ ਉਮਰਾਂ ਵਿੱਚੋਂ 6 ਸਾਲ 11 ਮਹੀਨੇ 8 ਦਿਨ ਦੀ ਉਮਰਾਂ ਦੇ ਕੇ ਚੱਲੇ ਆ ਗੁਰੂ ਰਾਮਦਾਸ ਮਹਾਰਾਜ ਜੀ ਨੂੰ। ਆਪਣੀ ਆਯੂ ਦਾ ਇੱਕ ਹਿੱਸਾ ਜਿਹੜਾ ਸੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਦੇ ਕੇ ਗਏ। ਔਰ ਗੁਰਤਾ ਗੱਦੀ ਉੱਪਰ ਗੁਰੂ ਰਾਮਦਾਸ ਸਾਹਿਬ ਜੀ ਜਦੋਂ ਬੈਠੇ ਨੇ ਜੀ, ਆਹੀ ਸਮਾਂ ਸਿਰਫ ਗੁਰਤਾ ਗੱਦੀ ਉੱਪਰ ਗੁਰੂ ਰਾਮਦਾਸ ਮਹਾਰਾਜ ਜੀ ਰਹੇ ਨੇ, ਜਿਹੜਾ ਸਮਾਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਉਹਨਾਂ ਨੂੰ ਦੇ ਕੇ ਗਏ ਸਨ। ਉਸ ਤੋਂ ਬਾਅਦ ਮਹਾਰਾਜ ਜੀ ਸੱਚਖੰਡ ਪਿਆਨਾ ਕਰ ਗਏ ਗੁਰੂ ਰਾਮਦਾਸ ਮਹਾਰਾਜ ਜੀ। ਇਹ ਸ਼ਰਧਾ ਵਾਲਿਆਂ ਦੀਆਂ ਝੋਲੀਆਂ ਭਰਦੀਆਂ ਨੇ, ਜਿਨ੍ਹਾਂ ਅੰਦਰ ਸ਼ਰਧਾ ਹੋਵੇ। ਇੱਥੇ ਅਕਲ ਕੰਮ ਨਹੀਂ ਕਰਦੀ ਜੀ, ਇੱਥੇ ਸ਼ਰਧਾ। ਮਸ਼ਕੀਨ ਜੀ ਇੱਕ ਬਚਨ ਕਹਿੰਦੇ ਸਨ, ਤੁਸੀਂ ਕਿਹਦੀ ਗੱਲ ਮੰਨੋਗੇ? ਕਹਿੰਦੇ ਉਹਦੀ ਮੰਨੋਗੇ ਨਾ ਜਿਹਦੇ ਤੇ ਤੁਹਾਡੀ ਸ਼ਰਧਾ, ਦੂਜੇ ਦੀ ਨਹੀਂ ਮੰਨੋਗੇ। ਬੱਚਾ ਤੁਹਾਡਾ ਛੋਟਾ ਹੁੰਦਾ, ਤੁਸੀਂ ਉਹਦੀ ਗੱਲ ਨਹੀਂ ਮੰਨਦੇ, ਤੁਹਾਨੂੰ ਪਤਾ ਹੈ ਵੀ ਉਹਨੂੰ ਹਲੇ ਸੋਝੀ ਨਹੀਂ।
ਕਹਿੰਦੇ ਗੁਰੂ ਦੀ ਗੱਲ ਵੀ ਤਾਂ ਮੰਨੋਗੇ ਜੇ ਤੁਸੀਂ ਗੁਰੂ ਨੂੰ ਆਪਣੇ ਤੋਂ ਅੱਗੇ ਸਮਝੋਗੇ। ਬੱਚੇ ਨੂੰ ਅਸੀਂ ਆਪਣੇ ਤੋਂ ਪਿੱਛੇ ਸਮਝਦੇ ਹਾਂ ਵੀ ਉਹ ਨਿਆਣਾ ਤੇ ਅਸੀਂ ਸਿਆਣੇ ਆ, ਤੇ ਗੁਰੂ ਦੀ ਗੱਲ ਤਾਂ ਹੀ ਮੰਨ ਸਕੋਗੇ ਜੇ ਗੁਰੂ ਨੂੰ ਅੱਗੇ ਸਮਝੋਗੇ, ਜੇ ਤੁਹਾਡੀ ਸ਼ਰਧਾ ਗੁਰੂ ਤੇ ਬਣ ਜਾਏਗੀ। ਇਸ ਵਾਸਤੇ ਭਾਈ ਸਾਹਿਬ ਜੀ ਕਹਿੰਦੇ ਹਨ ਕਿ ਜਿਹੜੀ ਸ਼ਰਧਾ ਉਹ ਜ਼ਰੂਰੀ ਹੈ। ਇਸੇ ਪ੍ਰਕਾਰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਨੇ ਹੁਕਮ ਕੀਤਾ, ਸੋਚ ਪਵਿੱਤਰਤਾ ਹੋਣੀ ਚਾਹੀਦੀ ਹੈ। ਇਸ਼ਨਾਨ ਕਰੋ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਇੱਕ ਸਰੀਰ ਦਾ ਇਸ਼ਨਾਨ ਜੀ, ਦੂਜਾ ਮਨ ਦਾ ਇਸ਼ਨਾਨ। ਮੈਂ ਜਦੋਂ ਅਰਥ ਪੜ੍ਹੇ ਜੀ, ਜਿਹੜਾ ਬਚਨ ਲਿਖਿਆ ਹੈ ਗੁਰੂ ਰਾਮਦਾਸ ਮਹਾਰਾਜ ਨੇ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲ ਕੇ ਉਠ ਹਰ ਨਾਮ ਤੇ ਆਵੈ, ਉਦਮ ਕਰੇ ਭਲ ਕੇ ਪ੍ਰਭਾਤੀ ਇਸ਼ਨਾਨ ਕਰੈ ਅੰਮ੍ਰਿਤਸਰ ਨਾਵੈ। ਇਹ ਪੰਕਤੀ ਦੇ ਜਦੋਂ ਅਰਥ ਵਿਚਾਰੇ ਵੀ, ਜਦੋਂ ਸ਼ਬਦ ਆ ਗਿਆ ਜੀ ਇਸ਼ਨਾਨ ਕਰੈ ਅੰਮ੍ਰਿਤਸਰ ਨਾਵੈ, ਦੋ ਵਾਰੀ ਸ਼ਬਦ ਆ ਗਿਆ ਨਾ ਵੀ ਇਸ਼ਨਾਨ ਕਰਨਾ ਅੰਮ੍ਰਿਤਸਰ ਨਹਾਉਣਾ। ਇਹਦਾ ਅਰਥ ਫਰੀਦਕੋਟੀ ਟੀਕੇ ਨੇ ਕੀਤਾ ਵੀ ਪਹਿਲਾਂ ਤਨ ਦਾ ਇਸ਼ਨਾਨ ਕਰਨਾ, ਇਸ਼ਨਾਨ ਕਰੈ, ਫਿਰ ਕਹਿੰਦੇ ਅੰਮ੍ਰਿਤਸਰ ਨਹਾਵੈ। ਫਿਰ ਅੰਮ੍ਰਿਤਸਰ ਕਿਹਨੂੰ ਕਿਹਾ? ਅੰਮ੍ਰਿਤ ਦਾ ਸਰੋਵਰ ਸਤ ਸੰਗਤ। ਫਿਰ ਸਿੱਖ ਨੇ ਉਹਦੇ 'ਚ ਆ ਕੇ ਇਸ਼ਨਾਨ ਕਰਨਾ। ਪਹਿਲਾਂ ਘਰੇ ਇਸ਼ਨਾਨ ਕਰਨਾ, ਇਸ਼ਨਾਨ ਕਰਕੇ ਗੁਰਸਿੱਖ ਨੇ ਬਾਣੀ ਪੜ੍ਹਨੀ ਹੈ, ਫਿਰ ਸਤ ਸੰਗਤ ਵਿੱਚ ਆ ਕੇ ਇੱਥੇ ਨਾਮ ਦੇ ਜਲ ਵਿੱਚ ਚੁੱਭਾ ਮਾਰਨਾ। ਜਿਵੇਂ ਬਾਹਰੋਂ ਇਸ਼ਨਾਨ ਕਰਕੇ ਪਵਿੱਤਰ ਹੋ ਜਾਈਦਾ, ਸਤ ਸੰਗਤ ਕਰਕੇ ਮਨ ਪਵਿੱਤਰ ਹੋ ਜਾਂਦਾ ਹੈ, ਮਨ ਸ਼ੁੱਧ ਹੋ ਜਾਂਦਾ ਹੈ। ਤਾਂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੋਚ ਪਵਿੱਤਰਤਾ ਦਾ ਉਪਦੇਸ਼ ਦਿੰਦੇ ਹਨ। ਗੁਰਸਿੱਖ ਪਵਿੱਤਰ ਹੋਵੇ, ਬੁੱਧਵਾਰ ਸ੍ਰੇਸ਼ਟ ਬੁੱਧੀ ਹੋਵੇ। ਸਾਡੇ ਕੋਲ ਦੋ ਤਰ੍ਹਾਂ ਦੀ ਬੁੱਧੀ ਹੁੰਦੀ ਹੈ ਜੀ, ਇੱਕ ਨੂੰ ਆਤਮ ਵਿਸ਼ੈਣੀ ਬੁੱਧੀ ਕਹਿੰਦੇ, ਇੱਕ ਨੂੰ ਵਿਖੇ ਬੁੱਧੀ ਕਹਿੰਦੇ ਨੇ। ਸਾਡੇ ਕੋਲ ਮਨ, ਸਾਨੂੰ ਮਨੁੱਖ ਕਹਿੰਦੇ ਨੇ, ਸਾਡੇ ਕੋਲ ਮਨ ਹੈ, ਪਰ ਗਿਆਨ ਹਮੇਸ਼ਾ ਬੁੱਧੀ ਨੂੰ ਹੁੰਦਾ। ਮਨੁੱਖ ਦੀ ਬੁੱਧੀ ਰੱਬ ਦੀ ਦਿੱਤੀ ਹੋਈ ਇਹ ਸੌਗਾਤ ਹੈ। ਤਾਂ ਜਿਸ ਮਨੁੱਖ ਕੋਲ ਸ੍ਰੇਸ਼ਟ ਬੁੱਧੀ ਹੈ, ਆਪਾਂ ਅਰਦਾਸ ਕਰਦੇ ਹਾਂ ਜੀ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਮਤ ਬੁੱਧੀ ਨੂੰ ਕਹਿੰਦੇ ਵੀ ਸਾਡਾ ਮਨ ਨੀਵਾਂ ਰਹੇ ਪਰ ਸਾਡੀ ਬੁੱਧੀ ਉੱਚੀ ਰਹੇ, ਮਨ ਵਿੱਚ ਨਿਮਰਤਾ ਹੋਵੇ ਸਾਡੇ, ਬੁੱਧੀ ਕਰਕੇ ਸਾਡੇ ਵਿਚਾਰ ਚੰਗੇ ਹੋਵਣ, ਸਾਡੀ ਸੋਚ ਚੰਗੀ ਹੋਵੇ, ਤਾਂ ਕਿ ਅਸੀਂ ਕੰਮ ਵੀ ਚੰਗੇ ਕਰ ਸਕੀਏ। ਤਾਂ ਇਸੇ ਤਰ੍ਹਾਂ ਫਿਰ ਕਵੀ ਜੀ ਕਹਿੰਦੇ ਹਨ, ਸਭ ਸ਼ੁਭ ਕਰਮ ਵਿਰਾਮ। ਇਹ ਜਿੰਨੇ ਵੀ ਸ਼ੁਭ ਕਰਮ ਹਨ, ਸ਼ਾਂਤੀ ਆਦਿਕ ਹਿਰਦੇ ਵਿੱਚ ਧਾਰਨ ਕਰਕੇ ਰੱਖਣੀ, ਇਹ ਸਾਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਫੌਜ ਹੈ। ਫਿਰ ਡਰ ਵਿੱਚ ਰਹਿਣਾ, ਗੁਰੂ ਦੇ ਭੈ ਵਿੱਚ ਰਹਿਣਾ, ਡਰਦੇ ਰਹਿਣਾ ਕਿ ਕਿਤੇ ਜੀਵਨ ਵਿੱਚ ਏਦਾਂ ਦੀ ਗਲਤੀ ਨਾ ਕਰੀਏ ਵੀ ਸਤਿਗੁਰਾਂ ਦੀ ਨਾਰਾਜ਼ਗੀ ਹੋ ਜਾਏ, ਇਹ ਭੈ ਹੋਵੇ। ਬਾਹਰ ਵੀ ਆਪਾਂ ਸੰਸਾਰ ਵਿੱਚ ਵਿਚਰਦੇ ਹਾਂ ਜੀ, ਅਸੀਂ ਇਦਾਂ ਦੀ ਗਲਤੀ ਨਹੀਂ ਕਰਦੇ ਵੀ ਜਿਹਦੇ ਨਾਲ ਸਾਡੇ ਨਾਲ ਕੋਈ ਨਾਰਾਜ਼ ਹੋਵੇ। ਜਿਹੜਾ ਬੰਦਾ ਜੌਬ ਕਰਦਾ ਨਾ ਕਿਤੇ, ਉਹ ਡਰਦਾ ਰਹਿੰਦਾ ਵੀ ਮੈਂ ਇਦਾਂ ਦੀ ਗਲਤੀ ਨਾ ਕਰਾਂ ਵੀ ਮੇਰਾ ਮਾਲਕ ਮੇਰੇ ਤੋਂ ਨਾਰਾਜ਼ ਹੋਵੇ। ਅਸੀਂ ਸੰਸਾਰ ਵਿੱਚ ਘਰ ਪਰਿਵਾਰ ਵਿੱਚ ਵਿਚਰਦੇ ਹਾਂ, ਅਸੀਂ ਇਹ ਸੋਚਦੇ ਹਾਂ ਵੀ ਕੋਈ ਨਾਰਾਜ਼ ਨਾ ਹੋਵੇ ਸਾਡੇ ਕੋਲੋਂ। ਗੁਰਸਿੱਖ ਅੰਦਰ ਪੈ ਰਹਿੰਦਾ ਹੈ ਵੀ ਮੇਰਾ ਗੁਰੂ ਨਾ ਮੇਰੇ ਤੋਂ ਨਾਰਾਜ਼ ਹੋ ਜਾਏ। ਬਾਕੀ ਦੁਨੀਆ ਦਾ ਕੋਈ ਨਹੀਂ ਵੀ, ਪਰ ਗੁਰੂ ਨਹੀਂ ਨਾਰਾਜ਼ ਹੋਣਾ ਚਾਹੀਦਾ। ਫਿਰ ਉਹ ਸਤਿਗੁਰੂ ਜੀ ਦੇ ਭੈ ਵਿੱਚ ਰਹਿੰਦਾ। ਹੁਣ ਭੈ ਤੋਂ ਭਾਵ ਕੀ ਹੈ? ਉਹ ਗੁਰੂ ਸਾਹਿਬ ਜੀ ਦੇ ਹੁਕਮ ਦੇ ਵਿੱਚ ਰਹਿੰਦਾ, ਸਤਿਗੁਰੂ ਸਾਹਿਬ ਜੀ ਦੀ ਆਗਿਆ ਵਿੱਚ ਚੱਲਦਾ, ਤਪ ਕਰਦਾ। ਤਪ ਦਾ ਭਾਵ ਕੀ ਹੈ ਜੀ? ਸੇਵਾ ਕਰਨੀ। ਗੁਰ ਸੇਵਾ ਤਪਾ ਸਿਰ ਤਪ ਸਾਰ। ਸਤਿਗੁਰਾਂ ਦੀ ਸੇਵਾ ਸਭ ਤੋਂ ਵੱਡਾ ਤਪ ਹੈ। ਜਿਸ ਸੇਵਾ ਨੂੰ ਕਰਕੇ ਪਾਰ ਬ੍ਰਹਮ ਪੁਰਖ ਦਤਾਰ ਹੈ, ਨਾਨਕ ਗੁਰ ਸੇਵਾ ਕਿੰਗ ਨਾ ਲੱਭੇ। ਅਤੇ ਗੁਰੂ ਦੀ ਸੇਵਾ ਕਰਕੇ ਕੀ ਨਹੀਂ ਮਿਲਦਾ? ਸਭ ਕੁਝ ਮਿਲ ਜਾਂਦਾ। ਬਠਿੰਡੇ ਦੇ ਵਿੱਚ ਇੱਕ ਪਿੰਡ ਹੈ ਜੀ, ਭੁੱਚੋਂ ਪਿੰਡ। ਭੁੱਚੋਂ ਪਿੰਡ ਤਕਰੀਬਨ ਸਾਰੇ ਜਾਣਦੇ, ਤੇ ਮਹਾਂਪੁਰਖ ਵੀ ਹੋਏ ਨੇ ਭੁੱਚੋਂ ਵਾਲੇ। ਇੱਥੇ ਬਾਬਾ ਨਾ ਆਦਮ ਜੀ ਰਹਿੰਦੇ ਸਨ, ਖੇਤੀਬਾੜੀ ਕਰਦੇ ਸਨ, ਪਿਤਾ ਪੁਰਖੀ ਉਹਨਾਂ ਦਾ ਕੰਮ ਸੀ। ਘਰ ਵਿੱਚ ਬਾਕੀ ਤਾਂ ਸਾਰਾ ਕੁਝ ਸੀ, ਪਰ ਪੁੱਤਰ ਨਹੀਂ ਸੀ ਇਹਨਾਂ ਦੇ ਘਰ ਦੇ ਵਿੱਚ, ਬਾਬਾ ਆਦਮ ਜੀ ਦੇ। ਆਪਣੇ ਵੱਲੋਂ ਯਤਨ ਕੀਤੇ, ਜਿੱਥੇ ਕਿਸੇ ਨੇ ਜਾਣ ਨੂੰ ਕਿਹਾ ਉੱਥੇ ਗਏ, ਪਰ ਮਨ ਦੀ ਇੱਛਾ ਪੂਰੀ ਨਾ ਹੋਈ। ਇੱਕ ਦਿਨ ਗੁਰਸਿੱਖ ਦਾ ਮੇਲ ਹੋਇਆ, ਉਹਨੇ ਆਖਿਆ ਵੀ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਚਲਾ ਜਾ, ਉੱਥੇ ਸਾਰਿਆਂ ਨੂੰ ਫਲ ਲੱਗ ਜਾਂਦੇ ਨੇ। ਬਾਬਾ ਆਦਮ ਜੀ ਦੀ ਉਮਰ ਕਰੀਬਨ 70 ਸਾਲ ਦੀ ਹੋ ਚੁੱਕੀ ਸੀ ਉਦੋਂ, 70 ਸਾਲ ਦੀ। ਮਨ ਨੇ ਆਖਿਆ ਵੀ ਮਨਾ ਵੀ ਇਸ ਉਮਰ ਦੇ ਵਿੱਚ ਪੁੱਤਰ ਹੋਣਾ
ਇਹ ਬੜੀ ਔਖੀ ਜੀ ਗੱਲ ਹੈ ਵੀ ਇਸ ਤਰ੍ਹਾਂ ਸਮਝ ਲਓ ਵੀ ਜੈਸੇ ਕੋਈ ਦਰਖਤ ਸੁੱਕ ਗਿਆ ਹੋਵੇ ਤੇ ਉਹਨੂੰ ਫਲ ਲੱਗਣ ਦੀ ਗੱਲ ਜਿਹੜੀ ਹਾਸੋਹੀਣੀ ਜੀ ਹੁੰਦੀ ਹੈ। ਵੀ ਗੱਲ ਤਾਂ ਹਾਸੋਹੀਣੀ ਜੀ ਹੈ ਵੀ 70 ਸਾਲ 'ਚ ਪੁੱਤਰ ਜੇ ਕਹਾਂਗਾ ਤੇ ਤਾਂ ਵੀ ਲੋਕ ਹੱਸਣਗੇ ਮੇਰੇ ਤੇ ਵੀ ਐਡਾ ਬਜ਼ੁਰਗ ਹੋ ਗਿਆ ਅਜੇ ਵੀ ਪੁੱਤਰ ਮੰਗੀ ਜਾਂਦਾ। ਪਰ ਆ ਗਏ ਸਤਿਗੁਰਾਂ ਦੇ ਚਰਨਾਂ ਵਿੱਚ ਜੀ, ਆ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਸੇਵਾ ਕਰਦੇ ਜੀ ਲੱਕੜਾਂ ਦਾ, ਬਜ਼ੁਰਗ ਸਰੀਰ ਬਾਬਾ ਜੀ ਦਾ, ਬਾਬਾ ਆਦਮ ਜੀ ਦਾ। ਨਗਰ ਤੋਂ ਬਾਹਰ ਜਾਣਾ, ਇੱਕ ਪੰਡ ਉਹਨਾਂ ਨੇ ਲੱਕੜ ਦੀ ਲਿਆ ਕੇ ਲੰਗਰ 'ਚ ਸੁੱਟ ਲੈਣੀ ਤੇ ਇੱਕ ਪੰਡ ਘਰ 'ਚ ਲੈ ਜਾਣੀ ਬਾਬਾ ਆਦਮ ਜੀ ਨੇ। 6 ਮਹੀਨੇ ਲੰਘ ਗਏ। 6 ਮਹੀਨਿਆਂ ਬਾਅਦ ਗੁਰੂ ਰਾਮਦਾਸ ਮਹਾਰਾਜ ਜੀ ਪ੍ਰਚਾਰ ਦਾ ਦੌਰਾ ਕਰਕੇ ਜਦੋਂ ਵਾਪਸ ਆਏ ਨਾ ਨਗਰ ਦੇ ਵਿੱਚ, ਤੇ ਠੰਡ ਬੜੀ ਪੈਂਦੀ ਸੀ ਤੇ ਬਾਬਾ ਆਦਮ ਜੀ ਨੇ ਵੇਖਿਆ ਵੀ ਠੰਡ ਪੈਂਦੀ ਹੈ। ਉਹਨਾਂ ਕੋਲ ਲੱਕੜ ਸੀ ਬਾਬਾ ਜੀ ਕੋਲ, ਉਹ ਲੱਕੜ ਲਿਜਾ ਕੇ ਤੇ ਸਿੱਖਾਂ ਨੇ ਜਿੱਥੇ ਜਿੱਥੇ ਡੇਰਾ ਲਾਇਆ ਸੀ ਉੱਥੇ ਨਾ ਅੱਗ ਬਾਲ ਦਿੱਤੀ ਵੀ ਸੰਗਤ ਜਿਹੜੀ ਅੱਗ ਸੇਕ ਲਏ। ਤੇ ਗੁਰੂ ਸਾਹਿਬ ਜੀ ਜਦੋਂ ਬਾਹਰ ਨਿਕਲੇ ਨਾ, ਸਾਹਿਬ ਨੇ ਵੇਖਿਆ ਵੀ ਹਰ ਇੱਕ ਗੁਰਸਿੱਖ ਦੇ ਡੇਰੇ ਦੇ ਵਿੱਚ ਅੱਗ ਬਲਦੀ ਪਈ ਹੈ, ਸੰਗਤ ਅੱਗ ਸੇਕਦੀ ਪਈ ਹੈ। ਤੇ ਸਾਹਿਬ ਜੀ ਪੁੱਛਣ ਲੱਗੇ ਵੀ ਇਹ ਸੇਵਾ ਕਿਹਨੇ ਕੀਤੀ ਹੈ? ਗੁਰਸਿੱਖ ਕਹਿੰਦੇ ਮਹਾਰਾਜ ਜੀ ਇਹ ਸੇਵਾ ਬਾਬਾ ਆਦਮ ਜੀ ਨੇ ਕੀਤੀ ਹੈ। ਸਾਹਿਬ ਕਹਿੰਦੇ ਉਹਨਾਂ ਨੂੰ ਸੱਦ ਕੇ ਲਿਆਓ। ਜਦੋਂ ਬਾਬਾ ਆਦਮ ਜੀ ਨੂੰ ਸੱਦ ਕੇ ਲਿਆਏ ਤੇ ਪਾਤਸ਼ਾਹ ਕਹਿੰਦੇ ਤੁਹਾਡੀ ਸੇਵਾ ਪ੍ਰਵਾਨ ਹੈ। ਪਾਰ ਬ੍ਰਹਮ ਪੁਰਖ ਦਤਾਰੈ ਨਾਨਕ ਗੁਰ ਸੇਵਾ ਕਿੰਗ ਨਾ ਲੱਭਿਆ। ਤੇ ਗੁਰੂ ਦੀ ਸੇਵਾ ਕਰਕੇ ਕੀ ਨਹੀਂ ਲੱਭਦਾ, ਸਾਰਾ ਕੁਝ ਹੀ ਮਿਲ ਜਾਂਦਾ ਹੈ। ਬਾਬਾ ਆਦਮ ਜੀ ਨੂੰ ਪਾਤਸ਼ਾਹ ਆਪ ਹੀ ਕਹਿੰਦੇ ਬਾਬਾ ਜੀ ਤੁਹਾਡੀ ਸੇਵਾ ਪ੍ਰਵਾਨ ਹੈ, ਮੰਗੋ ਕੀ ਮੰਗਦੇ ਹੋ? ਬਾਬਾ ਆਦਮ ਜੀ ਸੋਚਣ ਲੱਗੇ ਮਨ ਵਿੱਚ ਮਨਾ, 70 ਸਾਲ ਦੀ ਉਮਰ ਤੇਰੀ ਹੋ ਚੱਲੀ ਹੈ ਤੇ ਜੇ ਮਹਾਰਾਜ ਨੂੰ ਆਖੇਗਾ ਵੀ ਪੁੱਤਰ ਦੇ ਦਿਓ ਤੇ ਲੋਕ ਤਾਂ ਤੇਰੇ ਤੇ ਹੱਸਣਗੇ ਨਾ, ਵੀ ਕਮ ਸੇ ਕਮ ਉਮਰ ਦਾ ਲਿਹਾਜ਼ ਤੇ ਕਰ ਲੈਂਦਾ ਪੁੱਤਰ ਮੰਗਣ ਤੋਂ ਪਹਿਲਾਂ। ਨਾਲੇ ਸੁੱਕੀ ਲੱਕੜ ਤੋਂ ਕਦੇ ਫਲ ਲੱਗਦਾ? ਬਾਬਾ ਆਦਮ ਜੀ ਹੱਥ ਜੋੜ ਕੇ ਕਹਿੰਦੇ ਪਾਤਸ਼ਾਹ ਸਿੱਖੀ ਬਖਸ਼ ਦਿਓ ਮੈਨੂੰ, ਮੈਂ ਹੋਰ ਕੁਝ ਨਹੀਂ ਮੰਗਦਾ ਤੁਹਾਡੇ ਕੋਲੋਂ। ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਕਰੋ ਵੀ ਘਰ ਚਲੇ ਜਾਓ। ਕਈ ਵਾਰੀ ਸੋਚੀਦਾ ਜੋ ਅਸੀਂ ਚਾਹੁੰਦੇ ਆ ਨਾ ਜੀ, ਤੇ ਜਦੋਂ ਗੁਰੂ ਦੇਣ ਤੇ ਆ ਜਾਵੇ ਸਾਡੇ ਮਨਾ ਕਰਨ ਦੇ ਬਾਵਜੂਦ ਉਹ ਦੇ ਹੀ ਦਿੰਦਾ ਹੈ। ਬਾਬਾ ਆਦਮ ਜੀ ਨੇ ਤਾਂ ਇਹ ਆਖਿਆ ਨਾ ਵੀ ਸਿੱਖੀ ਦੇ ਦਿਓ, ਪੁੱਤਰ ਤਾਂ ਨਹੀਂ ਮੰਗਿਆ। ਪਾਤਸ਼ਾਹ ਕਹਿੰਦੇ ਇਦਾਂ ਕਰੋ ਘਰ ਜਾਓ ਤੇ ਕੱਲ ਨੂੰ ਫੇਰ ਆਇਓ, ਜੋ ਮੰਗਣ ਆਏ ਸੀ ਉਹ ਮੰਗ ਲੈਣਾ ਸਾਡੇ ਕੋਲ। ਬਾਬਾ ਆਦਮ ਜੀ ਘਰ ਚਲੇ ਗਏ, ਆਪਣੀ ਸੁਪਤਨੀ ਨੂੰ ਦੱਸਿਆ ਤਾਂ ਉਹ ਬੀਬੀ ਕਹਿਣ ਲੱਗੀ ਬੜੀ ਮੁਸ਼ਕਲ ਦੇ ਨਾਲ ਅੱਜ ਮੌਕਾ ਮਿਲਿਆ ਸੀ, ਖੰਜਾ ਆਇਓ। ਕਹਿੰਦੇ ਨਹੀਂ, ਗੁਰੂ ਰਾਮਦਾਸ ਸਾਹਿਬ ਜੀ ਨੇ ਆਖਿਆ ਵੀ ਕੱਲ ਆਵੀਂ। ਇੱਕ ਮੌਕਾ ਅਜੇ ਉਹਨਾਂ ਨੇ ਸਾਨੂੰ ਦਿੱਤਾ ਹੈ। ਅਗਲੇ ਦਿਨ ਸਵੇਰ ਹੁੰਦਿਆਂ ਸਰ ਮਹਾਰਾਜ ਨੇ ਸਿੱਖ ਭੇਜ ਦਿੱਤੇ ਜੀ। ਮਹਾਰਾਜ ਦੇ ਦਰਬਾਰ ਵਿੱਚ ਆਏ ਤੇ ਪਾਤਸ਼ਾਹ ਕਹਿੰਦੇ ਬਾਬਾ ਆਦਮ ਜੀ ਮੰਗੋ ਕੀ ਮੰਗਦੇ ਹੋ? ਬਾਬਾ ਆਦਮ ਜੀ ਹੱਥ ਜੋੜ ਕੇ ਕਹਿਣ ਲੱਗੇ ਪਾਤਸ਼ਾਹ ਸਿੱਖੀ ਦੇ ਦਿਓ। ਫਿਰ ਉਹੀ ਚੀਜ਼ ਮੰਗ ਲਈ। ਪਾਤਸ਼ਾਹ ਕਹਿੰਦੇ ਜੋ ਮੰਗਣ ਆਇਓ ਉਹ ਮੰਗੋ। ਤੇ ਸੁਪਤਨੀ ਕੋਲ ਖਲੋਤੀ ਸੀ, ਹੱਥ ਜੋੜ ਕੇ ਕਹਿਣ ਲੱਗੀ ਪਾਤਸ਼ਾਹ ਪੁੱਤਰ ਲੈਣ ਵਾਸਤੇ ਆਏ ਆ, ਪੁੱਤਰ ਦੀ ਇੱਛਾ ਕਰਕੇ ਆਏ ਆ, ਕਿਰਪਾ ਕਰੋ ਸਾਡੀ ਝੋਲੀ ਭਰ ਦਿਓ। ਗੁਰੂ ਰਾਮਦਾਸ ਮਹਾਰਾਜ ਨੇ ਨੇਤਰ ਬੰਦ ਕੀਤੇ। ਨੇਤਰ ਬੰਦ ਕਰਕੇ ਥੋੜੀ ਦੇਰ ਬਾਅਦ ਨੇਤਰ ਖੋਲ ਕੇ ਮਹਾਰਾਜ ਕਹਿੰਦੇ ਤੁਹਾਡੇ ਭਾਗਾਂ ਵਿੱਚ ਸੰਤਾਨ ਨਹੀਂ ਸੀ, ਪਰ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਸੇਵਾ ਕੀਤੀ ਹੈ। ਅਸੀਂ ਤੁਹਾਨੂੰ ਆਪਣੀ ਆਤਮਿਕ ਸ਼ਕਤੀ ਦੇ ਵਿੱਚੋਂ, ਆਪਣੀ ਭਗਤੀ ਦੀ ਅੰਸ਼ ਵਿੱਚੋਂ ਇੱਕ ਪੁੱਤਰ ਦੀ ਦਾਤ ਦਿੰਦੇ ਆ। ਤੁਹਾਡੇ ਘਰ ਵਿੱਚ ਪੁੱਤਰ ਹੋਵੇਗਾ, ਨਾਮ ਉਹਦਾ ਭਗਤੂ ਰੱਖਿਓ ਕਿਉਂਕਿ ਉਹ ਭਗਤੀ ਦਾ ਘਰ ਹੋਵੇਗਾ। ਤੇ ਬਾਬਾ ਆਦਮ ਜੀ ਨੇ ਜੀ ਜਦੋਂ ਦਾਤ ਮੰਗੀ ਸੀ ਨਾ ਪੁੱਤਰ ਦੀ, ਪੁੱਤਰ ਤੇ ਪੁੱਤਰ ਵੀ ਉਹ ਹੋਵੇ ਮਹਾਰਾਜ ਜਿਹੜਾ ਤੁਹਾਡਾ ਸਿੱਖ ਹੋਵੇ। ਵੇਖੋ ਦਾਤ ਕੀ ਮੰਗੀ, ਕੱਲਾ ਪੁੱਤਰ ਨਹੀਂ ਮੰਗਿਆ, ਪੁੱਤਰ ਵੀ ਹੋਵੇ ਤੇ ਸਿੱਖ ਵੀ ਹੋਵੇ। ਤੇ ਤੀਜਾ ਸ਼ਬਦ ਕੀ ਇਤਿਹਾਸਕਾਰਾਂ ਨੇ ਲਿਖਿਆ, ਮਹਾਰਾਜ ਕੱਲਾ ਪੁੱਤਰ ਸਿੱਖ ਨਾ ਹੋਵੇ, ਮੇਰੀ ਕੁੱਲ ਵੀ ਸਿੱਖ ਹੋਵੇ। ਤੇ ਬਾਬਾ ਆਦਮ ਜੀ ਦੀ ਸਾਰੀ ਕੁੱਲ ਸਿੱਖ ਸੀ। ਆ ਜਿਹੜਾ ਕੈਂਥਲ ਦਾ ਰਾਜਾ ਹੋਇਆ ਨਾ, ਰਾਜਾ ਉਦੈ ਸਿੰਘ, ਇਹ ਬਾਬਾ ਆਦਮ ਜੀ ਦੇ ਪਰਿਵਾਰ ਵਿੱਚੋਂ ਸੀ। ਜਿੱਥੇ ਭਾਈ ਸੰਤੋਖ ਸਿੰਘ ਜੀ ਨੇ ਬਹਿ ਕੇ ਕੈਂਥਲ ਵਿੱਚ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਲਿਖਿਆ, ਇਹ ਸਾਰਾ ਪਰਿਵਾਰ ਬਾਬਾ ਆਦਮ ਜੀ ਦਾ ਸੀਗਾ। ਇਹ ਸਾਰੀਆਂ ਰਹਿਮਤਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਦੇ ਵਿੱਚੋਂ
ਇਹਨਾਂ ਨੂੰ ਪ੍ਰਾਪਤ ਹੋਈਆਂ ਸਨ। ਤੇ ਸਾਧ ਸੰਗਤ ਜੀ, ਸਾਹਿਬ ਕਹਿੰਦੇ ਨਾਮ ਭਗਤੂ ਰੱਖਿਓ, ਇਹ ਸਿੱਖੀ ਦਾ ਪ੍ਰਚਾਰ ਕਰੇਗਾ। ਤੇ ਜਿਹੜੇ ਭਾਈ ਭਗਤੂ ਜੀ ਸਨ ਜੀ, ਜਦੋਂ ਜਨਮ ਹੋਇਆ, ਜਨਮ ਤੋਂ ਬ੍ਰਹਮ ਗਿਆਨੀ ਮਹਾਂਪੁਰਖ ਸਨ ਭਾਈ ਭਗਤੂ ਜੀ। ਤੇ ਬਾਬਾ ਆਦਮ ਜੀ ਤਾਂ ਸੱਚਖੰਡ ਚਲੇ ਗਏ, ਮਾਤਾ ਅਜੇ ਜਿਉਂਦੀ ਸੀ। ਇੱਕ ਦਿਨ ਤੁਰੇ ਜਾਂਦੇ ਸਨ, 5ਵੇਂ ਪਾਤਸ਼ਾਹ ਜੀ ਦੇ ਵਕਤ ਦੀ ਗੱਲ ਹੈ। ਤੇ ਭਾਈ ਭਗਤੂ ਜੀ ਨੂੰ ਮਾਂ ਕਹਿੰਦੀ, ਹੁਣ ਉਹ ਵੀ ਬਜ਼ੁਰਗ ਸਨ ਬਹੁਤ ਜ਼ਿਆਦੇ, ਆਖਿਆ ਪੁੱਤਰ ਮੇਰੇ ਕੋਲੋਂ ਨਾ ਤੁਰਿਆ ਨਹੀਂ ਜਾਂਦਾ, ਮੇਰੇ ਕੋਲੋਂ ਤੁਰਿਆ ਨਹੀਂ ਜਾਂਦਾ ਤੇ ਮੈਂ ਜਲ ਛਕਣਾ। ਭਗਤੂ ਜੀ ਕਹਿੰਦੇ ਮਾਂ ਨੇੜੇ ਤੇੜੇ ਤਾਂ ਕਿਤੇ ਜਲ ਹੀ ਕੋਈ ਨਹੀਂ, ਨੇੜੇ ਤੇੜੇ ਤਾਂ ਕਿਤੇ ਪਾਣੀ ਨਹੀਂ, ਤੇ ਸਾਨੂੰ ਤਾਂ ਕਿਤੇ ਦੂਰ ਨਗਰ ਵਿੱਚ ਜਾ ਕੇ ਉੱਥੋਂ ਜਲ ਛਕਣਾ ਪੈਣਾ, ਵੀ ਥੋੜਾ ਜਿਹਾ ਧੀਰਜ ਰੱਖ ਲੈ, ਅੱਗੇ ਕੋਈ ਨਗਰ ਆਏਗਾ ਤੇ ਉੱਥੋਂ ਮੈਂ ਤੁਹਾਨੂੰ ਜਲ ਛਕਾ ਦੇਣਾ। ਮਾਂ ਕਹਿੰਦੀ ਪੁੱਤਰ ਹੁਣ ਤਾਂ ਕਦਮ ਨਹੀਂ ਪੁੱਟਿਆ ਜਾਣਾ। ਤੇ ਭਾਈ ਭਗਤੂ ਜੀ ਕਹਿਣ ਲੱਗੇ ਮਾਂ ਫਿਰ ਇਦਾਂ ਕਰ, ਤੂੰ ਦਰਖਤ ਹੇਠਾਂ ਬਹਿ ਤੇ ਮੈਂ ਪਿੰਡ ਚੋਂ ਪਾਣੀ ਲੈ ਆਉਣਾ। ਪਰ ਕਹਿ ਗਏ ਮੰਨ ਲੈ ਮਾਂ ਤੇਰੀ ਜਾਨ ਨਿਕਲਦੀ ਹੋਵੇ ਪਿਆਸ ਨਾਲ, ਫਿਰ ਇੱਕ ਕੰਮ ਕਰੀ, ਜੇ ਤੇਰੇ ਕੋਲ ਨਾ ਰਿਹਾ ਜਾਵੇ, ਤੈਨੂੰ ਲੱਗੇ ਵੀ ਤੇਰੇ ਪ੍ਰਾਣ ਨਿਕਲ ਚੱਲੇ ਨੇ, ਆਹ ਸਾਹਮਣੇ ਛੱਪੜ ਹੈ ਨਾ, ਉਦੋਂ ਛੱਪੜ ਸੁੱਕ ਚੁੱਕਾ ਸੀ ਗਰਮੀ ਕਰਕੇ, ਜੇਠ ਹਾੜ ਦੀ ਗਰਮੀ ਸੀ। ਤੇ ਪਤਾ ਹੀ ਹੋਣਾ ਆਪ ਜੀ ਨੂੰ, ਜੇਠ ਹਾੜ ਦੀ ਜਦੋਂ ਗਰਮੀ ਪੈਂਦੀ ਹੈ ਨਾ ਜੀ, ਪਾਣੀ ਸੁੱਕ ਜਾਂਦਾ, ਉਹ ਖਰੇਪੜੀਆਂ ਜੀਆਂ ਬਣ ਜਾਂਦੀਆਂ ਨੇ, ਮਿੱਟੀ ਪਾਟ ਜਾਂਦੀ ਹੈ ਵਿੱਚੋਂ। ਕਹਿੰਦੇ ਫਿਰ ਇਸ ਤਰ੍ਹਾਂ ਕਰੀ, ਛੱਪੜ 'ਚ ਜਾ ਕੇ ਨਾ ਇੱਕ ਡਲਾ ਚੁੱਕੀ ਮਿੱਟੀ ਦਾ, ਪਾਣੀ ਨਿਕਲੇਗਾ, ਜਲ ਛਕ ਲਵੀਂ, ਜਲ ਛਕ ਕੇ ਉਹਨੂੰ ਫਿਰ ਢੱਕ ਦਈਂ ਵੀ ਕਿਸੇ ਨੂੰ ਪਤਾ ਨਾ ਲੱਗ ਜਾਏ। ਇਹ ਉਹ ਭਾਈ ਭਗਤੂ ਨੇ ਜੀ, ਜਿਨ੍ਹਾਂ ਨੂੰ ਗੁਰੂ ਰਾਮਦਾਸ ਸਾਹਿਬ ਜੀ ਨੇ ਰਹਿਮਤਾਂ ਦਿੱਤੀਆਂ ਤੇ ਭਾਈ ਭਗਤੂ ਜੀ ਦਾ ਜਨਮ ਹੋਇਆ। ਭਾਈ ਭਗਤੂ ਤਾਂ ਜਲ ਲੈਣ ਚਲੇ ਗਏ ਤੇ ਮਾਂ ਕੋਲੋਂ ਇੱਕ ਛਿਨ ਵੀ ਨਾ ਰਿਹਾ ਗਿਆ। ਅਜੇ ਭਾਈ ਭਗਤੂ ਗਏ ਨੇ ਤੇ ਮਾਂ ਉੱਠ ਕੇ ਛੱਪੜ 'ਤੇ ਗਈ, ਮਿੱਟੀ ਦਾ ਉਹ ਭੇਲਾ ਜਿਹਾ ਚੁੱਕਿਆ ਤੇ ਥੱਲੋਂ ਜਲ ਦੀ ਫੁਹਾਰ ਨਿਕਲ ਆਈ। ਇੱਕ ਸਾਧ ਬਚਨ ਅਟਲਾਦਾ, ਸਾਧੂ ਦੇ ਬਚਨ ਅਟਲ ਹੁੰਦੇ ਨੇ। ਮਾਂ ਨੇ ਜਲ ਛਕਿਆ, ਇਸ਼ਨਾਨ ਪਾਣੀ ਕੀਤਾ, ਬਜ਼ੁਰਗ ਸੀ ਭੁੱਲ ਗਈ, ਉਹਨੂੰ ਢੱਕਣਾ ਭੁੱਲ ਗਈ ਤੇ ਜਾ ਕੇ ਦਰਖਤ ਦੀ ਛਾਵੇਂ ਬਹਿ ਗਈ। ਇਹਦੇ ਨੂੰ ਆਜੜੀ ਆ ਗਿਆ, ਉਹਨੇ ਵੇਖਿਆ ਵੀ ਛੱਪੜ ਜਿਹੜਾ ਕਈ ਮਹੀਨਿਆਂ ਤੋਂ ਸੁੱਕਾ, ਉਹ ਪਾਣੀ ਨਾਲ ਹੀ ਭਰਿਆ ਪਿਆ। ਉਹ ਵੇਖ ਕੇ ਹੈਰਾਨ ਹੋ ਗਿਆ ਵੀ ਇਹ ਪਾਣੀ ਕਿੱਥੋਂ ਆ ਗਿਆ, ਵੀ ਨਾ ਇੱਥੇ ਮੀਂਹ ਪਿਆ, ਉਦੋਂ ਕਿਹੜਾ ਕੋਈ ਬੋਰ ਹੁੰਦੇ ਸਨ ਜਾਂ ਨੇੜੇ ਤੇੜੇ ਕੋਈ ਖੂਹ ਵੀ ਨਹੀਂ ਸੀ, ਤੇ ਖੂਹ ਦਾ ਪਾਣੀ ਤਾਂ ਇੱਦਾਂ ਛੱਪੜ 'ਚ ਭਰ ਨਹੀਂ ਸਕਦਾ। ਉਹ ਹੈਰਾਨ ਹੋ ਗਿਆ। ਉੱਥੋਂ ਫਿਰ ਪਤਾ ਲੱਗ ਗਿਆ ਵੀ ਇਹ ਸਾਰੀ ਕਲਾ ਨਾ ਭਾਈ ਭਗਤੂ ਦੀ ਹੈ। ਉਹ ਜਿਹੜਾ ਆਜੜੀ ਸੀ ਉਹ ਮਾਤਾ ਕੋਲ ਆਇਆ, ਉਹਨੇ ਵੇਖਿਆ ਵੀ ਮੈਂ ਮਾਂ ਨੂੰ ਪੁੱਛਦਾ ਵੀ ਇਹ ਜਲ ਕਿੱਥੋਂ ਆਇਆ। ਉਹ ਆ ਕੇ ਮਾਤਾ ਨੂੰ ਕਹਿਣ ਲੱਗਾ, ਮਾਤਾ ਇੱਥੇ ਨਾ ਤਾਂ ਮੀਂਹ ਪਿਆ ਤੇ ਨਾ ਹੀ ਇੱਥੇ ਨੇੜੇ ਤੇੜੇ ਕੋਈ ਖੂਹ ਹੈ, ਇਹ ਪਾਣੀ ਕਿੱਥੋਂ ਆਇਆ। ਉਹਦੇ ਮੁਖ ਵਿੱਚੋਂ ਸੱਚ ਨਿਕਲ ਗਿਆ ਵੀ ਮੇਰਾ ਪੁੱਤਰ ਭਗਤੂ ਜਾਂਦਿਆਂ ਕਹਿ ਗਿਆ ਸੀ, ਮਾਂ ਜੇ ਤੇਰੇ ਕੋਲੋਂ ਨਾ ਰਿਹਾ ਜਾਏ ਤੇ ਮਿੱਟੀ ਦਾ ਭੇਲਾ ਚੁੱਕੀ ਤੇ ਥੱਲੋਂ ਜਲ ਨਿਕਲ ਆਏਗਾ, ਪਰ ਢੱਕ ਦਈਂ ਪੁੱਤਰਾ, ਮੈਂ ਉਹਨੂੰ ਢੱਕਣਾ ਭੁੱਲ ਗਈ ਆ ਤੇ ਇਹ ਸਾਰਾ ਜਲ ਮੇਰੇ ਪੁੱਤਰ ਦੇ ਬਚਨਾਂ ਨਾਲ ਨਿਕਲਿਆ। ਇਹ ਉਹ ਭਾਈ ਭਗਤੂ ਨੇ ਜੀ, ਜਿਨ੍ਹਾਂ ਦੇ ਬਚਨਾਂ ਵਿੱਚ ਵੀ ਇੰਨੀ ਭਾਰੀ ਸੱਤਾ ਸੀ। ਭਾਈ ਭਗਤੂ ਗੁਰੂ ਹਰਰਾਏ ਸਾਹਿਬ ਸੱਚੇ ਪਾਤਸ਼ਾਹ ਤਾਈਂ ਰਹੇ, ਸਾਰੀ ਉਮਰ ਉਹਨਾਂ ਨੇ ਸੇਵਾ ਕੀਤੀ ਤੇ 7ਵੇਂ ਪਾਤਸ਼ਾਹ ਦੇ ਵਕਤ ਬਿਲਕੁਲ ਬਜ਼ੁਰਗ ਸਨ ਭਾਈ ਭਗਤੂ ਜੀ। ਤੇ 7ਵੇਂ ਪਾਤਸ਼ਾਹ ਜੀ ਦੀ ਸਰੀਰਕ ਉਮਰ ਆ ਜਿਹੜੀ ਅਜੇ 11 ਕੁ ਸਾਲ ਦੀ ਸੀ। ਭਾਈ ਭਗਤੂ ਜੀ ਕਹਿੰਦੇ ਮਹਾਰਾਜ ਸੇਵਾ ਦੇ ਦਿਓ। ਪਾਤਸ਼ਾਹ ਕਹਿੰਦੇ ਫਿਰ ਇਸ ਤਰ੍ਹਾਂ ਕਰੋ ਵੀ ਚਰਖਾ ਸੇੜ ਲਓ, ਮਤਲਬ ਵਿਆਹ ਕਰਾ ਲਓ ਬਾਬਾ ਜੀ ਤੁਸੀਂ ਜਾ ਕੇ, ਵੀ ਬਜ਼ੁਰਗ ਹੋ ਗਏ ਹੋ। ਤੇ ਦੂਜਾ ਹੁਕਮ ਹੋਇਆ ਸੇਵਾ ਕਰੋ ਤੁਸੀਂ, ਕਾਹਦੀ, ਲੰਗਰ ਦੀ ਸੇਵਾ ਕਰੋ, ਲੰਗਰ ਵਰਤਾਇਆ ਕਰੋ। ਭਾਈ ਭਗਤੂ ਜੀ ਲੰਗਰ ਵਰਤਾਉਂਦੇ ਤੇ ਖੇਤਾਂ ਵਿੱਚ ਵੀ ਜਾ ਕੇ ਗੁਰੂ ਘਰ ਦੇ ਸੇਵਾ ਕਰਦੇ ਨੇ। ਸੋ ਐਸੇ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਖ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਬਚਨਾਂ ਦੇ ਨਾਲ ਪ੍ਰਗਟ ਹੋਏ ਨੇ। ਇਸ ਕਰਕੇ ਕਵੀ ਜੀ ਕਹਿੰਦੇ ਹਨ ਕਿ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਦੀ ਜਿਹੜੀ ਸੇਵਾ ਹੈ ਨਾ, ਉਹ ਸਭ ਤੋਂ ਵੱਡਾ ਤਪ ਹੈ। ਜਿਹਨੇ ਇਹ ਸੇਵਾ ਕਰ ਲਈ ਹੈ ਉਹਨੂੰ ਸਾਰੇ ਪਦਾਰਥ ਜਿਹੜੇ ਸਤਿਗੁਰਾਂ ਦੇ ਘਰ ਦੇ ਵਿੱਚੋਂ ਪ੍ਰਾਪਤ ਹੋ ਜਾਂਦੇ ਨੇ। ਇਸ ਤਰ੍ਹਾਂ ਫਿਰ ਗੁਰੂ ਕਾ ਸਿੱਖ ਜਿਹੜਾ ਉਹ ਭਾਉ ਪ੍ਰੇਮ ਵੀ ਆਪਣੇ ਹਿਰਦੇ ਵਿੱਚ ਧਾਰਨ ਕਰਦਾ ਹੈ। ਇਹ ਸ਼ੁਭ ਗੁਣ ਜਿਹੜੇ ਹਨ ਮਹਾਰਾਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਸਹਿਤ ਬਿਰਾਜਦੇ ਨੇ। ਇਹ ਸਤਿਗੁਰਾਂ ਦੀ ਪੈਦਲ ਫੌਜ ਹੈ। ਫਿਰ ਕਹਿੰਦੇ ਜਿਹੜਾ ਰਾਜਾ ਹੁੰਦਾ ਨਾ ਜੀ, ਉਹਦਾ ਸੈਨਾਪਤੀ ਵੀ ਹੁੰਦਾ ਰਾਜੇ ਦਾ,
ਕਹਿੰਦੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਜਿਹੜਾ ਪ੍ਰੇਮ ਹੈ ਨਾ, ਇਹ ਸੈਨਾਪਤੀ ਹੈ। ਇਸ ਤੋਂ ਵੱਡਾ ਹੋਰ ਕੋਈ ਦੂਜਾ ਸੈਨਾਪਤੀ ਨਹੀਂ। ਹਰ ਕੀ ਕੀਰਤ ਅਬਰਾਮ ਤੇ ਹਰੀ ਦਾ ਕੀਰਤਨ ਕਰਨਾ, ਪਰਮੇਸ਼ਰ ਦੀ ਵਡਿਆਈ ਕਰਨੀ। ਦੁੰਦ ਭਰੇ ਮੇਰੇ ਪੈ ਬਚਨ ਰਾਜ ਸਤਿਗੁਰ ਰਾਮ। ਇਹ ਜਿਹੜਾ ਨਗਾਰਾ ਵੱਜਦਾ, ਜਿਹੜਾ ਕੀਰਤਨ ਹੁੰਦਾ ਨਾ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਵਿੱਚ, ਇਹ ਨਗਾਰਾ ਵੱਜਦਾ ਜਿਵੇਂ ਫੌਜ ਵਿੱਚ ਨਗਾਰਾ ਵੱਜਦਾ। ਇੱਕ ਬਚਨ ਹਮੇਸ਼ਾ ਯਾਦ ਰੱਖਿਓ, ਜਿਹੜੀ ਨਗਾਰੇ ਦੀ ਆਵਾਜ਼ ਹੈ ਨਾ ਜੀ, ਦੂਰ ਦੂਰ ਤੱਕ ਸੁਣਾਈ ਦਿੰਦੀ ਹੈ। ਇੱਕ ਧੁਨ ਹੈ ਜਿਹੜੀ ਪੈਦਾ ਹੁੰਦੀ ਹੈ। ਇੱਥੇ ਭਾਈ ਸਾਹਿਬ ਨੇ ਬਚਨ ਲਿਖਿਆ ਵੀ ਜਿਹੜਾ ਕੀਰਤਨ ਹੋਣਾ ਹੈ, ਇਹ ਕੀਰਤਨ ਜਿਹੜਾ ਹੈ ਇਹ ਮਾਨੋ ਵੀ ਨਗਾਰਾ ਵੱਜ ਰਿਹਾ। ਤੇ ਗੁਰੂ ਕਲਗੀਧਰ ਜੀ ਦਾ ਇੱਕ ਬਚਨ ਹੈ ਜੀ, ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ। ਸਤਿਗੁਰੂ ਜੀ ਕਹਿੰਦੇ ਜਦੋਂ ਧੁਨ ਵਧੇਗੀ ਨਾ, ਕਾਹਦੀ? ਨਾਮ ਦੀ, ਕੀਰਤਨ ਦੀ, ਸ਼ਬਦ ਦੀ, ਉਸ ਧੁਨ ਦੇ ਨਾਲ ਪਾਪ ਨਸ਼ਟ ਹੋਣਗੇ, ਪੁੰਨਾਂ ਦਾ ਪ੍ਰਤਾਪ ਵਧੇਗਾ। ਗੁਰੂ ਘਰਾਂ ਦੇ ਵਿੱਚ ਕੀਰਤਨ ਹੁੰਦਾ ਹੈ, ਬਾਣੀ ਪੜ੍ਹੀ ਜਾਂਦੀ ਹੈ, ਇਹ ਧੁਨ ਜਿੱਥੇ ਜਿੱਥੇ ਤਾਈਂ ਫੈਲਦੀ ਹੈ ਨਾ ਜੀ, ਜਿੱਥੇ ਜਿੱਥੇ ਤਾਈਂ ਆਵਾਜ਼ ਜਾਂਦੀ ਹੈ, ਉਸ ਆਵਾਜ਼ ਦੇ ਅੰਦਰ ਜਿੰਨੇ ਵੀ ਪਾਪ ਹੁੰਦੇ ਨੇ ਉਹ ਸਾਰੇ ਨਸ਼ਟ ਹੁੰਦੇ ਜਾਂਦੇ ਨੇ। ਦੇਖੋ ਮੀਂਹ ਪੈਂਦਾ ਹੋਵੇ ਨਾ ਆਕਾਸ਼ ਦੇ ਵਿੱਚੋਂ, ਜਿੱਥੇ ਜਿੱਥੇ ਮੀਂਹ ਪਏਗਾ ਉੱਥੋਂ ਉੱਥੋਂ ਦੀ ਗੰਦਗੀ ਧੋ ਦੇਗਾ। ਦਰਖਤਾਂ ਦੇ ਪੱਤੇ ਸਾਫ਼ ਹੋ ਜਾਣਗੇ, ਜੇ ਸਰੀਰ ਤੇ ਮੈਲ ਹੋਵੇਗੀ ਉਹ ਵੀ ਪਾਣੀ ਨਾਲ ਧੋਤੀ ਜਾਏਗੀ। ਜਿੱਥੇ ਜਿੱਥੇ ਮੀਂਹ ਪੈਂਦਾ ਹੈ ਉੱਥੋਂ ਉੱਥੋਂ ਸਾਰੀ ਮੈਲ ਧੂੜ ਮਿੱਟੀ ਸਭ ਕੁਝ ਉਤਰ ਜਾਂਦਾ ਹੈ, ਸਭ ਕੁਝ ਪਵਿੱਤਰ ਹੋ ਜਾਂਦਾ ਹੈ। ਜਿੱਥੇ ਜਿੱਥੇ ਤੱਕ ਬਾਣੀ ਦੀ ਧੁਨ ਜਾਏਗੀ, ਕੀਰਤਨ ਦੀ ਧੁਨ ਜਾਏਗੀ, ਕਥਾ ਦੀ ਧੁਨ ਜਾਏਗੀ, ਉੱਥੋਂ ਤੱਕ ਫੈਲੇ ਹੋਏ ਪਾਪ ਜਿਹੜੇ ਨੇ ਉਹ ਨਸ਼ਟ ਹੋ ਜਾਣਗੇ। ਪੁੰਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬੋ ਪੁੰਜ ਖਪੈਂਗੇ। ਪੁੰਨਾਂ ਦਾ ਪ੍ਰਤਾਪ ਵੱਧ ਜਾਏਗਾ। ਗੁਰੂ ਕਲਗੀਧਰ ਜੀ ਕਹਿੰਦੇ ਪਾਪ ਉਹਦੇ ਪੁੰਜਾਂ ਦੇ, ਪੁੰਜ ਕੇ ਨੂੰ ਕਹਿੰਦੇ ਢੇਰ ਨੂੰ। ਪੁੰਨਾਂ ਦਾ ਜਦੋਂ ਪ੍ਰਤਾਪ ਵਧੇਗਾ, ਪਾਪਨ ਕੇ ਬਹੁ ਪੁੰਜ ਖਪੈਂਗੇ, ਪਾਪਾਂ ਦੇ ਢੇਰਾਂ ਦੇ ਢੇਰ ਨਸ਼ਟ ਹੋ ਜਾਣਗੇ, ਉੱਥੇ ਪਾਪ ਰਹੇਗਾ ਹੀ ਨਹੀਂ। ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਈਏ, ਹਰ ਵਕਤ ਗੁਰਬਾਣੀ ਦਾ ਕੀਰਤਨ ਉੱਥੇ ਹੁੰਦਾ ਹੀ ਰਹਿੰਦਾ। ਉਹ ਜਿਹੜੀ ਉੱਥੋਂ ਦੀ ਧੁਨ ਨਿਕਲਦੀ ਹੈ ਨਾ ਸ਼ਬਦ ਦੀ, ਉਸ ਧੁਨ ਦੇ ਨਾਲ ਪਾਪ ਕੋਈ ਰਹਿੰਦਾ ਹੀ ਨਹੀਂ। ਡਰਦਾ ਮਾਰਾ ਪਾਪ ਜਿਹੜਾ ਦੂਰ ਹੋ ਜਾਂਦਾ। ਜਿਵੇਂ ਪ੍ਰਕਾਸ਼ ਹੋਵੇ, ਲਾਈਟ ਬਲਦੀ ਆ, ਵੇਖੋ ਹਨੇਰਾ ਨਹੀਂ ਰਹਿੰਦਾ, ਨਸ਼ਟ ਹੋ ਜਾਂਦਾ ਹੈ। ਇੱਦਾਂ ਹੀ ਬਾਣੀ ਦਾ ਕੀਰਤਨ, ਉਹਦਾ ਪ੍ਰਤਾਪ ਹੁੰਦਾ ਹੈ। ਜਿੱਥੇ ਜਿੱਥੇ ਤਾਈਂ ਇਹ ਬਾਣੀ ਦੀ ਧੁਨ ਜਾਂਦੀ ਜੀ, ਉੱਥੇ ਤਾਈਂ ਕੋਈ ਪਾਪ ਰਹਿੰਦਾ ਹੀ ਨਹੀਂ, ਉਹ ਪਾਪ ਨਸ਼ਟ ਹੋ ਜਾਂਦਾ ਹੈ। ਇਸ ਕਰਕੇ ਕਵੀ ਜੀ ਕਹਿੰਦੇ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਦੇ ਵਿੱਚ ਇਹ ਅੱਠੇ ਪਹਿਰ ਕੀਰਤਨ ਦਾ ਨਗਾਰਾ ਵੱਜਦਾ ਰਹਿੰਦਾ। ਕੀਰਤਨ ਦਾ ਹਰ ਕੀਰਤਨ ਸੁਣੈ, ਹਰ ਕੀਰਤਨ ਗਾਵੈ, ਤਿਸ ਜਨ ਦੁਖ ਨਿਕਟ ਨਹੀਂ ਆਵੈ। ਜਿਹੜਾ ਹਰੀ ਦਾ ਕੀਰਤਨ ਸੁਣਦਾ ਅਰ ਗਾਉਂਦਾ, ਉਹਦੇ ਨੇੜੇ ਕੋਈ ਦੁੱਖ ਨਹੀਂ ਆਉਂਦਾ ਜੀ। ਸਮਾਂ ਆਪਣੀ ਮੰਜ਼ਿਲ ਤੇ ਪਹੁੰਚ ਚੁੱਕਾ ਹੈ। ਸੰਗਤ ਨੂੰ ਕਾਫੀ ਸਮਾਂ ਹੋ ਗਿਆ ਬੈਠੇ ਆ। ਮੈਂ ਤੁਹਾਡਾ ਹਾਰਦਿਕ ਧੰਨਵਾਦੀ ਹਾਂ ਵੀ ਤੁਸੀਂ ਬੜੀ ਇਕਾਗਰਤਾ ਬਖਸ਼ਿਸ਼ ਕੀਤੀ ਹੈ, ਗੁਰੂ ਰਾਮਦਾਸ ਮਹਾਰਾਜ ਜੀ ਦੀ ਸ਼ੋਭਾ ਸੁਣੀ ਹੈ। ਮੇਰੀ ਇੱਛਾ ਤਾਂ ਸੀ ਵੀ ਮੈਂ ਸਾਰਾ ਪ੍ਰਕਰਣ ਜਿਹੜਾ ਇਹ ਸੰਪੂਰਨ ਕਰਦੇ ਹਾਂ, ਕਿਉਂਕਿ ਰਾਜ ਜੋਗ ਤਖਤ ਦੀਨ, ਵੀ ਰਾਜ ਤੇ ਜੋਗ ਦਾ ਤਖਤ ਜਿਹੜਾ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਰਾਮਦਾਸ ਸਾਹਿਬ ਨੂੰ ਦਿੱਤਾ, ਵੀ ਉਹ ਕਿੱਦਾਂ ਦਾ ਹੈ, ਉਹਦੀ ਵਿਆਖਿਆ ਭਾਈ ਸਾਹਿਬ ਨੇ ਕੀਤੀ ਹੈ, ਵੀ ਤਾਂ ਕਿ ਇਹ ਗੱਲ ਸਾਨੂੰ ਸਮਝ ਆ ਸਕੇ ਵੀ ਉਹ ਗੁਣ ਕਿਹੜੇ ਨੇ ਰਾਜ ਜੋਗ ਦੇ। ਜਿਹੜਾ ਤਖਤ ਬਿਰਾਜ, ਜਿਸ ਤਖਤ ਤੇ ਬਿਰਾਜ ਕੇ ਗੁਰੂ ਰਾਮਦਾਸ ਮਹਾਰਾਜ ਜੀਵਾਂ ਦਾ ਭਲਾ ਕਰਦੇ ਨੇ, ਤੇ ਸਾਰਾ ਸੰਸਾਰ ਹੱਥ ਜੋੜ ਕੇ ਉਸ ਗੁਰੂ ਰਾਮਦਾਸ ਸਾਹਿਬ ਜੀ ਦੇ ਸਾਹਮਣੇ ਖਲੋਤਾ, ਕਹਿੰਦਾ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਸਿੱਖੀ ਅਤੇ ਸੰਗਤੀ, ਜਿਹੜੇ ਸਿੱਖ ਪਹਿਲਾਂ ਵੇਖਦੇ ਸਨ ਵੀ ਮਹਾਰਾਜ ਟੋਕਰੀ ਢੋ ਰਹੇ ਨੇ, ਸੇਵਾ ਕਰ ਰਹੇ ਨੇ, ਅੱਜ ਉਹੀ ਸਿੱਖ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਗੁਰੂ ਰਾਮਦਾਸ ਮਹਾਰਾਜ ਨੂੰ ਪਾਰ ਬ੍ਰਹਮ ਪਰਮੇਸ਼ਰ ਜਾਣ ਕੇ ਨਮਸਕਾਰਾਂ ਕਰਦੇ, ਸਤਿਗੁਰਾਂ ਦੇ ਚਰਨਾਂ ਦੇ ਉੱਪਰ ਝੁਕਦੇ ਨੇ। ਤੇ ਉੱਥੇ ਭੱਟ ਸਾਹਿਬਾਨ ਇੱਕ ਬਚਨ ਕਹਿੰਦੇ ਨੇ, ਕਹਿੰਦੇ ਰੋਜ਼ ਗੁਰੂ ਰਾਮਦਾਸ ਸਾਹਿਬ ਜੀ ਨੂੰ ਧੰਨ 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 ਆਖਿਆ ਕਰੋ। ਕਿਉਂ ਕਹਿਣਾ ਜੀ? ਜਿਨੀ ਤੁਧਨੋਂ ਧੰਨ ਕਹਿਆ, ਤਿੰਨ ਜਮ ਨੇੜ ਨਾ ਆਇਆ। ਜਿਨ੍ਹਾਂ ਨੇ ਤੁਹਾਨੂੰ ਧੰਨ ਆਖਿਆ ਗੁਰੂ ਰਾਮਦਾਸ ਸਾਹਿਬ, ਉਹਨਾਂ ਦੇ ਨੇੜੇ ਜੰਮ ਨਹੀਂ ਆਉਂਦਾ। ਇੱਕ ਸਵਈਆ ਜੀ ਭੱਟਾਂ ਦਾ,
ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟਾਏ ਖਿਨ। ਜਿਸ ਗੁਰੂ ਦਾ ਸਿਮਰਨ ਕਰਕੇ ਮਨ ਤੇ ਬੁੱਧੀ ਦੇ ਨੇਤਰਾਂ ਵਿੱਚੋਂ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ। ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ। ਜਿਸ ਗੁਰੂ ਦਾ ਸਿਮਰਨ ਕਰਕੇ ਹਿਰਦੇ ਵਿੱਚ ਦਿਨੋ ਦਿਨ ਨਾਮ ਵੱਧਦਾ। ਜੇ ਸਤਿਗੁਰ ਸਿਮਰੰਤ ਜੀ ਕੀ ਤਪਟ ਮਿਟਾਵੈ। ਜਿਸ ਗੁਰੂ ਸਾਹਿਬ ਜੀ ਨੂੰ ਸਿਮਰ ਕੇ ਯਾਦ ਕਰਕੇ ਹਿਰਦੇ ਵਿੱਚੋਂ ਵਿਸ਼ੇ ਵਿਕਾਰਾਂ ਦੀ ਤਪਸ਼ ਮਿਟ ਜਾਂਦੀ ਹੈ। ਜੇ ਸਤਿਗੁਰ ਸਿਮਰੰਤ ਰਿੱਧ ਸਿੱਧ ਨਵ ਨਿਧ ਪਾਵੈ। ਜਿਸ ਗੁਰੂ ਰਾਮਦਾਸ ਸਾਹਿਬ ਜੀ ਨੂੰ ਯਾਦ ਕਰਕੇ ਰਿੱਧੀਆਂ ਸਿੱਧੀਆਂ ਨੌ ਨਿਧੀਆਂ ਪ੍ਰਾਪਤ ਹੋ ਜਾਂਦੀਆਂ ਨੇ। ਸੋਈ ਰਾਮਦਾਸ ਗੁਰ ਬਲ ਭਣ ਮਿਲ ਸੰਗਤ ਧਨ ਧਨ ਕਰਹੋ। ਜਿਹ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰੋ। ਜਿਸ ਗੁਰੂ ਦੇ ਜਿਸ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨੀ ਲੱਗ ਕਰਕੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਭੱਟ ਜੀ ਕਹਿੰਦੇ ਸੰਗਤੋ ਉਸ ਗੁਰੂ ਰਾਮਦਾਸ ਸਾਹਿਬ ਜੀ ਨੂੰ ਮਿਲ ਕੇ ਰੋਜ਼ ਧੰਨ ਧੰਨ ਆਖਿਆ ਕਰੋ। ਐਸੇ ਗੁਰੂ ਰਾਮਦਾਸ ਸਾਹਿਬ ਜੀ ਸਭ ਦੀਆਂ ਝੋਲੀਆਂ ਭਰ ਦਿੰਦੇ ਹਨ। ਸਭ ਆਖੋ ਧੰਨ 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 ਗੁਰ ਸੋਈ। ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ। ਗੁਰੂ ਘਰ ਦੇ ਵਿੱਚ ਜਿਤਨੇ ਵੀ ਸਤਿਗੁਰਾਂ ਦੇ ਘਰ ਦੇ ਸੇਵਾਦਾਰ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਔਰ ਸਰਪੰਚ ਸਾਹਿਬ ਬੈਠੇ ਨੇ, ਸਾਰਿਆਂ ਦਾ ਹਾਰਦਿਕ ਧੰਨਵਾਦ ਹੈ। ਗੁਰੂ ਰਾਮਦਾਸ ਮਹਾਰਾਜ ਇਸੇ ਤਰ੍ਹਾਂ ਸਾਰਿਆਂ ਨੂੰ ਨਿਵਾਜਣ। ਆਪਣੇ ਦਰ ਦੀ ਸੇਵਾ ਬਖਸ਼ਿਸ਼ ਕਰਕੇ ਮਹਾਰਾਜ ਸਾਨੂੰ ਵੀ ਆਪਣੇ ਦਰ ਦੀ ਖੁਸ਼ੀ ਬਖਸ਼ਿਸ਼ ਕਰਨ ਜੀ। ਆਪ ਸੰਗਤਾਂ ਦਾ ਧੰਨਵਾਦ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ ਜੀ। ਤਾਂ ਨਾਲ ਬੇਨਤੀ ਵੀ ਹੈ ਵੀ ਸਵੇਰੇ ਸਹਿਜ ਪਾਠ ਦੇ ਭੋਗ ਪੈਣਗੇ 4:30 ਵਜੇ ਤੇ ਭਾਈ ਮੋਹਰ ਸਿੰਘ ਜੀ ਦਾ ਰਾਗੀ ਜਥਾ 5 ਵਜੇ ਤੋਂ ਆਪ ਜੀ ਨੂੰ ਸਤਿਗੁਰਾਂ ਦੀ ਮਨੋਹਰ ਬਾਣੀ ਦੇ ਕੀਰਤਨ ਸਰਵਣ ਕਰਾਉਣਗੇ। ਸਾਰੀਆਂ ਸੰਗਤਾਂ ਨੇ ਵੱਧ ਚੜ ਕੇ ਹਾਜ਼ਰੀਆਂ ਭਰ ਕੇ ਸਾਹਿਬਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।